ਰੇਡੀਓ ਆਵਾਜ਼ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਕਮਲਦੀਪ ਸਿੰਘ ਸਿੱਧੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਹਾਡਾ ਜੋ ਜ਼ਿੰਦਗੀ ਦਾ ਸਫ਼ਰ ਹੈ ਬਹੁਤ ਸੋਹਣਾ ਬਤੀਤ ਹੋ ਰਿਹਾ। ਤੇ ਅੱਜ ਫਿਰ ਸਾਡੇ ਰੇਡੀਓ ਆਵਾਜ਼ ਦੇ ਸਟੂਡੀਓ ਦੇ ਵਿੱਚ ਪਿਛਲੇ ਅਸੀਂ ਜੋ ਹਫ਼ਤੇ ਦੇ ਵਿੱਚ ਸਾਡੇ ਨਾਲ ਜੋ ਪਰਸਨੈਲਿਟੀ ਸਰਦਾਰ ਮਹਿੰਦਰ ਸਿੰਘ ਸਰਾਂ ਐਕਸ MLA ਇੱਥੇ ਸਾਡੇ ਦਰਮਿਆਨ ਪਹੁੰਚੇ ਹੋਏ ਨੇ। ਅਸੀਂ ਉਹਨਾਂ ਨੂੰ ਇੱਕ ਵਾਰ ਇੱਥੇ ਪਹੁੰਚਣ ਤੇ ਫਿਰ ਜੀ ਆਇਆਂ ਵੈਲਕਮ ਕਹਿੰਦੇ ਆ। ਤੇ ਉਹ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਜੋ ਵਿਨੀਪੈਗ ਦਾ ਸਫ਼ਰ ਹੈ ਉਸ ਦੇ ਬਾਰੇ ਆਪਣੇ ਨਾਲ ਸਾਰੇ ਸਾਡੇ ਦਰਸ਼ਕਾਂ ਦੇ ਨਾਲ ਆਪਣਾ ਜੋ ਜ਼ਿੰਦਗੀ ਦਾ ਐਕਸਪੀਰੀਅੰਸ ਆ ਖੱਟੀਆਂ ਮਿੱਠੀਆਂ ਯਾਦਾਂ ਉਹ ਇੱਥੇ ਸ਼ੇਅਰ ਕਰਨਗੇ ਜੀ। ਇੱਕ ਵਾਰ ਫਿਰ ਮੈਂ ਉਹਨਾਂ ਨੂੰ ਜੀ ਆਇਆਂ ਵੈਲਕਮ ਕਹਿਣਾ। ਹਾਂਜੀ ਸਰ। ਹਾਂਜੀ, ਸਤਿ ਸ੍ਰੀ ਅਕਾਲ। ਤੁਹਾਡਾ ਬਹੁਤ ਬਹੁਤ ਧੰਨਵਾਦ ਰੇਡੀਓ ਆਵਾਜ਼ ਦਾ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਤੇ ਆਪਾਂ ਨੂੰ ਮੌਕਾ ਮਿਲਿਆ ਤੁਹਾਡੇ ਰੂਬਰੂ ਹੋਣ ਦਾ ਤੇ ਜੋ ਵੀ ਮੇਰਾ ਐਕਸਪੀਰੀਅੰਸ ਹੈਗਾ ਜਿਸ ਤਰ੍ਹਾਂ ਦਾ ਵੀ ਮੈਂ ਦੱਸ ਸਕਿਆ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਾਂਗਾ। ਤੇ ਮੈਂ ਵੀ ਆਮ ਸਧਾਰਨ ਆਦਮੀ ਦੇ ਤੌਰ ਤੇ ਮੈਂ ਇੱਥੋਂ ਵਿਚਰਿਆ ਹੈਗਾ ਇਹ ਜ਼ਿੰਦਗੀ ਦੇ ਵਿੱਚੋਂ। ਤੇ ਹੌਲੀ ਹੌਲੀ ਚਲੋ ਕਮਿਊਨਿਟੀ ਨੇ ਮਾਣ ਬਖਸ਼ਿਆ ਤੇ ਮੈਨੂੰ MLA ਦੀ ਡਿਊਟੀ ਦਿੱਤੀ। ਪਰ ਇਹ ਸਾਰੀ ਕਮਿਊਨਿਟੀ ਦੀ ਅਚੀਵਮੈਂਟ ਹੈ, ਮੇਰੀ ਆਪਣੀ ਕੋਈ ਅਚੀਵਮੈਂਟ ਨਹੀਂ ਜੀ। ਸਰ ਵਿਨੀਪੈਗ ਦੇ ਵਿੱਚ ਤੁਸੀਂ ਪਿਛਲੇ 50 ਸਾਲਾਂ ਤੋਂ ਇੱਥੇ ਤੁਸੀਂ ਆਪਣਾ ਇੱਥੇ ਰਹਿ ਰਹੇ ਹੋ ਜੀ। ਤੇ ਤੁਹਾਡੇ ਜ਼ਿੰਦਗੀ ਦੇ ਵਿੱਚ ਕੀ ਉਤਰਾਵ ਚੜਾਅ ਇੱਥੇ ਆਏ ਉਸ ਦੇ ਬਾਰੇ ਤੁਸੀਂ ਜ਼ਰੂਰ ਜਾਣਕਾਰੀ ਦਿਓ ਸਟੈਪ ਬਾਏ ਸਟੈਪ ਕਿ ਕਿਸ ਤਰ੍ਹਾਂ ਤੁਹਾਡੀ ਇੱਥੇ ਲਾਈਫ ਸਟਾਰਟ ਹੋਈ, ਤੁਹਾਡਾ ਜੋ ਜੌਬ ਵਰਕ ਸੀ ਤੁਸੀਂ ਸਟਾਰਟ ਕੀਤਾ, ਫਿਰ ਉਸ ਤੋਂ ਬਾਅਦ ਤੁਹਾਡਾ ਕਿਸ ਤਰ੍ਹਾਂ ਇਹ ਰਾਜਨੀਤਿਕ ਸਫ਼ਰ ਜੋ ਇੱਥੇ ਸ਼ੁਰੂ ਹੋਇਆ ਉਹ ਤੁਸੀਂ ਜ਼ਰੂਰ ਸਾਡੇ ਨਾਲ 1 by 1 ਸਾਡੇ ਨਾਲ ਸਾਰੀ ਜੋ ਹੈਗੀ ਤੁਹਾਡੀ ਦੀ ਜਾਣਕਾਰੀ ਹੈ ਜ਼ਿੰਦਗੀ ਜਿੰਦਾਬਾਦ ਸਫ਼ਰ ਦੀ ਜੀ ਤੇ ਉਹ ਤੁਸੀਂ ਸਾਡੇ ਨਾਲ ਇੱਥੇ ਜੀ ਜ਼ਰੂਰ ਸ਼ੇਅਰ ਕਰੋ ਸਰ। ਹਾਂਜੀ, ਸਭ ਤੋਂ ਪਹਿਲਾਂ ਤਾਂ ਜਦੋਂ ਮੈਂ ਵੈਨਕੂਵਰ ਤੋਂ ਇੱਥੇ ਪਹੁੰਚਿਆ ਤੇ ਜਾਬਾਂ ਉਸ ਟਾਈਮ ਤੇ ਆਮ ਮਿਲਦੀਆਂ ਸੀ ਤੇ ਮੈਂ ਕੁਆਲਿਟੀ ਬੈਡਿੰਗ ਕੰਪਨੀ ਦੇ ਵਿੱਚ 831 ਹੈਨਰੀ ਤੇ ਸੀ ਜੀ। ਉੱਥੇ ਕੰਮ ਸ਼ੁਰੂ ਕੀਤਾ। ਉੱਥੇ ਮਤਲਬ 1-2 ਸਾਲ ਕੰਮ ਕੀਤਾ। ਫਿਰ ਮੈਨੂੰ ਪਤਾ ਲੱਗਾ ਕਿ ਆਪਣੇ ਆਦਮੀ ਬੋਇੰਗ ਦੇ ਵਿੱਚ ਕੰਮ ਕਰਦੇ ਆ। ਫਿਰ ਮੈਂ ਉੱਥੇ ਅਪਲਾਈ ਕੀਤੀ ਤੇ ਖੈਰ ਉੱਥੇ ਮੈਨੂੰ ਉਹਨਾਂ ਨੇ ਪਹਿਲਾਂ ਕੰਮ ਨਾ ਦਿੱਤਾ। ਫਿਰ ਮੈਂ ਕਿਹਾ ਵੀ ਇੱਥੇ ਮੈਂ ਕੰਮ ਕਰਨਾ ਜ਼ਰੂਰ ਹੈ। ਤੇ ਮੈਂ ਫਿਰ ਉਹਨਾਂ ਨੇ ਮੈਨੇਜਰ ਨੂੰ ਚਿੱਠੀ ਲਿਖੀ ਕਿ ਮੈਂ ਕਈ ਵਾਰ ਅਪਲਾਈ ਕੀਤਾ, ਤੁਸੀਂ ਮੈਨੂੰ ਜੌਬ ਨਹੀਂ ਦਿੱਤੀ, ਤੁਸੀਂ ਮੈਨੂੰ ਦੱਸੋ ਮੈਂ ਕਿਹੜਾ ਕੋਰਸ ਕਰਾਂ ਤਾਂ ਕਿ ਮੈਂ ਜੌਬ ਬੋਇੰਗ 'ਚ ਲੈਣਾ ਚਾਹੁੰਦਾ। ਮੈਨੇਜਰ ਨੇ ਕਿਹਾ ਵੀ ਇਹ ਤਾਂ ਇੰਨਾ ਇੰਟਰਸਟਡ ਹੈ। ਉਹਨੇ ਫਿਰ ਆਪਣਾ ਵੀ ਭਾਈ ਸੀਗਾ ਜਿਹੜਾ ਥੱਲੇ ਵਾਲਾ ਮੈਨੇਜਰ ਸੀ, ਉਹਨੂੰ ਕਿਹਾ ਵੀ ਉਹਨੂੰ ਸੱਦੋ। ਖੈਰ ਉਹਨਾਂ ਨੇ ਮੈਨੂੰ ਉੱਥੇ ਜੌਬ ਦਿੱਤੀ। ਉੱਥੇ ਮੈਂ ਮਤਲਬ 2-3 ਸਾਲ ਕੰਮ ਕੀਤਾ, ਮੁੜ ਕੇ ਉੱਥੇ ਲੇ ਆਫ ਹੋ ਗਈ ਜੀ। ਜਦੋਂ ਉੱਥੇ ਲੇ ਆਫ ਹੋ ਗਈ ਤਾਂ ਫਿਰ ਉਸ ਤੋਂ ਬਾਅਦ ਮੈਂ ਜੌਬ ਭਾਲਦਾ ਸੀਗਾ ਤੇ ਮੈਂ ਵਰਸੇਟਾਈਲ 'ਚ ਅਪਲਾਈ ਕੀਤਾ। ਪਰ ਮੈਂ ਦੱਸਣਾ ਚਾਹੂੰਗਾ ਕਿ ਵਰਸੇਟਾਈਲ 'ਚ ਮੈਨੂੰ ਜੌਬ ਕਿਉਂ ਮਿਲੀ, ਕਿਉਂਕਿ ਇੱਕ ਤਾਂ ਖੈਰ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਉੱਥੇ ਜੌਬ ਹੈਗੀ ਤੂੰ ਅਪਲਾਈ ਕਰ। ਪਰ ਮੈਨੂੰ ਜੌਬ ਕਿਉਂ ਮਿਲੀ ਕਿ ਮੈਂ 40 ਘੰਟੇ ਦਾ ਵੈਲਡਿੰਗ ਦਾ ਕੋਰਸ ਕੀਤਾ ਸੀ। ਮੈਂ ਇਹ ਦੱਸਣਾ ਚਾਹੁੰਦਾ ਆਪਣੇ ਨਿਊ ਕਮਰ ਨੂੰ ਕਿ ਕਈ ਛੋਟੇ ਕੋਰਸ ਵੀ ਤੁਹਾਡੀ ਬਹੁਤ ਹੈਲਪ ਕਰ ਜਾਂਦੇ ਆ ਜੀ। ਤੇ ਉਹ ਮੈਂ 40 ਘੰਟੇ ਦਾ ਕੋਰਸ ਕੀਤਾ ਸੀ ਤੇ ਮੈਨੂੰ ਉਹਨਾਂ ਨੇ ਮੇਰਾ ਟੈਸਟ ਲਿਆ ਤੇ ਮੈਨੂੰ ਜੌਬ ਦੇ ਦਿੱਤੀ। ਇਹਦਾ ਮਤਲਬ ਹੈਗਾ ਕਿ ਜੋ ਵੀ ਹੁੰਦਾ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ ਤਾਂ ਕਿ ਉਹ ਤੁਹਾਡੀ ਕਿਤੇ ਨਾ ਕਿਤੇ ਤੁਹਾਡੀ ਮਦਦ ਜ਼ਰੂਰ ਹੁੰਦੀ ਹੈ। ਹਾਂਜੀ ਹਾਂਜੀ। ਉਸ ਤੋਂ ਬਾਅਦ ਖੈਰ ਵਰਸੇਟਾਈਲ ਤੋਂ ਬਾਅਦ ਮੁੜ ਕੇ ਮੈਂ ਇੰਡੀਆ ਉੱਠ ਗਿਆ। ਉਦੋਂ ਮੁੜ ਕੇ ਆ ਕੇ ਫਿਰ ਮੈਨੂੰ ਕੋਈ ਜੌਬ ਨਾ ਮਿਲੀ। ਮੈਂ ਕਿਹਾ ਚਲੋ ਵੀ ਇਉਂ ਕਰਦੇ ਹਾਂ ਪੜ੍ਹਾਈ ਸ਼ੁਰੂ ਕਰਦੇ ਆ। ਉੱਥੋਂ ਦੀ ਆਪਣੀ BSc ਸੀ, ਉਹਨੂੰ ਇੱਥੇ ਗ੍ਰੇਡ 12 ਦੇ ਬਰਾਬਰ ਹੀ ਸਮਝਦੇ ਸੀ। BSc ਨੂੰ ਸਰ? ਹਾਂ, BSc ਨੂੰ ਜੀ। ਤੇ ਮੈਂ ਖੈਰ ਯੂਨੀਵਰਸਿਟੀ ਵਿਨੀਪੈਗ ਦੇ ਵਿੱਚ ਦੁਬਾਰਾ ਦਾਖਲਾ ਲੈ ਲਿਆ ਤੇ ਉੱਥੇ ਮੈਂ ਮੈਥ ਦੇ ਕੁਛ ਕੋਰਸ ਲੈ ਲਏ, ਫਿਜ਼ਿਕਸ ਕੈਮਿਸਟਰੀ ਲੈ ਲਈ। ਪਰ ਇੱਥੋਂ ਦਾ ਸਿਸਟਮ ਹੈ ਨਾ ਇਹ ਆਪਣੇ ਨਾਲ ਥੋੜ੍ਹਾ ਜਿਹਾ ਇਉਂ ਵੱਖਰਾ ਹੈ। ਉੱਥੇ ਜਿਹਨੇ ਸਾਇੰਸ ਲੈ ਲਈ ਉਹ ਆਰਟਸ ਬਿਲਕੁਲ ਨਹੀਂ ਪੜ੍ਹਦਾ। ਹਾਂਜੀ। ਜਿਹਨੇ ਆਰਟਸ ਲੈ ਲਿਆ ਉਹ ਸਾਇੰਸ ਬਿਲਕੁਲ ਨਹੀਂ ਪੜ੍ਹਦਾ। ਇੱਥੇ ਇਹ ਹੈ ਕਿ ਤੁਸੀਂ ਉਦੋਂ ਇਸ ਤਰ੍ਹਾਂ ਹੁਣ ਤਾਂ ਸ਼ਾਇਦ ਕੋਈ ਬਦਲ ਗਿਆ ਹੋਵੇ। ਉਦੋਂ ਇਉਂ ਹੁੰਦਾ ਸੀ ਕਿ ਤੁਸੀਂ ਮੇਜਰ ਜਿਹੜਾ ਕਰਨਾ ਉਹਦੇ 'ਚ 5 ਕੋਰਸ ਲੈਣੇ ਸੀਗੇ 3 ਸਾਲਾਂ ਦੇ ਵਿੱਚ। ਜਿਹੜਾ ਤੁਸੀਂ ਮਾਈਨਰ ਕਰਨਾ ਸੀ 3 ਕੋਰਸ ਲੈਣੇ ਸੀ। 8 ਤੇ ਮਤਲਬ 4 ਤੇ 7 ਤੇ ਬਾਕੀ ਜਿਹੜੇ ਮੇਰੇ ਖਿਆਲ 15 ਕੋਰਸ ਦਾ ਹੁੰਦੀ ਸੀ BSc ਜੀ, ਉਹ ਤੁਸੀਂ ਮੁੜ ਕੇ ਆਪਦੀ ਮਰਜ਼ੀ ਨਾਲ ਲੈਣੇ ਹੁੰਦੇ ਸੀ। ਤੇ ਖੈਰ ਮੈਂ ਉਦੋਂ ਬਾਅਦ ਜਦੋਂ ਮੈਂ ਪਹਿਲਾ ਸਾਲ ਕਰ ਲਿਆ ਯੂਨੀਵਰਸਿਟੀ ਵਿਨੀਪੈਗ ਦੇ ਵਿੱਚ, ਮੈਂ ਸੋਚਿਆ ਵੀ ਇੰਜੀਨੀਅਰਿੰਗ ਚੱਲੀ। ਮੈਂ ਯੂਨੀਵਰਸਿਟੀ ਮੈਨੀਟੋਬਾ ਦੇ ਵਿੱਚ ਦਾਖਲਾ ਲੈ ਲਿਆ। ਉੱਥੇ ਉਹਨਾਂ ਨੇ ਮੈਨੂੰ ਉਹਨਾਂ ਦਾ ਕ੍ਰੈਡਿਟ ਦੇਤਾ ਉਹ ਜਿਹੜੇ ਮੇਰੇ ਕੋਰਸ ਮੈਥ ਦੇ ਕੀਤੇ ਸੀ। ਤੇ ਖੈਰ ਮੈਂ ਉਹ ਪਹਿਲਾ ਸਾਲ ਉੱਥੇ ਕੰਪਲੀਟ ਕਰ ਲਿਆ। ਕੰਪਲੀਟ ਕਰਨ ਤੋਂ ਬਾਅਦ ਸਾਡੇ ਫੈਮਿਲੀ ਦੇ ਕੋਈ ਸਿਸਟਮ ਇਹੋ ਜਿਹਾ ਸਿਚੁਏਸ਼ਨ ਆ ਗਈ ਕਿ ਮੈਨੂੰ ਪੜ੍ਹਾਈ ਉਹ ਤੋਂ ਬਾਅਦ 1 ਸਾਲ ਕੰਪਲੀਟ ਕਰਕੇ ਅਗਲੇ ਸਾਲ ਮੈਥੋਂ ਜਾਇਆ ਨਾ ਗਿਆ ਤੇ ਮੈਂ ਫਿਰ ਕੰਮ ਕਰਨ ਲੱਗ ਗਿਆ।
ਜਦੋਂ ਮੈਂ ਕੰਮ ਕਰਦਾ ਗਿਆ ਮੈਂ ਕਿਹਾ ਵੀ ਇਉਂ ਕਰੀਏ ਕੋਈ ਕੋਰਸ ਇੱਕ ਅੱਧੇ ਸਾਲ ਦਾ ਪਹਿਲਾਂ ਕਰੀਏ ਤਾਂ ਕਿ ਮਤਲਬ ਬਹੁਤੀ ਦਿੱਕਤ ਬਣਾ ਆਵੇ ਤੇ ਫਿਰ ਹੌਲੀ ਹੌਲੀ ਦੇਖੀ ਜੋ ਕੀ ਕਰਾਂਗੇ। ਸਰ ਇੱਥੇ ਮੈਂ ਇੱਕ ਗੱਲ ਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਕਿ ਜਿਸ ਟਾਈਮ ਤੇ ਤੁਸੀਂ ਆਏ ਸੀ ਤੇ ਅੱਜ ਆਏ ਆ 50 ਈਅਰ ਦੇ ਵਿੱਚ 50 ਸਾਲਾਂ ਦੇ ਵਿੱਚ ਇੱਥੇ ਵਿਨੀਪੈਗ ਨੂੰ ਤੁਸੀਂ ਬਹੁਤ ਵੱਧਦੇ ਫੁੱਲਦੇ ਜਾਂ ਆਪਾਂ ਕਹਿ ਲਈਏ ਕਿ ਵੱਡੇ ਹੁੰਦੇ ਤੁਸੀਂ ਵਿਨੀਪੈਗ ਨੂੰ ਦੇਖਿਆ। ਤਾਂ ਜਿਵੇਂ ਅੱਜ ਕੱਲ੍ਹ ਸਰਕਾਰ ਵੱਲੋਂ ਇੱਥੇ ਮੈਨੀਟੋਬਾ ਸਟਾਰ ਪ੍ਰੋਗਰਾਮ ਸਟਾਰਟ ਕੀਤਾ ਗਿਆ ਹੋਇਆ ਜੀ, ਮੈਨੀਟੋਬਾ ਪ੍ਰੋਗਰਾਮ ਕਲਾਸਿਸ ਸਟਾਰਟ ਕੀਤੀਆਂ ਹੋਈਆਂ ਜੋ ਕਿ ਇੱਥੇ ਨਵੇਂ ਜੋ ਵੀ ਇੱਥੇ ਪਰਿਵਾਰ ਇੱਥੇ ਆਪਣੇ ਪਰਿਵਾਰਾਂ ਸਮੇਤ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਵਧੀਆ ਕਲਾਸਾਂ ਗਾਈਡੈਂਸ ਦਿੰਦੇ ਆ ਕਿ ਜੋ ਤੁਹਾਡੀ ਕੁਆਲੀਫਿਕੇਸ਼ਨ ਆ ਉਸ ਦੇ ਅਕੋਰਡਿੰਗ ਤੁਸੀਂ ਫਿਊਚਰ ਲਈ ਤੁਸੀਂ ਆਹ ਕੋਰਸ ਕਰ ਸਕਦੇ ਹੋ, ਆਹ ਕੋਰਸ ਕਰਕੇ ਤੁਸੀਂ ਇਸ ਜੌਬ ਦੇ ਵਿੱਚ ਅਪਲਾਈ ਕਰ ਸਕਦੇ ਹੋ। ਤਾਂ ਇੱਥੇ ਮੈਂ ਇਸ ਗੱਲ ਦਾ ਇੱਥੇ ਜ਼ਿਕਰ ਤਾਂ ਕੀਤਾ ਕਿ ਜਿਸ ਟਾਈਮ ਤੇ ਤੁਸੀਂ ਆਏ ਸੀ ਸਰ ਉਦੋਂ ਇਹ ਕੀ ਮਾਧਿਅਮ ਸੀ ਜਾਂ ਕੀ ਜ਼ਰੀਆ ਸੀ ਕਿ ਕਿਸ ਤਰ੍ਹਾਂ ਤੁਹਾਨੂੰ ਤੁਹਾਨੂੰ ਪਤਾ ਲੱਗਾ ਕਿ ਮੈਨੂੰ ਕੋਰਸ ਕਰਨਾ ਚਾਹੀਦਾ ਤੇ ਮੈਨੂੰ ਆਪਣੀ ਜਿਹੜੀ ਐਵੈਲੂਏਸ਼ਨ ਕਰਾਉਣੀ ਚਾਹੀਦੀ ਹੈ ਸਟੱਡੀ ਦੀ, ਇਹਦੇ ਬਾਰੇ ਸਰ ਤੁਸੀਂ ਥੋੜਾ ਜਿਹਾ ਜ਼ਰੂਰ ਜ਼ਿਕਰ ਕਰੋ ਜੀ। ਨਹੀਂ ਉਦੋਂ ਇੰਨਾ ਜ਼ਿਆਦਾ ਤਾਂ ਹੈ ਨਹੀਂ ਸੀਗਾ ਇਨਫੋਰਮੇਸ਼ਨ। ਇਹ ਜ਼ਰੂਰ ਸੀ ਕਿ ਇੰਗਲਿਸ਼ ਕਲਾਸਾਂ ਜ਼ਰੂਰ ਫ੍ਰੀ ਆਫ ਚਾਰਜ ਸੀਗੀਆਂ ਜੀ, ਤੇ ਉਹ ਤਕਰੀਬਨ ਆਪਣੇ ਆਦਮੀ ਸਾਰੇ ਤਾਂ ਨਹੀਂ ਸੀ ਕੋਸ਼ਿਸ਼ ਕਰਦੇ ਜਾਣ ਦੀ, ਤੇ ਵੈਸੇ ਉਹਨਾਂ ਦਾ ਫਾਇਦਾ ਬਹੁਤ ਸੀ। ਹੁਣ ਵੀ ਮੈਂ ਕਹਿੰਦਾ ਵੀ ਜਿਹੜਾ ਇਹ ਮੈਨੀਟੋਬਾ ਸਟਾਰਟ ਹੈ ਨਾ, ਇਹ ਪ੍ਰੋਗਰਾਮ ਦੇ ਵਿੱਚ ਜਿਹੜਾ ਵੀ ਨਿਊ ਕਮਰ ਆਉਂਦਾ ਉਹਨੂੰ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਇਹਦੇ 'ਚ ਕਿਤਨੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਜਾਂਦਾ ਕਿ ਬਾਕੀ ਇਹ ਮੈਨੀਟੋਬਾ ਸਟਾਰਟ ਦੇ ਵਿੱਚ ਇਹ ਵੀ ਉਹ ਤੁਹਾਨੂੰ ਘੱਟੋ ਘੱਟ ਇੰਟਰਵਿਊ ਕਿਵੇਂ ਦੇਣੀ ਹੈ ਜੀ, ਉਹ ਉੱਥੇ ਉਹ ਦੱਸਦੇ ਆ, ਫਿਰ ਘੱਟੋ ਘੱਟ ਤੁਹਾਨੂੰ ਰੈਫਰ ਵੀ ਕਰਦੇ ਤੁਸੀਂ ਫਲਾਣੀ ਥਾਂ ਜਾ ਕੇ ਅਪਲਾਈ ਕਰੋ। ਇਸ ਤਰ੍ਹਾਂ ਨਾ ਇਹਦਾ ਫਾਇਦਾ ਬਹੁਤ ਹੈ ਤੇ ਇਹ ਮੇਰਾ ਖਿਆਲ ਟਾਈਮ ਦੀ ਵੇਸਟੇਜ ਨਹੀਂ ਸਮਝਣੀ ਚਾਹੀਦੀ, ਇਹ ਟਾਈਮ ਜਿਹੜਾ ਵਰਥ ਹੈ ਸਪੈਂਡ ਕਰਨਾ। ਤੇ ਮੈਂ ਵੈਸੇ ਹਰ ਇੱਕ ਨਿਊ ਕਮਰ ਨੂੰ ਇਹ ਸੁਜੈਸਟ ਕਰਾਂਗਾ ਕਿ ਉਹਨਾਂ ਨੂੰ ਜ਼ਰੂਰ ਉੱਥੇ ਮਤਲਬ ਜਾਣਾ ਚਾਹੀਦਾ ਹੈ ਕਿਉਂਕਿ ਫ੍ਰੀ ਆਫ ਚਾਰਜ ਅਵੇਲੇਬਲ ਹੈ ਜੀ, ਕਿਉਂ ਨਾ ਫਾਇਦਾ ਉਠਾਈਏ। ਬਿਲਕੁਲ ਜੀ, ਇਹ ਮੈਨੀਟੋਬਾ ਗਵਰਨਮੈਂਟ ਦਾ ਇੱਕ ਬਹੁਤ ਹੀ ਵਧੀਆ ਸ਼ਲਾਘਾਯੋਗ ਆਪਾਂ ਕਹਿ ਸਕਦੇ ਹਾਂ ਕਦਮ ਹੈ, ਇਨੀਸ਼ੀਏਟਿਵ ਲਿਆ ਹੋਇਆ ਕਿ ਨਿਊ ਕਮਰ ਆਉਂਦੇ ਉਹਨਾਂ ਨੂੰ ਇੱਕ ਪ੍ਰੋਪਰ ਗਾਈਡੈਂਸ ਮਿਲ ਰਹੀ ਹੈ ਜੀ। ਤਾਂ ਇੱਕ ਬਹੁਤ ਵਧੀਆ ਕਿ ਸਰਾਂ ਸਾਹਿਬ ਵੱਲੋਂ ਸਾਰੇ ਜੋ ਨਵੇਂ ਇੱਥੇ ਪਰਿਵਾਰ ਇੱਥੇ ਵਿਨੀਪੈਗ ਦੇ ਵਿੱਚ ਪਹੁੰਚ ਰਹੇ ਨੇ ਸਾਰਿਆਂ ਨੂੰ ਇੱਕ ਇਹਨਾਂ ਦੀ ਸੁਜੈਸ਼ਨ ਹੈ ਕਿ ਮੈਨੀਟੋਬਾ ਜਿਹੜਾ ਹੈਗਾ ਸਟਾਰਟ ਪ੍ਰੋਗਰਾਮ ਜੋ ਵੀ ਤੁਸੀਂ ਜਿੰਨੇ ਵੀ ਤੁਸੀਂ ਪ੍ਰੋਗਰਾਮ ਅਟੈਂਡ ਕਰ ਸਕਦੇ ਹੋ ਤੁਹਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਤੇ ਸਾਨੂੰ ਹਰ ਇੱਕ ਨੂੰ ਗਾਈਡ ਵੀ ਕਰਨਾ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਦੇ ਲਈ ਤੁਸੀਂ ਆਪਣੀਆਂ ਕਲਾਸਾਂ ਜ਼ਰੂਰ ਅਟੈਂਡ ਕਰੋ ਤੇ ਸਾਨੂੰ ਉੱਥੋਂ ਸਾਡੇ ਜੋ ਆਪਾਂ ਕਹਿ ਸਕਦੇ ਹਾਂ ਕਿ ਉਚੇਰੇ ਭਵਿੱਖ ਦੇ ਲਈ ਸਾਨੂੰ ਬਹੁਤ ਵਧੀਆ ਉੱਥੋਂ ਜਾਣਕਾਰੀ ਸਾਡੀ ਨੌਕਰੀ ਦੇ ਲਈ ਸਾਡੇ ਕੋਰਸ ਲਈ ਸਾਨੂੰ ਜਾਣਕਾਰੀ ਮਿਲਦੀ ਹੈ ਜੀ। ਇੱਕ ਇਹ ਵੀ ਹੈ ਜੀ ਆਪਣੇ ਕਲਚਰ ਤੇ ਇੱਥੋਂ ਦੇ ਕਲਚਰ 'ਚ ਫਰਕ ਹੈ, ਸਾਨੂੰ ਥੋੜਾ ਨਾ ਇੱਥੋਂ ਦੇ ਕਲਚਰ ਦਾ ਪਤਾ ਉੱਥੇ ਜਾ ਕੇ ਲੱਗਦਾ ਜੀ, ਵਰਕਿੰਗ ਕਲਚਰ ਦਾ ਜੋ ਡਿਫਰੈਂਸ ਹਾਂਜੀ ਸਰ ਪਤਾ ਲੱਗਦਾ ਹੈ ਜੀ। ਤੇ ਮੈਂ ਇਹੀ ਕਹਾਂਗਾ ਕਿ ਇਹ ਬਹੁਤ ਜ਼ਰੂਰੀ ਹੈਗਾ ਹੈ ਕਿ ਜਾਣਾ ਚਾਹੀਦਾ ਹਾਂਜੀ। ਤੇ ਇਸ ਤੋਂ ਬਾਅਦ ਮੈਂ ਮੁੜ ਕੇ ਮੈਂ ਸੋਚਿਆ ਵੀ ਚਲੋ ਇੱਕ ਅੱਧੇ ਸਾਲ ਦਾ ਕੋਈ ਕੋਰਸ ਕਰਕੇ ਦੇਖੀਏ ਜੀ। ਤੇ ਰੈਡਰ ਕਾਲਜ ਦੇ ਵਿੱਚ ਸੀਗਾ 4th ਕਲਾਸ ਪਾਵਰ ਇੰਜੀਨੀਅਰਿੰਗ ਦਾ 1 ਸਾਲ ਦਾ ਕੋਰਸ ਜੀ ਸਰ। ਤੇ ਮੈਂ ਉੱਥੇ ਐਡਮਿਸ਼ਨ ਲੈ ਲਈ ਤੇ ਉਹ ਐਡਮਿਸ਼ਨ ਮੈਂ ਹੁਣ ਆਪਦੀ ਮਰਜ਼ੀ ਲਈ ਜੇ ਤਾਂ ਮੈਂ ਥਰੂ ਮੈਨ ਪਾਵਰ ਜਾਂਦਾ ਫਿਰ ਤਾਂ ਮੈਨੂੰ ਪੈਸੇ ਵੀ ਦਿੰਦੇ ਹਾਂਜੀ। ਹੁਣ ਜੋ ਮੈਂ ਆਪਦੀ ਮਰਜ਼ੀ ਨਾਲ ਲੈ ਲਈ ਤੇ ਮੈਨੂੰ ਕੋਲੋਂ ਪੈਸੇ ਖਰਚ ਕਰਨੇ ਪੈਣੇ ਸੀ। ਇੱਕ ਦਿਨ ਅਸੀਂ ਆਪਣੇ 3 ਜਾਣੇ ਆਪਣੇ ਸੀਗੇ, ਇੱਕ ਮੈਂ ਸੀ, ਇੱਕ ਆਪਣੇ ਗੁਪਤਾ ਸੀ, ਇੱਕ ਧੰਦਲ ਸਾਹਿਬ ਸੀ। ਅਸੀਂ 3 ਜਾਣੇ ਕਲਾਸ 'ਚ ਬੈਠੇ ਤੇ ਇੰਸਟਰਕਟਰ ਜਿਹੜਾ ਸੀਗਾ ਉਹਨੂੰ ਆਪਣੇ ਤੇ ਸ਼ੱਕ ਸੀ ਵੀ ਆਪਾਂ ਨਕਲ ਮਾਰਦੇ ਆ ਜੀ। ਤੇ ਕਹਿੰਦਾ ਤੁਸੀਂ ਅੱਡੋ ਅੱਡ ਹੋ ਕੇ ਬੈਠੋ, ਤੁਸੀਂ ਇੱਥੇ ਇਕੱਠੇ ਬੈਠੋ ਤੁਸੀਂ ਨਕਲ ਮਾਰੋਗੇ ਜੀ। ਮੈਂ ਕਿਹਾ ਗੱਲ ਸੁਣ, ਜਿਹੜੇ ਇੰਨੇ ਬਾਕੀ 15-20 ਜਣੇ ਬੈਠੇ ਇਹ ਨਕਲ ਨਹੀਂ ਮਾਰਨਗੇ, ਅਸੀਂ ਨਕਲ ਮਾਰਾਂਗੇ ਜੀ। ਉਹਨੂੰ ਪਤਾ ਲੱਗ ਗਿਆ ਵੀ ਮੈਂ ਉਹਦੇ ਨਾਲ ਗੁੱਸੇ ਹੋਇਆ ਤੇ ਉਹ ਮੁੜ ਕੇ ਕਹਿੰਦਾ ਮਹਿੰਦਰ ਮੈਂ ਤੇਰੇ ਨਾਲ ਗੱਲ ਕਰਨੀ, ਮੈਨੂੰ ਉਹਨੇ ਪਾਸੇ ਸੱਦਿਆ ਜੀ। ਕਹਿੰਦਾ ਤੈਨੂੰ EI ਮਿਲਦੀ ਹੈ? ਮੈਂ ਕਿਹਾ ਨਹੀਂ ਮੈਨੂੰ ਨਹੀਂ ਮਿਲਦੀ। ਉਹ ਮੈਨੂੰ ਮੈਨ ਪਾਵਰ ਦੇ ਲੈ ਗਿਆ ਉੱਥੇ ਰਿਵਰ 'ਚ। ਜਦੋਂ ਮੈਨੂੰ ਮੈਨ ਪਾਵਰ ਦੇ ਲੈ ਗਿਆ, ਮੈਨ ਪਾਵਰ ਵਾਲਿਆਂ ਨੇ ਮੁੜ ਕੇ ਮੈਨੂੰ ਆਪਣੇ ਮੇਨ ਤੇ ਘੱਲਿਆ, ਉੱਥੇ ਸੀ ਇਹਨਾਂ ਦਾ ਆਪਸ। ਜਦੋਂ ਇੱਥੇ ਘੱਲਿਆ ਤੇ ਮੈਂ ਇੱਥੇ ਉਹ ਕਹਿੰਦੇ ਵੀ ਅਸੀਂ ਤੈਨੂੰ ਪੈਸੇ ਨਹੀਂ ਦੇਣੇ, ਤੂੰ ਆਪਦੀ ਆਪ ਕੋਰਸ ਲਿਆ ਹੈ। ਮੈਂ ਕਿਹਾ ਚੱਲ ਫਿਰ ਜੇ ਤੁਸੀਂ ਮੈਨੂੰ ਨਹੀਂ ਪੈਸੇ ਦੇਣੇ ਇਉਂ ਕਰੋ, ਮੈਂ ਹੁਣੀ ਕੋਰਸ ਛੱਡ ਦਿੰਦਾ ਹਾਂਜੀ ਤੇ ਤੁਸੀਂ ਮੇਰੀ ਦੁਬਾਰਾ ਅਨਪਲਾਇਮੈਂਟ ਜਿਹੜੀ ਆ ਉਹ ਹੁਣ ਸ਼ੁਰੂ ਕਰ ਦਿਓਗੇ। ਇਹਦਾ ਮਤਲਬ ਹੁਣ ਤੁਸੀਂ ਮੈਨੂੰ 8-9 ਮਹੀਨਿਆਂ ਦੇ ਪੈਸੇ ਦਿਓਗੇ, ਦੁਬਾਰਾ ਫੇਰ ਮੈਨੂੰ ਦਿਓਗੇ ਤੇ ਤੁਸੀਂ ਹੁਣ ਮੈਨੂੰ ਕਿਉਂ ਨਹੀਂ ਦਿੰਦੇ? ਫਿਰ ਮੈਨੂੰ ਕਹਿੰਦੇ ਚੰਗਾ ਇਉਂ ਕਰ ਤੂੰ ਵੀ ਸਾਨੂੰ ਸੋਚ ਰਹੇ ਹੁੰਦੇ। ਮੈਨੂੰ ਉਹਦੀ ਸੋਚ ਫਿਰ ਉਹਨੇ ਮੈਨੂੰ ਫੋਨ ਕਰਦਾ, ਕਹਿੰਦਾ ਇਸ ਨੂੰ ਉਹ ਆਪਣੇ ਜਿਵੇਂ ਦੂਸਰੇ ਸਟੂਡੈਂਟ ਨੂੰ ਮਿਲਦੇ ਆ ਪੈਸੇ ਤੈਨੂੰ ਵੀ ਦੇਣ ਲੱਗੇ। ਫਿਰ ਮੈਨੂੰ ਉਹ ਪੈਸੇ ਦੇਣ ਲੱਗੇ। ਮਤਲਬ ਕਈ ਵਾਰ ਤੁਹਾਨੂੰ ਥੋੜਾ ਬਹੁਤਾ ਸਟਰਗਲ ਕਰਨੀ ਪੈਂਦੀ ਹੈ ਜੀ ਤੇ ਮਤਲਬ ਸਪੀਕ ਅਪ ਵੀ ਕਰਨਾ ਪੈਂਦਾ। ਉਸ ਤੋਂ ਬਾਅਦ ਮੇਰੇ ਜਾਨੀ ਨੰਬਰ ਤਾਂ ਪ੍ਰਕਾਸ਼ 'ਚੋਂ ਜ਼ਿਆਦਾ ਹੀ ਸੀਗੇ ਹਾਂਜੀ, ਕਿਉਂਕਿ ਪੜ੍ਹਨ ਤਾਂ ਆਪਾਂ ਚੰਗੇ ਹੁੰਦੇ, ਹੱਥੀਂ ਕੰਮ ਘੱਟ ਕਰਨਾ ਹੁੰਦਾ ਤੇ ਮੈਨੂੰ ਜੀ ਉਹਨਾਂ ਨੇ ਮੈਨੂੰ ਇੱਥੇ ਕਿਤੇ ਜਾਬ ਨਾ ਮਿਲੀ ਜੀ। ਤੇ ਮੈਂ ਮੁੜ ਕੇ ਆਪਣੇ ਢੁੱਡੀਕਾਂ ਤੋਂ ਸੁਖਦੇਵ ਸਿੰਘ ਗਿੱਲ ਸੀ, ਉੱਥੇ ਥਾਮਸਨ
ਕੰਮ ਕਰਦੇ ਸੀ, ਉਹਨੇ ਕਿਹਾ ਮੈਂ ਕੰਮ ਛੱਡਣਾ, ਤੂੰ ਉੱਥੇ ਮਹਿੰਦਰ ਅਪਲਾਈ ਕਰ। ਮੈਂ ਜਦੋਂ ਉੱਥੇ ਅਪਲਾਈ ਕਰਦਾ ਉਹਨਾਂ ਮੈਨੂੰ ਜੌਬ ਆਫਰ ਕਰਤੀ। ਜੋ ਜੌਬ ਆਫਰ ਕਰਤੀ, ਹਾਂਜੀ, ਤੇ ਮੈਂ ਹੁਣ ਇੱਥੋਂ ਸਮਾਨ ਵੀ ਮੂਵ ਕਰਨਾ ਸੀ ਉੱਥੇ ਜੀ, ਤੇ ਬਾਲ ਬੱਚੇ ਨੂੰ ਨਾਲ ਉੱਥੇ ਜਾਣਾ ਸੀ। ਤੇ ਮੈਂ ਪਾਪਾ ਨੂੰ ਕਿਹਾ, ਮੈਂ ਕਿਹਾ ਵੀ ਮੈਨੂੰ ਜੌਬ ਉੱਥੇ ਮਿਲਦੀ ਹੈ, ਪਰ ਤੁਸੀਂ ਇਉਂ ਕਰੋ ਵੀ ਮੈਨੂੰ ਮੂਵ ਕਰਨ ਦੇ ਪੈਸੇ ਦਿਓ। ਉਹ ਕਹਿੰਦੇ ਤੂੰ ਜੌਬ ਆਪਦੀ ਆ ਭਾਲੀ ਹੈ, ਅਸੀਂ ਤਾਂ ਨਹੀਂ ਤੈਨੂੰ ਪੈਸੇ ਦਿੰਦੇ। ਹਾਂਜੀ, ਮੈਂ ਕਿਹਾ ਵੀ ਚੰਗਾ, ਜੇ ਮੈਂ ਫਿਰ ਮੈਂ ਉੱਥੇ ਨਹੀਂ ਜਾਂਦਾ, ਜੇ ਮੈਂ ਨਾ ਗਿਆ ਤੁਸੀਂ ਅਨਪਲਾਇਮੈਂਟ ਦਿਓ, ਮੈਨੂੰ ਉਦੋਂ ਤੁਹਾਡਾ ਖਰਚ ਜ਼ਿਆਦਾ ਆਊਗਾ, ਤੇ ਤੁਹਾਨੂੰ ਇਹ ਨਹੀਂ ਫਾਇਦਾ ਕਿ ਤੁਸੀਂ ਮੈਨੂੰ ਮੂਵ ਕਰਨ ਦੇ ਪੈਸੇ ਦੇ ਦਿਓ ਜੀ। ਫਿਰ ਖੈਰ ਉਹਨਾਂ ਨੇ ਮੈਨੂੰ ਮੂਵ ਕਰਨ ਦੇ ਪੈਸੇ ਦੇ ਦਿੱਤੇ। ਫਿਰ ਮੈਂ ਉੱਥੇ ਥਾਮਸਨ ਸਾਲ ਕਲਾਇਆ, ਉਸ ਤੋਂ ਬਾਅਦ ਮੈਂ 3rd ਕਲਾਸ ਦਾ ਕਰ ਲਿਆ। ਉਸ ਟਾਈਮ ਤੇ ਇੱਕ ਜੌਬ ਨਿਕਲੀ ਸੀ ਦੀਪਾ ਜੀ, 4th ਕਲਾਸ ਪਾਵਰ ਇੰਜੀਨੀਅਰ ਦੀ, ਜਾਨੀ 3rd ਕਲਾਸ ਉਦੋਂ ਹਾਇਰ ਹੈ ਨਾ। ਓਕੇ ਜੀ। ਤੇ ਉਹਨਾਂ ਨੇ ਮੈਨੂੰ ਜੌਬ ਨਾ ਦਿੱਤੀ, ਬੁਲਾ ਇਹ ਮਾਰ ਲਿਆ ਕਿ ਉਹਨਾਂ ਨੇ ਮੈਥੋਂ ਕੁਐਸਚਨ ਪੁੱਛੇ, ਤੇਰੀ ਵਾਈਫ ਉੱਥੇ ਕੀ ਕਰੂਗੀ ਜੀ। ਤੇ ਮੈਂ ਕਿਹਾ ਵੀ ਚਲ ਕੋਈ ਨਾ ਕੋਈ ਜੌਬ ਦਾ ਭਾਲ ਲੂਗੀ, ਨਾ ਮਿਲੂ ਤਾਂ ਵੀ ਕੋਈ ਗੱਲ ਨਹੀਂ। ਹਾਂਜੀ, ਪਰ ਉਹ ਕਹਿੰਦੇ ਤੈਨੂੰ ਅਸੀਂ ਜੌਬ, ਜੋ ਮੈਂ ਬਾਅਦ ਚ ਆਬਜੈਕਸ਼ਨ ਕੀਤਾ, ਤੁਸੀਂ ਜੌਬ ਕਿਉਂ ਨਹੀਂ ਦਿੱਤੀ? ਕਹਿੰਦੇ ਇਸ ਵਾਸਤੇ ਨਹੀਂ ਸੀ ਦਿੱਤੀ। ਤੇ ਮੈਂ ਕਿਹਾ ਨਹੀਂ ਵੀ ਤੁਸੀਂ ਮੇਰੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ। ਮੈਂ ਹਿਊਮਨ ਰਾਈਟਸ ਤੇ ਲੈ ਗਿਆ। ਓਕੇ ਜੀ। ਜੋ ਹਿਊਮਨ ਰਾਈਟਸ ਤੇ ਮੈਂ ਉਹਨਾਂ ਨੂੰ ਲੈ ਗਿਆ, ਤੇ ਮੁੜ ਕੇ ਮੈਂ ਇੱਕ ਦਿਨ ਆਪਦੇ ਇੰਸਟ੍ਰਕਟਰ ਨੂੰ ਲਿਆ, ਰੇਡਰ ਵਾਲੇ ਨੂੰ, ਕਹਿੰਦਾ ਮਹਿੰਦਰ ਤੇਰੇ ਕੋਲ ਜੌਬ ਨਹੀਂ? ਮੈਂ ਕਿਹਾ ਨਹੀਂ। ਕਹਿੰਦਾ ਤੂੰ ਗਵਰਨਮੈਂਟ ਨੇ ਅਪਲਾਈ ਕੀਤਾ? ਮੈਂ ਗਵਰਨਮੈਂਟ ਵਾਲੇ ਮੈਨੂੰ ਜੌਬ ਹੀ ਨਹੀਂ ਦਿੰਦੇ। ਕਹਿੰਦਾ ਮੈਨੂੰ ਫੋਨ ਕਰਨ ਦੇ। ਉਹਨੇ ਫੋਨ ਕੀਤਾ ਮੈਨੇਜਰ ਨੂੰ, ਕਹਿੰਦਾ ਵੀ ਤੁਸੀਂ ਇਹਨੂੰ, ਸਾਡਾ ਟਾਪ ਦਾ ਸਟੂਡੈਂਟ ਸੀ, ਤੁਸੀਂ ਇਹਨੂੰ ਜੌਬ ਕਿਉਂ ਨਹੀਂ ਦਿੱਤੀ? ਹਾਂਜੀ। ਉਹ ਕਹਿੰਦਾ ਵੀ ਪਹਿਲਾਂ ਬਾਹਰ ਕਰ ਲਵੇ। ਤੇ ਉਹ ਮੈਨੂੰ ਕਹਿੰਦਾ ਵੀ ਤੂੰ ਮਹਿੰਦਰ ਬਾਹਰ ਪਹਿਲਾਂ ਕਹਿੰਦਾ ਕਰ ਲੈ ਫੇਰ ਆ ਜੀ। ਮੈਂ ਕਿਹਾ ਉਹਨੂੰ ਕਿਹਾ ਮੈਨੂੰ ਪਹਿਲਾਂ ਬਾਹਰ ਦਵਾ ਦਿਓ ਹੈ ਜੀ, ਜੇ ਬਾਹਰ ਜਾ ਮਿਲਦੀ ਮੈਂ ਬਾਹਰ ਕਰਾਂ ਨਾ। ਤੇ ਉਹ ਮੁੜ ਕੇ ਉਹਨਾਂ ਨੇ ਉਹਨੂੰ ਦੱਸਤਾ ਵੀ ਇਹਦਾ ਸਾਡੇ ਤੇ ਕੇਸ ਕੀਤਾ ਵਾ। ਓਕੇ ਜੀ। ਫਿਰ ਉਹ ਕਹਿੰਦੇ ਵੀ ਚੰਗਾ ਇਉਂ ਕਰ, ਤੂੰ ਮੈਨੂੰ ਇੰਸਟ੍ਰਕਟ ਕਹਿੰਦਾ ਮਹਿੰਦਰ ਆਪਾਂ ਲੜਨਾ ਥੋੜ੍ਹਾ ਹੈ, ਤੂੰ ਉਹਨਾਂ ਨੂੰ ਕਹੋ ਤੁਸੀਂ ਮੈਨੂੰ ਜੌਬ ਦਿਓ, ਤੇ ਮੈਂ ਕੇਸ ਮੈਂ ਲੜਨ ਵਾਸਤੇ ਥੋੜ੍ਹਾ ਆਇਆ ਜੀ। ਮੈਂ ਉਹਨੂੰ ਫੋਨ ਕੀਤਾ ਮੈਨੇਜਰ ਨੂੰ, ਮੈਂ ਕਿਹਾ ਇਸ ਤਰ੍ਹਾਂ ਮੈਂ ਅਪਲਾਈ ਕੀਤਾ ਹੈਗਾ, ਤੇ ਤੁਸੀਂ ਕਦੋਂ ਇੰਟਰਵਿਊ ਦੱਸਿਆ? ਉਹ ਕਹਿੰਦਾ ਵੀ ਨਹੀਂ, ਤੇਰੇ ਇੰਸਟ੍ਰਕਟਰ ਦਾ ਹੀ ਫੋਨ ਆਇਆ ਸੀ, ਤੈਨੂੰ ਅਸੀਂ ਇੰਟਰਵਿਊ ਤੇ ਛੇਤੀ ਸੱਦਾਂਗੇ। ਓਕੇ ਜੀ। ਉਹਨਾਂ ਨੇ ਮੈਨੂੰ ਸੱਦਤਾ ਲਿਆ ਇੰਟਰਵਿਊ ਤੇ, ਮੈਨੂੰ ਜੌਬ ਵੀ ਟਰਮ ਪੋਜੀਸ਼ਨ ਦੇਤੀ। ਪਰ ਉਹਨਾਂ ਨੇ ਮੈਨੂੰ ਉਹ ਜਿਹੇ ਮੈਨੇਜਰ ਥੱਲੇ ਲਾਇਆ ਜਿਹੜਾ ਗਾਲਾਂ ਕੱਢਦਾ ਸੀ ਜੀ। ਤੇ ਉਹ ਜਦੋਂ ਮੈਂ ਪਹਿਲੇ ਉਹਦਾ ਆਪਰੇਸ਼ਨ ਹੋਇਆ ਸੀ, ਉਹ ਮੈਂ ਤਾਂ ਉੱਥੇ ਜਾਣ ਲੱਗ ਗਿਆ ਕੰਮ ਤੇ ਉਹ ਮੈਨੇਜਰ ਹਲੇ ਜਿੱਦਾਂ ਆਇਆ ਪਹਿਲੇ ਦਿਨ ਮੈਨੂੰ ਆ ਕੇ ਗਾਲ ਜੀ ਕੱਢ ਕੇ, ਹੂ ਦੀ ਹਲ ਯੂ ਆਰ? ਮੈਂ ਕਿਹਾ ਆਈ ਐਮ ਨਿਊ ਇੰਜੀਨੀਅਰ। ਯੂ ਹੈਵ ਸ਼ਬਦ ਵਰਗੇ, ਯੂ ਹੈਵ 5th ਕਲਾਸ? ਮੈਂ ਕਿਹਾ ਯੈਸ ਆਈ ਹੈਵ। ਪਰ ਮੇਰਾ ਲਾਇਸੈਂਸ ਉੱਤੇ ਲਾਇਆ ਹੋਇਆ ਸੀ ਕੰਧ ਤੇ ਉਹ ਥੱਲੇ ਡਾਊਨ ਸਟੇਅਰ ਬੋਇਲਰ ਰੂਮ 'ਚ। ਉਹਨੇ ਜੋ ਦੇਖਿਆ ਕਹਿੰਦਾ ਹੋ ਯੂ ਹੈਵ 3rd ਕਲਾਸ? ਮੈਂ ਕਿਹਾ ਯੈਸ ਆਈ ਹੈਵ 3rd ਕਲਾਸ ਬਟ ਯੂ ਆਰ ਐਕਸਪੀਰੀਅੰਸ ਪਰਸਨ, ਆਈ ਐਮ ਗੋਇੰਗ ਟੂ ਲਰਨ ਫਰਮ ਯੂ। ਮੈਂ ਕਿਹਾ ਮੈਂ ਤੁਹਾਤੋਂ ਸਿੱਖਣਾ ਜੀ। ਉਹ ਕਹਿੰਦਾ ਓਕੇ। ਉਹਦਾ ਵੇਖੇ ਜੇ ਦੂਜੇ 2 ਇੰਜੀਨੀਅਰ ਹੈ ਨਾ, ਇਹ ਮੈਨੂੰ ਕਹਿੰਦੇ ਮੈਂ ਤੂੰ ਸਮਾਨ ਚੋਰੀ ਕਰਦਾ ਜੀ। ਤੇ ਮੈਂ ਇਹਨਾਂ ਨੂੰ ਬਿਲਕੁਲ ਇੱਕ ਨਹੀਂ ਕਰਦਾ, ਤੇ ਤੂੰ ਇਉਂ ਹੈ ਵੀ ਜਾਂ ਯੂ ਸਕ੍ਰੈਚ ਮਾਈ ਬੈਕ, ਆਈ ਵਿਲ ਸਕ੍ਰੈਚ ਯੂਅਰ ਬੈਕ ਹੈ ਜੀ। ਮੈਂ ਕਿਹਾ ਐਲ ਮੈਨੂੰ ਇਹਦਾ ਕੋਈ ਬਹੁਤਾ ਫਰਕ ਨਹੀਂਗਾ, ਤੂੰ ਸਮਾਨ ਚੋਰੀ ਕਰ, ਤੇਰੀ ਬਿਲਡਿੰਗ ਕੁਛ ਮੇਰੇ ਸਿਰ ਕੁਛ ਨਾ ਲੱਗੇ। ਤੇ ਉਹਨੇ ਜਾਂ ਮੈਂ ਸੁਬਾਹ ਕਾਫੀ ਉਹਨਾਂ ਨਾਲ ਇੰਜੀਨੀਅਰ ਨਾਲ ਪਿਆ ਕਰਨੀ, ਸ਼ਾਮ ਨੂੰ ਮੈਂ ਉਹਦੇ ਨਾਲ ਆਇਆ ਹੁੰਦਾ ਬਹਿ ਕੇ ਪਿਆ ਕਰਨੀ। ਇਸ ਤਰ੍ਹਾਂ ਕਰਕੇ ਜਦੋਂ ਮੇਰੇ 2 ਮਹੀਨੇ ਹੋ ਜਾ ਕਰਨੇ, ਹਾਂਜੀ, ਜਦੋਂ ਮੇਰੇ 2 ਮਹੀਨੇ ਹੋ ਜਾ ਕਰਨਾ, ਉਹਨੇ ਟਰਮ ਪੋਜੀਸ਼ਨ ਓਵਰ ਹੋ ਜਾਣੀ ਕਰਨੀ, ਤੇ ਉਹਨਾਂ ਨੇ ਮੈਨੂੰ ਹਲੇ ਚਿੱਠੀ ਨਾ ਘੱਲਣੀ, ਤੇ ਉਹਨੇ ਉਹਨਾਂ ਨੂੰ ਗਾਲਾਂ ਕੱਢਣੀਆਂ ਮੈਨੇਜਮੈਂਟ, ਤੁਸੀਂ ਇਹਨੂੰ ਤੰਗ ਕਰਦੇ ਆ, ਤੁਸੀਂ ਕਿਉਂ ਨਹੀਂ ਇਹਨੂੰ ਚਿੱਠੀ ਘੱਲਦੇ? ਉਹਨਾਂ ਨੇ ਮੈਨੂੰ ਤਕਰੀਬਨ ਸਾਲ ਆਏ ਕਰਦੇ। ਮੇਰੇ ਸਾਲ ਬਾਅਦ ਉਹਨੇ ਮੈਨੂੰ ਕਹਿ ਕਰਦਾ ਆਹ ਅਪਰੇਜ਼ਲ ਪਈ ਹੈ, ਜਿਹੜਾ ਕੋਈ ਮਰਜ਼ੀ ਲਿਖ ਲੈ। ਮੈਂ ਕਹਿੰਦੀ ਯਾਰ ਤੂੰ ਲਿਖ ਦੇ। ਮੈਂ ਉਹਨੇ ਲਿਖਤਾ ਐਕਸੀਲੈਂਟ ਮੈਂ ਕਿਹਾ ਹਲੇ ਤਾਂ ਥੋੜਾ ਜ਼ਿਆਦਾ ਲੱਗਦਾ, ਤੂੰ ਥੋੜਾ ਵਿੱਚੋਂ ਘੱਟ ਕਰ ਦੇ। ਫਿਰ ਉਹਨੇ ਕਰਕੇ ਵਿੱਚੋਂ ਕਿਤੇ ਐਕਸੀਲੈਂਟ ਲਿਖਤਾ, ਕਿਤੇ ਗੁੱਡ ਲਿਖਤਾ, ਇਸ ਤਰ੍ਹਾਂ ਕਰਕੇ ਤੇ ਬਣਾ ਤੇ। ਖੈਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਅਖੀਰ ਨੂੰ ਮੈਨੂੰ ਗੌਰਮੈਂਟ ਦੇ ਵਿੱਚ ਮੈਨੂੰ ਪੱਕਾ ਕਰਤਾ। ਫਿਰ ਪੱਕਾ ਕਰਨ ਤੋਂ ਬਾਅਦ ਮੈਂ ਜਾ ਵੜਿਆ ਆਪਣੇ ਫੋਰਟ ਆਸਬਰਨ ਕੰਪਲੈਕਸ, ਜਿੱਥੇ ਯੂਥ ਸੈਂਟਰ ਹੈ ਨਾ ਜੀ, ਉਹਨਾਂ ਦੀ ਜੇਲ੍ਹ ਹੈਗੀ ਆਪਣੇ ਯੂਥ ਵਾਸਤੇ। ਉੱਥੇ ਵਿਚਾਲੇ ਇੱਕ ਪਾਵਰ ਹਾਊਸ ਹੁੰਦੇ, ਤੇ ਪਾਸੇ ਕੋਰਟ ਕਚਹਿਰੀ ਵੀ ਹੁੰਦੀ ਸੀ, ਤੇ ਪਾਸੇ ਗੌਰਮੈਂਟ ਦੇ ਆਫਿਸ ਹੁੰਦੇ ਸੀ। ਉੱਥੇ ਬੋਇਲਰ ਰੂਮ ਸੀਗਾ। ਤੇ ਮੁੜ ਕੇ ਮੈਨੂੰ ਉਹਨਾਂ ਨੇ ਉੱਥੇ ਜਦੋਂ ਲਾ ਦਿੱਤਾ, ਤੇ ਉਸ ਤੋਂ ਬਾਅਦ ਉੱਥੇ ਇੱਕ ਪ੍ਰੋਬਲਮ ਆਈ ਜੀ। ਉੱਥੇ ਆਪਣੇ ਨਿਸ਼ਾਨ ਸਿੰਘ ਵੜੈਚ ਵੀ ਕੰਮ ਕਰਦੇ ਸੀ, ਸ਼ਿਫਟ ਇੰਜੀਨੀਅਰ ਦੇ ਤੌਰ ਤੇ ਮੈਂ ਵੀ ਕੰਮ ਕਰਦਾ ਸੀ ਜੀ। ਤੇ ਇਹਨਾਂ ਨੇ ਨਵਾਂ ਲਾਅ ਪਾਸ ਕੀਤਾ ਕਿ ਹਰ ਇੱਕ ਆਦਮੀ ਨੂੰ, ਇੰਜੀਨੀਅਰ ਨੂੰ, ਪਾਵਰ ਹਾਊਸ ਦੇ ਵਿੱਚ ਹਾਰਡ ਹੈਟ ਲੈਣਾ ਪਊਗਾ ਜੀ।
ਹੁਣ ਨਿਸ਼ਾਨ ਹੋਣਾ ਦੇ ਪੱਗ ਬੰਨੀ ਸੀ ਜੀ ਤੇ ਇਹਨਾਂ ਵਾਸਤੇ ਔਖਾ ਕੰਮ ਸੀਗਾ, ਹਾਂਜੀ। ਧਾਰਮਿਕ ਤੌਰ ਤੇ ਵੀ। ਹਾਂਜੀ ਤੇ ਮੈਨੂੰ ਮੈਨੇਜਰ ਨੇ ਸੱਦ ਕੇ ਕਿਹਾ, ਉਹ ਸ਼ਾਇਦ ਮੇਰੀ ਸਿੰਪਥੀ ਲੈਣਾ ਚਾਹੁੰਦਾ ਵੀ, ਕੋਈ ਮੈਂ ਨਹੀਂ ਪੱਗ ਬੰਨਦਾ ਸੀ ਕਰਕੇ। ਜੀ ਮੈਨੂੰ ਕਹਿੰਦਾ, ਮਹਿੰਦਰ ਨਿਸ਼ਾਨ ਪੱਗ ਨਹੀਂ ਬਣਦਾ, ਹਾਰਡ ਹੈਡ ਲੈਣ ਤੋਂ ਰਜਿਸਟ ਕਰਦਾ ਹੈਗਾ ਜੀ। ਤੇ ਉਹਨੂੰ ਲੈਣਾ ਚਾਹੀਦਾ। ਮੈਂ ਕਿਹਾ ਵੀ ਨਹੀਂ, ਉਹਦਾ ਧਰਮ ਕਹਿੰਦਾ ਵੀ ਉਹਨੂੰ ਨਹੀਂ ਲੈਣਾ ਚਾਹੀਦਾ, ਉਹਨੂੰ ਪੱਗ ਨਹੀਂ ਲਾਉਣੀ ਚਾਹੀਦੀ। ਤੇ ਕਹਿੰਦਾ ਫਿਰ ਤਾਂ ਸਾਰੇ ਦੂਸਰੇ ਕਹਿਣਗੇ ਅਸੀਂ ਵੀ ਲੈਂਦੇ। ਮੈਂ ਕਹਿੰਦਾ ਸਾਰਿਆਂ ਨੂੰ ਕਹਿੰਦਾ ਤੁਸੀਂ ਪੱਗਾਂ ਬੰਨ ਕੇ ਆਉਣ ਲੱਗ ਜਾਓ ਤੇ ਤੁਸੀਂ ਵੀ ਨਾਲ ਲਿਓ ਜੇ ਮੈਂ ਕੀ ਬਾਤ ਹੈ ਜੀ। ਤੇ ਫਿਰ ਮੁੜ ਕੇ ਮੈਂ ਗੱਲ ਕੀਤੀ ਕੋਆਰਡੀਨੇਟਰ ਆਫ ਇਕੁਅਲ ਅਪਰਚੂਨਿਟੀ ਨਾਲ, ਉਹਦੇ ਨਾਲ ਮੇਰੀ ਲਿਹਾਜ਼ ਸੀਗੀ ਜੀ। ਉਹਦੇ ਨਾਲ ਲਿਹਾਜ਼ ਵੀ ਮੈਂ ਦੱਸੋ ਕਿਉਂ ਪਈ ਸੀ ਹਨਾ। ਤੇ ਉਹਦੇ ਨਾਲ ਜਦੋਂ ਉਹਨੂੰ ਮੈਂ ਕਿਹਾ ਡਾਇਰੈਕਟ ਵੀ ਇਹ ਇਸ ਤਰ੍ਹਾਂ ਸਾਡੇ ਆਦਮੀ ਨੂੰ ਤੰਗ ਕਰਦੇ ਹੈਗੇ ਆ ਤੇ ਧਾਰਮਿਕ ਤੌਰ ਤੇ ਉਹਨੇ ਨਹੀਂ ਇਹ ਪੱਗ ਬੰਨੀ ਟੋਪ ਲੈਣਾ। ਉਹ ਕਹਿੰਦਾ ਚੰਗਾ ਉਹਨੂੰ ਮੇਰੇ ਕੋਲ ਘੱਲ ਦੇ ਜੀ। ਫਿਰ ਨਿਸ਼ਾਨ ਹੋਣੀ ਉਹਨਾਂ ਕੋਲ ਗਏ, ਫਿਰ ਉਹਨੇ ਅਪਰੂਵ ਕਰਾਇਆ ਕਿ ਇਹਦੇ ਬੇਸ ਤੇ ਧਰਮ ਦੇ ਬੇਸ ਤੇ ਤੁਸੀਂ ਵੀ ਜੇ ਪੱਗ ਵਾਲਾ ਆਦਮੀ ਉਹਨੂੰ ਟੋਪ ਲੈਣ ਦੀ ਲੋੜ ਨਹੀਂ ਜੀ। ਤੇ ਉਹ ਇਸ ਤਰ੍ਹਾਂ ਉਹਨਾਂ ਨਾਲ ਮਤਲਬ ਥੋੜੀ ਜਿਹੀ ਸਟਰਗਲ ਹੋਈ। ਤੇ ਦੂਸਰਾ ਇਸ ਤੋਂ ਬਾਅਦ ਸਾਰੇ ਇੱਕ ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਆਪਾਂ ਜੋ ਆਪਣੇ ਇੱਥੋਂ ਦੇ ਸਿਸਟਮ ਦਾ ਤੇ ਆਪਣੇ ਜੋ ਜਿਹੜੇ ਮੁਲਕਾਂ ਦੇ ਵਿੱਚੋਂ ਆਪਾਂ ਇੱਥੇ ਆਏ ਮਤਲਬ ਵਰਕਿੰਗ ਜੋ ਕਲਚਰ ਆ ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਸਿਸਟਮ ਦਾ ਬਹੁਤ ਜ਼ਿਆਦਾ ਡਿਫਰੈਂਸ ਹੈ ਜੀ। ਤੇ ਉਹਦੇ ਬਾਰੇ ਸਰ ਆਪਾਂ ਥੋੜਾ ਜਿਹਾ ਵਿਸਥਾਰ ਪੂਰਵਕ ਦੱਸੀਏ। ਜਿਵੇਂ ਕਿ ਆਪਾਂ ਗੱਲਾਂ ਕਰ ਰਹੇ ਸੀ ਕਿ ਉਹ ਜਿਹੜੇ ਆਪਣੇ ਉੱਥੋਂ ਕਮਿਊਨਿਟੀ ਤੋਂ ਜੋ ਵੀ ਇੱਥੇ ਕੰਮ ਕਰ ਰਹੇ ਨੇ ਕਈ ਵਾਰੀ ਉੱਥੇ ਉੱਚੇ ਰੈਂਕ ਤੇ ਹੁੰਦੇ, ਉੱਚੀਆਂ ਪਦਵੀਆਂ ਤੇ ਹੁੰਦੇ ਆ, ਤਾਂ ਇੱਥੇ ਆ ਕੇ ਜਦੋਂ ਹਰ ਕਿਸੇ ਨੂੰ ਵੀ ਹੈ ਕਿ ਆਪਣੀ ਲਾਈਫ ਜ਼ੀਰੋ ਤੋਂ ਸਰ ਇੱਕ ਵਾਰੀ ਸਟਾਰਟ ਕਰਨੀ ਪੈਂਦੀ ਹੈ ਜੀ, ਸਟੈਪ ਬਾਏ ਸਟੈਪ ਸਾਨੂੰ ਚੱਲਣਾ ਪੈਂਦਾ ਜੀ। ਤੇ ਇਸ ਤਰ੍ਹਾਂ ਜਿਹੜਾ ਤੁਸੀਂ ਉਹ ਕਿੱਸਾ ਸੀਗਾ ਸਰ ਉਹ ਜ਼ਰੂਰ ਇੱਥੇ ਤੁਸੀਂ ਸ਼ੇਅਰ ਕਰੋ ਜੀ। ਉਹ ਇਸ ਤਰ੍ਹਾਂ ਹੈ ਕਿ ਮੈਂ ਫਿਰ ਹੌਲੀ ਹੌਲੀ ਆਪਣਾ ਸੈਕੰਡ ਕਲਾਸ ਦਾ ਲਾਇਸੈਂਸ ਲੈ ਲਿਆ। ਉਸ ਤੋਂ ਬਾਅਦ ਮੈਂ ਫਸਟ ਕਲਾਸ ਦਾ ਲੈ ਲਿਆ। ਜਦੋਂ ਫਸਟ ਕਲਾਸ ਦਾ ਲੈ ਲਿਆ ਫਿਰ ਮੈਨੂੰ ਉਹਦੇ ਵਾਸਤੇ ਵੀ ਮੈਨੂੰ ਮਤਲਬ ਹਿਊਮਨ ਰਾਈਟਸ ਦੇ ਕੇਸ ਲਿਜੂ ਕੇ ਫਿਰ ਜਾ ਕੇ ਮੈਂ ਫਸਟ ਕਲਾਸ ਇੰਜੀਨੀਅਰ ਦੀ ਮੈਨੂੰ ਜਾ ਮਿਲੀ। ਤੇ ਖੈਰ ਉਹ ਮੈਂ ਫਿਰ ਦੱਸਦਾ ਵੀ ਉਹ ਕਿਵੇਂ ਹੋਇਆ। ਤੇ ਉੱਥੇ ਇੱਕ ਵਾਰ ਮੈਂ ਕੰਮ ਕਰਦਾ ਸੀ ਤੇ ਉੱਥੇ ਨਾ ਟਾਈਮ ਪਾਉਣ ਵਾਸਤੇ ਆਪਣੇ ਆਉਂਦੇ ਸੀ, ਜੇ ਤੁਸੀਂ ਟਾਈਮ ਪਾਉਣੇ ਨਾ ਇੰਨੇ ਘੰਟੇ ਪਾਉਂਦੇ ਆ ਫਿਰ ਤੁਸੀਂ ਲਾਇਸੈਂਸ ਅਗਲੇ ਵਾਰ ਲਿਖ ਸਕਦੇ ਹੋ। ਓਕੇ ਜੀ। ਤੇ ਉੱਥੇ ਖੈਰ ਇੱਕ ਵਾਰ ਰੈਡੀਨਲ ਕਾਲਜ ਦੇ ਵਿੱਚ ਸਟੂਡੈਂਟ ਸੀਗੇ, ਜੋ ਸਟੂਡੈਂਟ ਆਪਣਾ ਉਹਨਾਂ ਸਰਟੀਫਿਕੇਟ ਲੈਣਾ ਹੁੰਦਾ ਪਹਿਲਾਂ ਉਹਨਾਂ ਨੂੰ ਪ੍ਰੈਕਟੀਕਮ ਪਾਉਣਾ ਪੈਂਦਾ 2 ਵੀਕ ਜੀ। ਉਹ ਵੱਖੋ ਵੱਖਰੇ ਪਲਾਂਟਾਂ 'ਚ ਘੱਲ ਦਿੰਦੇ ਆ। ਠੀਕ ਹੈ ਜੀ। ਉਹਨਾਂ ਨੇ ਸਟੂਡੈਂਟ ਵੱਖੋ ਵੱਖਰੇ ਪਲਾਂਟਾਂ ਕਰਦੇ, ਇੱਕ ਮੁੰਡਾ ਫਿਲੀਪੀਨੋ ਮੁੰਡਾ ਸੀਗਾ, ਉਹਨੂੰ ਉਹਨਾਂ ਨੇ ਘੱਲਿਆ ਕਿਸੇ ਪਲਾਂਟ 'ਚ। ਤੇ ਉਹਨੂੰ ਪਲਾਂਟ ਵਾਲੇ ਕਹਿੰਦੇ ਕਿਤੇ ਸੁਪਰਵਾਈਜ਼ਰ ਨੇ ਕਿਹਾ ਹੋਣਾ ਵੀ ਉਹ ਪਿੱਛੇ ਥੋੜਾ ਜਿਹਾ ਮਤਲਬ ਖਿਲਰਿਆ ਪਿਆ ਕੋਈ ਸਮਾਨ ਜਿਹਾ ਤੇ ਇਹਨੂੰ ਤੂੰ ਸਾਫ਼ ਕਰਕੇ ਬਰੂਮ ਦੇ ਨਾਲ ਚੱਕ ਕੇ ਬਿਨ ਦੇ ਵਿੱਚ ਪਾ ਦੇ। ਉਹ ਕਹਿੰਦਾ ਆਈ ਐਮ ਨਾਟ ਗੋਇੰਗ ਟੂ ਡੂ ਇਟ, ਆਈ ਐਮ ਇੰਜੀਨੀਅਰ ਹੈ ਜੀ। ਆਪਣਾ ਉੱਥੋਂ ਦਾ ਹਿਸਾਬ ਹੁੰਦਾ ਨਾ ਇੰਡੀਆ ਹਿਸਾਬ ਨਾਲ। ਤੇ ਉਹ ਕਹਿੰਦਾ ਵੀ ਜੇ ਤੂੰ ਨਹੀਂ ਕਰਦਾ ਤੇ ਭੱਜ ਜਾ ਇੱਥੋਂ। ਉਹਨੂੰ ਕੱਢਤਾ ਉੱਥੋਂ, ਓਕੇ ਟਰਮੀਨੇਟ ਕਰਤਾ। ਉਹ ਮੁੜ ਕੇ ਵਾਪਸ ਉੱਥੇ ਇੰਸਟ੍ਰਕਟਰ ਕੋਲ ਆਇਆ। ਹਾਂਜੀ। ਇੰਸਟ੍ਰਕਟਰ ਦਾ ਮੈਨੂੰ ਫੋਨ ਆਇਆ, ਕਹਿੰਦਾ ਮਹਿੰਦਰ ਸਾਨੂੰ ਆਹ ਪ੍ਰੋਬਲਮ ਹੈ, ਅਸੀਂ ਇਹਨੂੰ ਸਰਟੀਫਿਕੇਟ ਨਹੀਂ ਦੇ ਸਕਦੇ ਜਿੰਨਾ ਚਿਰ ਇਹ ਆਪਣਾ ਪ੍ਰੈਕਟੀਕਮ ਨਹੀਂ ਕਰਦਾ। ਤੇ ਉੱਥੇ ਇਹਦੇ ਨਾਲ ਆਹ ਪ੍ਰੋਬਲਮ ਆਈ ਤੇ ਤੇਰੇ ਕੋਲ ਘੱਲ ਲਈਏ ਜੀ। ਮੈਂ ਕਿਹਾ ਵੀ ਚੱਲ ਕੋਈ ਨਹੀਂ ਘੱਲ ਦਿਓ ਜੀ। ਉਹਨੇ ਸਾਡੇ ਰੇਡੀਓ ਕਾਲਜ ਦੇ ਪਾਵਰ ਪਲਾਂਟ ਦੇ ਵਿੱਚ ਘੱਲਤਾ ਜੀ। ਮੈਂ ਪਹਿਲੇ ਦਿਨ ਅਸੀਂ ਜੋ ਸੁਬਾਹ ਨਾਰਮਲੀ ਮੁੜ 'ਚ ਕਾਫੀ ਪੀਂਦੇ ਹੁੰਦੇ ਆ, ਅਸੀਂ ਪਹਿਲਾਂ ਕਾਫੀ ਕੁਫੀ ਪੀਤੀ ਸਾਰੇ ਜੋ 4-5 ਜਣੇ ਸੀਗੇ, ਦੂਸਰੇ ਸ਼ਿਫਟ ਇੰਜੀਨੀਅਰ ਵੀ ਸੀਗੇ। ਹਾਂਜੀ। ਤੇ ਮੁੜ ਕੇ ਉਸ ਤੋਂ ਬਾਅਦ ਮੈਂ ਕਿਹਾ ਚੱਲ ਆਪਾਂ ਮਕੈਨੀਕਲ ਰੂਮ ਚੈੱਕ ਕਰਕੇ ਆਉਣੇ ਆ ਜੀ। ਤੇ ਮੈਂ ਮਕੈਨੀਕਲ ਰੂਮ ਅਸੀਂ ਚੈੱਕ ਚੁੱਕ ਕਰਕੇ ਆ ਕੇ ਸਾਰੇ ਮਾੜਾ ਮੋਟਾ ਦੱਸਿਆ ਵੀ ਆ ਜੋ ਕੁਛ ਵੀ ਉਹਨੂੰ ਸਮਝਾਇਆ। ਤੇ ਮੁੜ ਕੇ ਆ ਕੇ ਅਸੀਂ ਕਾਫੀ ਪੀਣ ਲੱਗ ਗਏ ਜੀ। ਕਾਫੀ ਪੀ ਕੇ ਮੈਂ ਕਿਹਾ ਵੀ ਮੈਨੂੰ ਪਤਾ ਸੀ ਪਿਛਲੇ ਪਾਸੇ ਸਮਾਨ ਖਿਲਰਿਆ ਪਿਆ ਹੈਗਾ, ਆਪਣਾ ਇਨਸੂਲੇਸ਼ਨ ਵਗੈਰਾ ਕੀਤੀ ਸੀ ਬੋਇਲਰ ਦੇ। ਤੇ ਮੈਂ ਕਿਹਾ ਹੁਣ ਮੈਂ ਇਹ ਨਹੀਂ ਕਿਹਾ ਵੀ ਇਨਸੂਲੇਸ਼ਨ ਪਿੱਛੇ ਕੀਤੀ, ਮੈਂ ਕਿਹਾ ਆਪਾਂ ਇਉਂ ਕਰਦੇ ਆ ਪਿੱਛੇ ਨਾ ਵਾਟਰ ਟੈਸਟ ਕੀਤਾ ਇਹਨਾਂ ਮੁੰਡਿਆਂ ਨੇ ਤੇ ਆਪਾਂ ਵੇਖਦੇ ਆ ਵਾਟਰ ਟੈਸਟ ਕਿਸ ਤਰ੍ਹਾਂ ਚੱਲ ਰਿਹਾ ਹੈਗਾ ਜੀ। ਤੇ ਮੈਂ ਪਿੱਛੇ ਨੂੰ ਉੱਥੋਂ ਲੰਘ ਲਿਆ, ਉਹ ਜੋ ਮੈਂ ਦੇਖਿਆ ਉਹ ਖਿਲਰਿਆ, ਮੈਂ ਪ੍ਰਟੈਂਡ ਕੀਤਾ ਮੈਨੂੰ ਪਹਿਲਾਂ ਪਤਾ। ਮੈਂ ਕਿਹਾ ਤਾਂ ਕਾਫੀ ਗੰਦ ਜਿਹਾ ਪਿਆ ਤੇ ਮੈਂ ਚੱਕਿਆ ਬਰੂਮ ਤੇ ਉਹਨੂੰ ਸਾਫ਼ ਕਰਕੇ ਤੇ ਬਿਨ ਦੇ ਵਿੱਚ ਪਾਤਾ ਜੀ। ਉਹ ਮੇਰੇ ਮੂੰਹ ਵੱਲ ਝਾਕ ਕੇ, ਜਦੋਂ ਮੇਰੇ ਮੂੰਹ ਵੱਲ ਝਾਕ ਕੇ ਤੇ ਮੈਂ ਫਿਰ ਵੀ ਚੁੱਪ ਹੀ ਰਿਹਾ। ਤੇ ਅਸੀਂ ਫਿਰ ਮੁੜ ਕੇ ਉਸ ਤੋਂ ਬਾਅਦ ਜਦੋਂ ਅਸੀਂ ਫਿਰ ਚੈੱਕ ਚੁੱਕ ਕਰਦੇ ਵਾਟਰ ਟੈਸਟ ਵਾਲੇ ਮੈਂ ਚੈੱਕ ਕੀਤਾ ਸਾਰਾ, ਅਸੀਂ ਤੁਰਦੇ ਪੈ ਗਏ। ਆ ਕੇ ਜਦੋਂ ਅਸੀਂ ਲੰਚ ਦੇ ਟਾਈਮ 'ਚ ਬੈਠੇ ਮੈਨੂੰ ਕਹਿੰਦਾ ਮਹਿੰਦਰ ਤੂੰ ਇੱਕ ਗੱਲ ਦੱਸ, ਤੂੰ ਸੁਪਰਵਾਈਜ਼ਰ ਹੈ ਤੂੰ ਸੁਪਰਵਾਈਜ਼ਰ ਹੈ, ਤੂੰ ਚੱਕ ਕੇ ਆਪ ਹੀ ਉਹ ਸਾਰਾ ਕੁਝ ਇਕੱਠਾ ਕਰਕੇ ਪਾ ਦਿੱਤਾ ਹੈ। ਤੇ ਮੈਂ ਉਹਨੂੰ ਕਿਹਾ, ਉਹਦਾ ਮੈਂ ਨਾਮ ਹਲ ਗਮਦਾ, ਮੈਂ ਕਿਹਾ ਗੱਲ ਸੁਣ, ਮੈਂ ਸਿਰਫ ਇਹੀ ਤੈਨੂੰ ਸਮਝਾਉਣਾ,
ਆਪਣੇ ਦੇਸ਼ਾਂ ਦੇ ਕਲਚਰ ਤੇ ਇਸ ਕਲਚਰ ਦਾ ਫਰਕ ਇਹ ਹੈ, ਇੱਥੇ ਕੋਈ ਜਾਬ ਚੰਗੀ ਮਾੜੀ ਨਹੀਂ ਜੀ, ਹਰ ਇੱਕ ਜਾਬ ਤੇ ਪ੍ਰਾਈਡ ਸਾਨੂੰ ਮਹਿਸੂਸ ਕਰਨਾ ਚਾਹੀਦਾ, ਮਹਿਸੂਸ ਕਰਨਾ ਚਾਹੀਦਾ ਹੈ ਜੀ। ਤੇ ਇੱਥੋਂ ਦੇ ਇੰਜੀਨੀਅਰ ਦੇ ਆਪਣੇ ਇੰਜੀਨੀਅਰ ਦਾ ਫਰਕ ਇਹ ਹੈ, ਆਪਣਾ ਇੰਜੀਨੀਅਰ ਜੇ ਉਹਨੇ ਲਾਈਟ ਚੇਂਜ ਕਰਨੀ ਹੈ ਨਾ, ਉਹਨੇ ਦੱਸਿਆ ਵੀ ਲਾਈਟ ਆ ਜਿਹੜੀ ਉੱਠ ਗਈ ਹੈ ਜੀ, ਤੇ ਉਹਦਾ ਟਿਊਬ ਚੇਂਜ ਕਰਨੀ ਹੈ, ਉਹਨੇ ਪਹਿਲਾਂ ਕਿਸੇ ਨੂੰ ਸੱਦਣਾ, ਫਿਰ ਕਿਸੇ ਨੂੰ ਸੱਦਣਾ, ਆਪ ਜੇਬ 'ਚ ਹੱਥ ਪਾ ਕੇ ਖੜ ਜਾਣਾ ਜੀ। ਤੇ ਇੱਥੋਂ ਦੇ ਇੰਜੀਨੀਅਰ ਨੇ ਆਪਣੀ ਚੱਕਣੀ ਹੈਗੀ ਹੈ ਪੌੜੀ ਚੱਕਣੀ ਆਪ ਹੀ ਚੇਂਜ ਕਰਕੇ ਤੇ ਆਪ ਹੀ ਚੇਂਜ ਕਰਦਾ। ਇਹ ਸਭ ਜੇ ਆਪਾਂ ਇਹ ਗੱਲ ਸਮਝ ਕੇ ਨਾ ਤੇ ਫਿਰ ਆਪਾਂ ਇੱਥੇ ਕਲਚਰ ਨੂੰ ਸਮਝ ਗਏ ਜੀ। ਉਹ ਖੈਰ ਜੀ ਉਦੋਂ ਮੁੜ ਕੇ ਖੈਰ ਉਹਨੇ 2 ਵੀਕ ਲਾਏ ਤੇ ਉਹਨੇ ਲਾਇਸੈਂਸ ਮਿਲ ਗਿਆ। ਉਦੋਂ ਬਾਅਦ ਫਿਰ 2-3 ਸਾਲ ਬਾਅਦ ਜਦੋਂ ਉਹਦੇ ਕੋਲ ਹਾਇਰ ਲਾਇਸੈਂਸ ਦੀ ਸੈਕਟਰ ਕਾਇਦਾ ਫਿਰ ਆ ਕੇ ਮੇਰਾ ਸਪੈਸ਼ਲ ਧੰਨਵਾਦ ਕਰਕੇ ਜੀ। ਤੁਸੀਂ ਉਹਨਾਂ ਨੂੰ ਆਪਣੇ ਤਜਰਬੇ ਦੇ ਨਾਲ ਤੁਸੀਂ ਇਹਨਾਂ ਨੂੰ ਸਮਝਾਇਆ ਜੀ, ਇਹ ਬਹੁਤ ਵਧੀਆ ਸਰ। ਤੇ ਸਰ ਇਸ ਤੋਂ ਬਾਅਦ ਤੁਹਾਡਾ ਜਿਹੜਾ ਰਾਜਨੀਤਿਕ ਸਫ਼ਰ ਇੱਥੇ ਸ਼ੁਰੂ ਹੋਇਆ, ਉਹ ਕਿਸ ਤਰ੍ਹਾਂ ਤੁਹਾਡਾ ਸ਼ੁਰੂ ਹੋਇਆ, ਕਿਵੇਂ ਤੁਹਾਡਾ ਇਸ ਸਾਈਡ ਦੇ ਵੱਲ ਰੁਝਾਨ ਬਣਿਆ, ਤੇ ਤੁਸੀਂ ਆਪਣੇ ਫਸਟ ਜੋ ਤੁਹਾਡੀ ਟੈਨਿਓਰ ਸੀ ਤੁਹਾਡੀ ਕਦੋਂ ਸਟਾਰਟ ਹੋਈ, ਇਹ ਜਰੂਰ ਸਰ ਤੁਸੀਂ ਆਪਣਾ ਵਿਸਤਾਰ ਪੂਰਵਕ ਸਾਨੂੰ ਦੱਸੋ। ਮੈਂ ਵੈਸੇ ਥੋੜਾ ਜਿਹਾ ਮੈਂਸ਼ਨ ਉਹ ਵੀ ਕਰਨਾ ਚਾਹੁੰਦਾ, ਆਪਣੇ ਨਾ ਇੱਕ ਮੁੰਡਾ ਸੀ ਮੁਸਲਮਾਨ, ਇਰਾਨ ਤੋਂ ਸੀਗਾ ਤੇ ਉਹਦੀ ਉੱਥੇ ਇਲੈਕਟ੍ਰੀਕਲ ਦੀ ਇੰਜੀਨੀਅਰਿੰਗ ਕੀਤੀ ਸੀ ਜੀ, ਤੇ ਉਹਨੇ ਮੁੜ ਕੇ ਇੱਥੇ 4th ਕਲਾਸ ਪਾਵਰ ਇੰਜੀਨੀਅਰਿੰਗ ਦਾ ਕਰ ਲਿਆ ਜੀ ਸਰ। ਉਹ ਮੁੜ ਕੇ ਜਦੋਂ ਇੰਟਰਵਿਊ ਤੇ ਅਸੀਂ 3 ਜਣੇ ਬੈਠੇ ਸੁਪਰਵਾਈਜ਼ਰ ਤੇ ਉਹਨੇ ਕਰਨਾ ਹੀ ਪਾਵਰ ਪਲਾਂਟ 'ਚ ਕੰਮ ਪਰੇ ਜੀ, ਉਹਨੂੰ ਇਹ ਜਾਣ ਕੇ ਜਾਵਣਾ ਤੇ ਉਹਦੀ ਇੰਜੀਨੀਅਰਿੰਗ ਨੂੰ ਇਗਨੋਰ ਕਰਨ। ਹਾਂਜੀ। ਤੇ ਮੈਂ ਕਿਹਾ ਗੱਲ ਸੁਣੋ, ਇਹਦੀ ਇੰਜੀਨੀਅਰਿੰਗ ਵੀ ਕੀਤੀ, ਇਹਦੇ ਪਾਵਰ ਪਲਾਂਟ ਦੀ, ਇਹਦੀ ਕੁਆਲੀਫਿਕੇਸ਼ਨ ਜ਼ਿਆਦਾ ਸੀ, ਇਹਨੂੰ ਇਗਨੋਰ ਕਿਵੇਂ ਕਰ ਸਕਦੇ ਆ? ਹਾਂਜੀ। ਕਹਿੰਦਾ ਦੈਟ ਰੀਅਲੀ ਡਜ਼ ਨਾਟ ਮੈਟਰ। ਮੈਂ ਕਿਹਾ ਮੈਟਰ ਕਿਉਂ ਨਹੀਂ ਗਾ, ਉਹਨੂੰ ਇਲੈਕਟ੍ਰੀਕਲ ਦਾ ਆਉਂਦਾ, ਉਹਨੂੰ ਨੌਲੇਜ ਹੈ, ਉਹਦੀ ਕੁਆਲੀਫਿਕੇਸ਼ਨ ਦਾ ਜ਼ਿਆਦਾ ਹੈਗੀ ਆ। ਮੈਨੂੰ ਕਹਿੰਦਾ ਚੰਗਾ ਤੂੰ ਰੱਖਣਾ, ਜਿਹਨੂੰ ਰੱਖ ਲਾ ਬਾਕੀ, ਮੈਂ ਉਹਨੂੰ ਰੱਖ ਲਾ ਮੁੰਡੇ ਨੂੰ ਜੀ। ਜਦੋਂ ਮੇਰੀ ਨੋਮੀਨੇਸ਼ਨ ਹੋਈ ਆ ਨਾ ਜੀ, ਤੇ ਜਦੋਂ ਮੈਂ MLA ਚੁਣਿਆ, ਉਹ ਫਿਰ ਗੁਲਦਸਤਾ ਲੈ ਕੇ ਆਇਆ ਤੇ ਨਾਲੇ ਕਹਿੰਦਾ ਮੈਨੂੰ ਐ ਲੱਗਦਾ ਮੈਂ ਆਪਦਾ ਫਾਦਰ ਨੂੰ ਲੂਜ਼ ਕਰ ਦਿਆਂ ਉੱਥੋਂ ਪਾਵਰ ਪਲਾਂਟ 'ਚ ਜੀ। ਕੀ ਬਾਤ। ਤੇ ਕਈ ਵਾਰ ਮਤਲਬ ਇਸ ਤਰ੍ਹਾਂ ਤੁਸੀਂ ਇਮੋਸ਼ਨਲ ਵੀ ਹੋ ਜਾਂਦੇ ਹੈਗੇ ਆ, ਤੇ ਮੈਨੂੰ ਵੀ ਉਹਦੇ 'ਚੋਂ ਕਾਫੀ ਸੈਟੀਸਫੈਕਸ਼ਨ ਹੋਈ ਕਿ ਮੈਂ ਉਹ ਮੁੰਡੇ ਦੀ ਮਦਦ ਕੀਤੀ ਜੀ। ਤੇ ਮੇਰੀ ਜਿਹੜੀ ਹੈਗੀ ਹੈ, ਮੇਰਾ ਖਿਆਲ ਹੈ, ਮੇਰਾ ਇਸ ਸਾਈਡ ਤੇ ਆਉਣ ਦਾ ਕਾਰਨ ਇੱਥੋਂ ਆਪਾਂ ਸ਼ੁਰੂ ਕਰ ਦਿੰਦੇ ਹਾਂ। ਹਾਂਜੀ। ਕਿ ਜਦੋਂ ਮੈਂ ਇੱਥੇ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇੱਥੇ ਨਾ ਪਾਠ ਕਰਨ ਵਾਲੇ ਬਹੁਤੇ ਆਦਮੀ ਹੈ ਨਹੀਂ ਸੀਗੇ ਜੀ, ਤੇ ਜਿਹਨਾਂ ਸੰਥਿਆ ਨੇ ਕੀਤਾ ਹੋਇਆ, ਇੱਕ ਮੈਂ ਸਿੱਖ ਜਸਵੰਤ ਸਿੰਘ ਸੀਗੇ ਜੀ ਜੀ। ਤੇ ਉਸ ਟਾਈਮ ਤੇ ਫਿਰ ਅਸੀਂ ਮੈਂ ਤਕਰੀਬਨ ਜਿੱਥੇ ਵੀ ਪਾਠ ਹੋਣਾ ਮੇਰੇ ਰੌਲਾ 3-4 ਲੱਗੀਆਂ ਹੁੰਦੀਆਂ ਸੀ ਜੀ। ਇਸ ਵਾਸਤੇ ਮੈਨੂੰ ਇਸ ਤਰ੍ਹਾਂ ਜਾਣ ਲੱਗੇ। ਮੈਂ ਵੈਸੇ ਜੋ ਇੰਡੀਆ 'ਚ ਵੀ ਸੀ ਨਾ, ਅਸੀਂ 4 ਮਹਿੰਦਰ ਹੁੰਦੇ ਸੀ ਜੀ, ਤੇ ਕਿਸੇ ਦਾ ਨਾਮ ਫਿਰ ਸਾਨੂੰ ਆਇਡੈਂਟੀਫਾਈ ਕਰਨਾ ਉਹਨਾਂ ਨੂੰ ਔਖਾ ਹੁੰਦਾ। ਕਿਸੇ ਨੂੰ ਉਹਨਾਂ ਨੇ ਕਹਿਣਾ ਵੀ ਇਹ ਫਲਾਨਿਆਂ ਦਾ ਮੁੰਡਾ ਹੈ, ਕਿਸੇ ਨੂੰ ਫਲਾਨਿਆਂ ਮੁੰਡਾ, ਮੈਨੂੰ ਉਹਨਾਂ ਮਹਿੰਦਰ ਪਾਠੀ ਕਹਿੰਦੇ ਹੁੰਦੇ ਸੀ ਜੀ। ਤੇ ਇੱਥੇ ਵੀ ਮੇਰਾ ਖਿਆਲ ਹੈ ਬਹੁਤੇ ਚਿਰ ਤੱਕ ਮੈਨੂੰ ਮਹਿੰਦਰ ਪਾਠੀ ਦੇ ਤੌਰ ਤੇ ਜਾਣਦੇ ਰਹੇ ਆ। ਮਹਿੰਦਰ ਸਿੰਘ ਦਾ ਬਾਅਦ ਦੇ ਵਿੱਚ ਹੌਲੀ ਹੌਲੀ ਕੀ ਬਾਤ ਹੈ, ਕੀ ਬਾਤ ਹੈ, ਬਾਅਦ ਚ ਆਇਆ ਜੀ। ਬਲਦੇਵ ਹੋਣੀ ਇਹ ਸਾਰੇ ਮੈਨੂੰ ਪਾਠੀ ਦੇ ਤੌਰ ਤੇ ਜਾਣਦੇ ਸੀਗੇ ਤੇ ਸ਼ਰਾਬ ਦੇ ਤੌਰ ਤੇ ਨਹੀਂ ਸੀ ਜਾਣਦੇ। ਪੰਜਾਬ ਦੇ ਵਿੱਚ ਤੁਸੀਂ ਹੁੰਦੇ ਤਾਂ ਤੁਹਾਡੀ ਜੋ ਅੱਜ ਵੀ ਪਹਿਚਾਣ ਆ ਉਹ ਮਹਿੰਦਰ ਸਿੰਘ ਪਾਠੀ ਦੇ ਨਾਲ ਹੈ। ਇੱਥੇ ਆ ਕੇ ਤੁਹਾਡੀ ਪਹਿਚਾਣ ਵੀ ਚੇਂਜ ਹੋਈ, ਤੁਹਾਡਾ ਨਾਮ ਵੀ ਚੇਂਜ ਹੋਇਆ ਜੀ, ਮਹਿੰਦਰ ਸਿੰਘ ਪਾਠੀ ਤੋਂ ਮਹਿੰਦਰ ਸਿੰਘ ਸਰਾਹ ਹੋ ਗਏ। ਤੇ ਸਰ ਤੁਹਾਡਾ ਜਿਹੜਾ ਤੁਹਾਡੀਆਂ ਜਿਹੜੀਆਂ ਫਸਟ ਤੁਹਾਡੀ ਟੈਨਿਓਰ ਰਹੀ, ਤੁਸੀਂ ਇੱਥੇ ਉਹ ਮੈਂ ਨਾ ਤੁਹਾਨੂੰ ਥੋੜਾ ਇਹ ਵੀ ਦੱਸਣਾ ਚਾਹੁੰਦਾ ਕਿ ਉਹਦੇ ਸਦਕਾ ਨਾ ਜਦੋਂ ਮੇਰੀ ਜਾਣ ਪਛਾਣ ਇੱਥੇ ਹੋ ਗਈ, ਹਾਂਜੀ, ਜੋ ਜਾਣ ਪਛਾਣ ਹੋ ਗਈ ਤੇ ਬਾਕੀ ਮੈਂ ਇਨਵੋਲਵ ਰਹਿੰਦਾ ਹੀ ਸੀ। ਤੇ ਮੈਂ ਆਪਣਾ ਇੰਡੀਆ ਐਸੋਸੀਏਸ਼ਨ ਦਾ ਵਾਈਸ ਪ੍ਰੈਜ਼ੀਡੈਂਟ ਵੀ ਰਿਹਾ ਸੀ। ਤੇ ਉਦੋਂ ਮੈਂ ਸ਼ਾਇਦ ਪਹਿਲਾਂ ਵੀ ਗੱਲ ਕੀਤੀ ਹੋਵੇ ਕਿ ਜਿਹੜੇ ਆਪਣੇ ਨਿਊ ਕਮਰ ਹੁੰਦੇ ਸੀ, ਜਿਨ੍ਹਾਂ ਦਾ ਕੇਸ ਅਪੀਲ 'ਚ ਹੁੰਦੇ ਸੀ, ਉਹਨੂੰ ਰੈਫਰੈਂਸ ਲੈਟਰ ਚਾਹੀਦੀ ਹੁੰਦੀ ਸੀ, ਤੇ ਅਸੀਂ ਉਹਨਾਂ ਨੂੰ ਮੈਂਬਰ ਬਣਾ ਲੈਂਦੇ ਸੀ। ਮੈਂਬਰ ਬਣਾ ਕੇ ਰੈਫਰੈਂਸ ਲੈਟਰ ਦੇ ਦਿੰਦੇ ਸੀ। ਪਹਿਲੀ ਵਾਰ ਅਸੀਂ ਇੰਡੀਆ ਆਪਣੇ ਪਵੇਲੀਅਨ ਦੇ ਵਿੱਚ ਭੰਗੜਾ ਇੰਟਰੋਡਿਊਸ ਕੀਤਾ ਸੀ ਜੀ। ਤੇ ਉਦੋਂ ਆਪਣੇ ਇੱਥੇ ਸੁਸ਼ੀਲ ਸ਼ਰਮਾ ਹੋਣੀ ਹੈਗੇ ਆ, ਤੇ ਸੁਰਿੰਦਰ ਸ਼ਰਮਾ ਹੋਣੀ, ਇਹਨਾਂ ਨੇ ਭੰਗੜਾ ਵਗੈਰਾ ਪਾਇਆ ਸੀ, ਤੇ ਰਾਜਮਾਨ ਵੀ ਉਹਦੇ 'ਚ ਇਨਵਾਲਵ ਸੀਗਾ ਜੀ। ਤੇ ਉਹ ਇਸ ਤਰ੍ਹਾਂ, ਕਿਉਂਕਿ ਇਸ ਤਰ੍ਹਾਂ ਤੁਹਾਡੇ ਇਨਵਾਲਵ ਹੋਣ ਨਾਲ ਤੁਹਾਡੀ ਜਾਣ ਪਛਾਣ ਜੀ ਵੱਧਦੀ ਗਈ ਹੈ ਨਾ। ਠੀਕ ਹੈ। ਤੇ ਫਿਰ ਮੁੜ ਕੇ ਮੈਂ ਦੱਸਿਆ ਸੀ, ਫਿਰ ਮੈਂ ਇੱਕ ਵਾਰ ਪ੍ਰੈਜ਼ੀਡੈਂਟ ਵੀ ਬਣੀ ਸਿੱਖ ਸੁਸਾਇਟੀ ਦਾ। ਤੇ ਫਿਰ ਉਸ ਤੋਂ ਬਾਅਦ ਗੁਰਦੁਆਰਾ ਉਹ ਜੋ ਪਹਿਲਾਂ ਖਰੀਦਿਆ ਸੀਗਾ 221 ਕੈਥਕਾਟ ਤੋਂ ਪ੍ਰੈਜ਼ੀਡੈਂਟ ਸੀ। ਉਸ ਤੋਂ ਬਾਅਦ ਇੱਧਰ ਦੇ ਸਿੱਖ ਸੁਸਾਇਟੀ ਦੀ 19.19 ਏਕੜ ਲੈਂਡ ਲਈ ਹੈ, ਇਹਦੇ ਵਿੱਚ ਵੀ ਵਾਹਵਾ ਇਨਵੋਲਵਮੈਂਟ ਰਹੀ ਸੀਗੀ ਹੈ ਨਾ। ਤੇ ਇਸ ਤਰ੍ਹਾਂ ਤਕਰੀਬਨ ਮੇਰੀ ਜਾਣ ਪਛਾਣ ਤਕਰੀਬਨ ਸਾਰੇ ਵਿਨੀਪੈਗ ਦੀ ਆਪਣੀ ਕਮਿਊਨਿਟੀ ਦੇ ਵਿੱਚ ਸੀਗੀ। ਇਸ ਵਾਸਤੇ ਮੇਰੇ ਵਾਸਤੇ ਥੋੜਾ ਸੌਖਾ ਕੰਮ ਹੋ ਗਿਆ ਜੀ ਸਰ। ਜਦੋਂ ਇਹ ਚਾਂਸ ਆਇਆ ਕਿ ਸਿਟਿੰਗ MLA ਕ੍ਰਿਸ ਐਗਲੂਗਬ ਸੀਗਾ, ਤੇ ਉਹਨੂੰ ਕੋਈ ਚੈਲੰਜ ਕਰਨਾ ਚਾਹੁੰਦੇ ਸੀ ਆਪਣਾ ਡੈਰਿਕ ਡੈਵੀ ਹੋਣੀ ਜੀ। ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰੇ ਥੋੜਾ ਬਹੁਤਾ ਇਨਫਲੂਐਂਸ ਹੈਗਾ ਕਮਿਊਨਿਟੀ 'ਚ, ਤੇ ਉਹਨੇ ਮੈਨੂੰ
ਅਪਰੋਚ ਕੀਤਾ ਜੀ। ਕਹਿੰਦਾ ਜੀ ਆਪਾਂ ਐਨਡੀਪੀ ਦੇ ਮੈਂਬਰ ਬਣਾਉਣੇ। ਸਿੱਧਾ ਨਹੀਂ ਕਿਹਾ ਮੈਂ ਖੜਨਾ ਜੀ। ਕਹਿੰਦਾ ਵੀ ਆਪਾਂ ਐਨਡੀਪੀ ਦੇ ਮੈਂਬਰ ਬਣਾਉਣੇ। ਮੈਂ ਕਿਹਾ ਵੀ ਜੇ ਤੁਸੀਂ ਐਨਡੀਪੀ ਦੇ ਮੈਂਬਰ ਬਣਾਉਣੇ ਆ ਠੀਕ ਆ, ਆਪਾਂ ਕੋਈ ਨਹੀਂ ਮਿਲ ਲੈਂਦੇ। ਕਹਿੰਦਾ ਤਾਂ ਉੱਥੇ ਆਪਣੇ ਟਿਮ ਹਾਲਟਨ ਦੇ ਆ ਜੀ, ਜਿਹੜਾ ਯੰਗਸਟਰ ਤੇ ਸ਼ੈਪਰਡ ਦੇ ਕਾਰਨਰ ਤੇ ਆ। ਮੈਂ ਉੱਥੇ ਜਾ ਵੜਿਆ ਤੇ ਅਸੀਂ ਕਾਫੀ ਕੋਈ ਪੀਤੀ। ਮੈਨੂੰ ਕਹਿੰਦਾ ਬਈ ਜਿਹੜਾ ਕਲੇਸਾ ਉਹ ਤਾਂ ਬਹੁਤਾ ਕੰਮ ਕਰਦਾ ਨਹੀਂ, ਮੈਨੂੰ ਕਈ ਆਦਮੀ ਐਨਡੀਪੀ ਦੇ ਕਹਿੰਦੇ ਤੂੰ ਖੜਾ ਹੋ ਜੀ। ਮੈਂ ਕਿਹਾ ਯਾਰ ਸਿਟਿੰਗ ਐਮਐਲਏ ਵਿਰੁੱਧ ਖੜਾ ਹੋਣਾ ਚੰਗਾ ਨਹੀਂ ਲੱਗਦਾ, ਤੇ ਤੂੰ ਟਿੰਡਲ ਪਾਰਕ 'ਚ ਕਿਉਂ ਨਹੀਂ ਖੜਾ ਹੋਇਆ? ਉੱਥੇ ਉਹਨੂੰ ਦੂਸਰੇ ਨੂੰ ਮੈਰੀਓ ਨੂੰ ਕਿਉਂ ਆਪਾਂ ਖੜਾ ਕਰਤਾ, ਆਪਾਂ ਉੱਥੇ ਖੜਾ ਹੁੰਦੇ। ਕਹਿੰਦਾ ਨਹੀਂ, ਉਹਨੂੰ ਤਾਂ ਮੈਂ ਬਲੈਸਿੰਗ ਦੇਤੀ ਜੀ। ਤੇ ਕਹਿੰਦੇ ਚੱਲ ਖੜਾ ਹੋਈਏ ਚਾਹੇ ਨਾ ਹੋਈਏ, ਘੱਟੋ ਘੱਟ ਮੈਂਬਰ ਤਾਂ ਬਣਾ ਕੇ ਦੇ। ਮੈਂ ਖੈਰ ਉਹਦੇ ਨਾਲ ਜਾ ਵੜਿਆ। ਪਹਿਲਾਂ ਮੈਂ ਸਾਡੇ ਕਲੋਜ਼ ਫਰੈਂਡ ਆ ਬਿੰਦਰ, ਉਹਨੂੰ ਤਾਂ ਅਵਤਾਰ ਸਿੱਧੂ ਉਹਦਾ ਪੂਰਾ ਨਾਂ ਦਾ ਲੀਗਲ ਨਾਂ ਤਾਂ ਉਹ ਬਿੰਦਰ ਕਹਿੰਦੇ। ਅਸੀਂ ਉਹਨਾਂ ਦੇ ਮੈਂਬਰ ਬਣਨ ਜਾ ਵੜੇ ਤੇ ਉਹ ਕਹਿੰਦਾ ਬਿੰਦਰ ਕਿਉਂ ਦੂਜਿਆਂ ਪਿੱਛੇ ਜੁੱਤੀਆਂ ਚੜਾਉਂਦਾ, ਤੂੰ ਆਪ ਜੇ ਖੜਨਾ ਤਾਂ ਆਪ ਖੜ ਜੀ। ਮੈਂ ਕਹਿੰਦਾ ਨਹੀਂ, ਹਾਲੇ ਪਤਾ ਨਹੀਂ ਇਹਨੇ ਖੜਨਾ ਕਿ ਨਹੀਂ ਖੜਨਾ, ਮੇਰਾ ਕੋਈ ਉਹਦਾ ਕੋਈ ਇਰਾਦਾ ਨਹੀਂ। ਉਦੋਂ ਮੁੜ ਕੇ ਉਹਨੇ ਮੈਂ ਸ਼ਾਇਦ ਇੰਸ਼ੋਰੈਂਸ ਕਰਵਾਈ ਸੀ ਰਾਜਮਾਨ ਤੋਂ ਜੀ, ਤੇ ਉਹ ਮੈਨੂੰ ਰਾਜਮਾਨ ਕੇ ਵੀ ਕਹਿੰਦਾ ਚਲ ਆਪਾਂ ਉਹਨਾਂ ਚੱਲਦੇ। ਮੈਂ ਕਿਹਾ ਉੱਥੇ ਅਸੀਂ ਉਹਨੇ ਜਾ ਵੜੇ। ਉੱਥੇ ਖਰੇ ਸੇ ਗੱਲਾਂ ਬਾਤਾਂ ਕੀਤੀਆਂ। ਮੁੜ ਕੇ ਮੈਨੂੰ ਉਹਦੇ ਰਾਜਮਾਨ ਦੀ ਵਾਈਫ ਕਮਲ ਕਹਿੰਦੀ ਵੀਰ ਜੀ ਤੁਸੀਂ ਸਾਰੀ ਕਮਿਊਨਿਟੀ 'ਚ ਕਿੰਨਾ ਦਾ ਕੰਮ ਕੀਤਾ, ਸਾਰੇ ਸਭ ਜਾਣਦੇ, ਤੁਸੀਂ ਕਿਉਂ ਨਹੀਂ ਖੜਦੇ, ਆਪ ਕਿਉਂ ਨਹੀਂ ਖੜਦੇ? ਮੈਂ ਕਿਹਾ ਭੈਣ ਜੀ ਹੋ ਸਕਦਾ ਮੈਂ ਹੈਂਡਲ ਨਾ ਕਰ ਸਕਾਂ, ਜਾਂ ਪਤਾ ਨਹੀਂ ਕਿਹੋ ਜਿਹਾ ਕੰਮ ਜਾ ਹੋਊਗਾ, ਪਤਾ ਨਹੀਂ ਲੋਕ ਮੈਨੂੰ ਐਕਸੈਪਟ ਕਰਨਗੇ ਕਿ ਨਹੀਂ ਕਰਨਗੇ। ਕਹਿੰਦੀ ਕੋਈ ਗੱਲ ਨਹੀਂ, ਤੁਹਾਨੂੰ ਟਰਾਈ ਤਾਂ ਕਰਨੀ ਚਾਹੀਦੀ ਹੈ। ਖੈਰ ਮੈਨੂੰ ਐਨਕਰੇਜਮੈਂਟ ਜੀ ਹੋ ਗਈ ਤੇ ਮੇਰੇ ਦਿਮਾਗ 'ਚ ਆ ਗਿਆ। ਮੈਂ ਕਿਹਾ ਚੱਲ ਕੋਈ ਗੱਲ ਨਹੀਂ ਜੀ। ਅੱਛਾ, ਉਸ ਤੋਂ ਮੁੜ ਕੇ ਖੈਰ ਕੇ ਸਿਚੁਏਸ਼ਨ ਇਹੋ ਜਿਹੀ ਬਣੀ ਤੇ ਮੈਨੂੰ ਮਤਲਬ ਮੇਰਾ ਨਾਮ ਪੁੱਟ ਕਰਨਾ ਪੈ ਗਿਆ ਹੈ ਨਾ ਜੀ। ਤੇ ਇੱਥੋਂ ਤੱਕ ਕਿ ਜਿਹੜੇ ਆਦਮੀ ਗੁਰਦੁਆਰੇ ਕਰਕੇ ਮੇਰੇ ਨਾਲ ਥੋੜੇ ਬਹੁਤੇ ਸੀਗੇ, ਉਹਨਾਂ ਆਦਮੀਆਂ ਨੇ ਵੀ ਮੈਨੂੰ ਮੈਸੇਜ ਕਰਿਆ ਵੀ ਤੂੰ ਖੜ ਜੀ। ਤੇ ਅਸੀਂ ਹੋ ਸਕਦਾ ਇਸ ਤਰ੍ਹਾਂ ਨਹੀਂ ਬੋਲਦੇ, ਪਰ ਸਾਨੂੰ ਪਤਾ ਤੂੰ ਕਮਿਊਨਿਟੀ ਵਾਸਤੇ ਠੀਕ ਕੰਮ ਕਰੇਗਾ, ਖਾਸ ਤੌਰ ਤੇ ਲਾਹੌਰ ਸਿੰਘ ਬਰਾੜ ਹੋਣੀ ਚਾਹੀਦੀ। ਬਿਲਕੁਲ। ਤੇ ਖੈਰ ਮੁੜ ਕੇ ਉਦੋਂ ਬਾਅਦ ਰਾਜਮਾਨ ਨੇ ਅਸੀਂ ਇੱਕ ਦਿਨ ਮੈਂਬਰ ਬਣਾਉਣ ਵਾਸਤੇ ਮੇਰਾ ਖਿਆਲ ਲਾਹੌਰੇ ਦੇ ਲਾਹੌਰਾ ਸਿੰਘ ਦੇ ਭਤੀਜੇ ਦੇ ਤੋਚੀ ਦੇ ਗਏ ਤੇ ਮੈਂ ਤੇ ਰਾਜਮਾਨ ਤੇ ਉਹ ਤੋਚੀ ਨੇ ਕਿਹਾ ਵੀ ਇਹਦੀ ਮੇਰੇ ਚਾਚੇ ਨਾਲ ਬਣਦੀ, ਮੈਨੂੰ ਦੱਸਾਂ। ਕਹਿੰਦਾ ਚਾਚਾ ਮਹਿੰਦਰ ਸਰਾਹ ਆਇਆ ਸੀ ਇੱਥੇ ਮੈਂਬਰ ਬਣਦੇ। ਉਹ ਕਹਿੰਦਾ ਲਿਸਨ, ਜਾਂ ਤਾਂ ਵੋਟ ਪਾਈ ਨਾ, ਜੇ ਵੋਟ ਪਾਉਣੀ ਤਾਂ ਉਸੇ ਨੂੰ ਪਾਉਣੀ ਹੈ ਜੀ। ਉਦੋਂ ਮੁੜ ਕੇ ਫਿਰ ਰਾਜਮਾਨ ਨੇ ਮੇਰੀ ਤੇ ਲਾਹੌਰਾ ਸਿੰਘ ਦੀ ਤੇ ਆਪਣੇ ਦੇ ਹਰਚੰਦ ਬਰਾੜ ਹੁੰਦੇ, ਉਹ ਕਾਫੀ ਪੁਰਾਣੇ ਆਦਮੀ, ਸਭ ਤੋਂ ਪਹਿਲਾਂ ਇੱਥੇ ਆਪਣੇ ਸਾਈਕੋਲੋਜਿਸਟ ਸੀਗੇ ਉੱਥੇ ਆਪਣੇ ਸਰਕਟ ਹਸਪੀਟਲ 'ਚ। ਤੇ ਉਹਨਾਂ ਨੇ ਅਸੀਂ ਮਤਲਬ ਰਲ ਕੇ ਬਾਬਾ ਨੇ ਕੰਮ ਕੀਤਾ ਸੀ ਤੇ ਉਹ ਕਿਸੇ ਕਾਰਨ ਕਰਕੇ ਅਸੀਂ ਉਸ ਟਾਈਮ ਤੇ ਨਹੀਂ ਸੀ ਪਤਾ ਇੱਕ ਦਿਨ ਨਾਲ ਬੋਲਦੇ, ਮਾੜਾ ਮੋਟਾ ਡਿਫਰੈਂਸ ਆ ਜਾਂਦੇ ਓਪੀਨੀਅਨ ਦੇ। ਤੇ ਖੈਰ ਫਿਰ ਸਾਡੀ ਮੀਟਿੰਗ ਹੋਈ। ਫਿਰ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ, ਕਹਿੰਦੇ ਤੁਸੀਂ ਵੀ ਤੂੰ ਜ਼ਰੂਰ ਖੜ, ਅਸੀਂ ਤੇਰੀ ਮਦਦ ਕਰਾਂਗੇ ਹੈ ਨਾ ਜੀ। ਤੇ ਗੱਲ ਇੱਥੋਂ ਤੱਕ ਨਹੀਂ, ਮੈਂ ਤਾਂ ਉਦੋਂ ਬਾਅਦ ਦਾ ਫਿਰ ਜਿਹੜੇ ਆਦਮੀਆਂ ਦਾ ਮੇਰਾ ਥੋੜਾ ਬਹੁਤਾ ਤਕਰਾਰ ਵੀ ਸੀ, ਉਹਨਾਂ ਆਦਮੀਆਂ ਨੇ ਵੀ ਮੇਰੀ ਪੂਰੀ ਮਦਦ ਕੀਤੀ ਨੋਮੀਨੇਸ਼ਨ ਦੇ ਵਿੱਚ ਜੀ। ਸਰ ਜਦੋਂ ਨੋਮੀਨੇਸ਼ਨ ਹੋਣੀ ਸੀ ਉਸ ਟਾਈਮ ਤੇ ਅਸੀਂ 3 ਜਣੇ ਰਹਿ ਗਏ ਸੀ, ਬਾਕੀ ਕੁਝ ਕਰਨਾ ਕਰਕੇ ਨੋਮੀਨੇਸ਼ਨ ਕੈਂਸਲ ਹੋ ਗਈਆਂ ਸੀ ਜੀ। ਮੈਂ ਤੇ ਸਿਟਿੰਗ ਐਮਐਲਏ ਤੇ ਜੋ ਸਿਟਿੰਗ ਐਮਐਲਏ ਉੱਥੋਂ ਆਇਆ ਵਾਪਸ ਫਿਲੀਪੀਨ ਗਿਆ ਵਾ ਸੀ, ਜੋ ਵਾਪਸ ਆਇਆ ਉਹਨਾਂ ਨੇ ਮੈਨੂੰ ਕਹਿੰਦੇ ਵੀ ਤੂੰ ਆਪਦੀ ਕਮਿਊਨਿਟੀ ਤੋਂ ਸਾਨੂੰ ਵੋਟਾਂ ਪਾ। ਮੈਂ ਕਿਹਾ ਸਾਡੀ ਕਮਿਊਨਿਟੀ ਦੀਆਂ ਵੋਟਾਂ ਤੁਹਾਨੂੰ ਪਾਉਣੀਆਂ ਬਹੁਤ ਔਖੀਆਂ ਹੋ ਜਾਣਗੀਆਂ, ਜੇ ਸਾਡਾ ਬੰਦਾ ਖੜਾ ਹੋਇਆ ਤੇ ਇਹਨੂੰ ਕ੍ਰਿਸ ਨੂੰ ਨਹੀਂ ਉਹਨਾਂ ਵੋਟਾਂ ਪਾਉਣੀਆਂ, ਸ਼ਾਇਦ ਡਾਇਰੈਕਟ ਨੂੰ ਪਾ ਦੇਣ, ਆਪਣੇ ਜਮੈਕਾ ਤੋਂ ਅਸੀਂ ਆਪਣੇ ਓਰੀਜਨਲ ਆਪਣੇ ਵੀ ਉਹਨੂੰ ਪਾਉਣਗੇ। ਉਹ ਕਹਿੰਦੇ ਚੱਲ ਚੰਗਾ, ਫਿਰ ਤੂੰ ਖੜਾ ਰਹਿ ਹੈ। ਅੱਛਾ, ਜਦੋਂ ਮੁੜ ਕੇ ਮੈਂ ਸਾਡੀ ਉੱਥੇ ਨੋਮੀਨੇਸ਼ਨ ਹੋ ਰਹੀ ਸੀ ਮੈਂ ਉਹਨਾਂ ਦੀਆਂ ਦੋਹਾਂ ਦੀਆਂ ਵੋਟਾਂ ਉਨੀਆਂ ਸੀ ਤੇ ਮੇਰੀਆਂ ਖਣੀ ਸ਼ਾਇਦ 242 ਸੀ, ਉਹਨਾਂ ਦੀਆਂ ਦੋਹਾਂ ਦੀਆਂ ਕੇ 242 ਸੀ, ਜਿਹਦੀਆਂ ਸਭ ਤੋਂ ਘੱਟ ਉਹਨੂੰ ਡਰਾਪ ਕਰਨਾ ਪੈ ਜਾਂਦਾ ਜੀ ਤੇ ਡਾਇਰੈਕਟ ਨੂੰ ਡਰਾਪ ਕਰਨਾ ਪੈ ਗਿਆ ਜੀ। ਤੇ ਉਦੋਂ ਬਾਅਦ ਸਾਡੇ 'ਚ ਦੁਬਾਰਾ ਇਲੈਕਸ਼ਨ ਹੋਣਾ ਸੀ ਤੇ ਮੈਨੂੰ ਯੂਨੀਅਨ ਵਾਲੇ ਕਹਿੰਦੇ ਮਿੰਦਰ ਤੂੰ ਉਹ ਕਰ ਵੀ ਲਾਲਚ ਨਾ ਕਰ ਤੇ ਫਿਲੀਪੀਨੋ ਕਮਿਊਨਿਟੀ ਜ਼ਿਆਦਾ ਆਪਾਂ ਸੀਟ ਹਾਰ ਜਾਵਾਂਗੇ, ਤੂੰ ਡਰਾਪ ਕਰ ਜਾ। ਮੈਂ ਕਿਹਾ ਵੀ ਦੇਖੋ ਮੈਂ ਸਾਰੇ ਆਦਮੀਆਂ ਨੂੰ ਇੱਥੇ ਲਿਆਂਦਾ ਜੀ, ਇਸ ਵਾਸਤੇ ਮੈਂ ਹੁਣ ਡਰਾਪ ਤਾਂ ਕਰਦਾ ਭੈੜਾ ਲੱਗਦਾ। ਇਹ ਮੈਨੂੰ ਕਹਿਣਗੇ ਵੀ ਸਾਨੂੰ ਤੂੰ ਬੇਵਕੂਫ ਬਣਾ ਇੱਥੇ ਲਿਆ ਕੇ ਜੀ। ਹਾਂ ਤੁਸੀਂ ਆਓ ਕਰੋ, ਮੈਂ ਜੇ ਕੈਂਸਲ ਕਰਨੀ ਹੋਈ ਕਰ ਦਿਓ, ਮੈਂ ਅਪੀਲ ਨਹੀਂ ਕਰਨੀ ਜੀ। ਤੇ ਹੁਣ ਪਿੱਛੇ ਨਹੀਂ ਹਟਣਾ ਜੀ, ਮੈਂ ਅੱਗੇ ਚੱਲਣਾ ਜੀ। ਬਿਲਕੁਲ ਹਾਂ, ਮੈਂ ਕਿਹਾ ਵੀ ਚਲੋ ਮੈਂ ਠੀਕ ਹੈ, ਮੈਂ ਅਪੀਲ ਨਾ ਕਰੂ, ਤੁਸੀਂ ਕੈਂਸਲ ਕਰ ਦਿਓ, ਗੱਲ ਵੱਖਰੀ ਹੈ, ਪਰ ਹੁਣ ਮੈਂ ਡਰਾਪ ਕਰਦਾ ਭੈੜਾ ਲੱਗਦਾ ਹੈ ਜੀ। ਉਹ ਖੈਰ ਜੀ ਅਸੀਂ ਜੋ ਨੋਮੀਨੇਸ਼ਨ ਦੁਬਾਰਾ ਹੋਣੀ, ਜਦੋਂ ਬਾਕੀ ਵੋਟਾਂ ਸੀ ਉਹ ਵੀ ਸਪਲਿਟ ਹੋ ਕੇ ਤੇ ਮੇਰੀਆਂ ਵੋਟਾਂ ਤਾਂ ਜ਼ਿਆਦਾ ਹੋਣੀਆਂ ਸੀ, ਕਿਉਂਕਿ ਨੋਮੀਨੇਸ਼ਨ ਜਿੱਤ ਗਿਆ।
ਉਦੋਂ ਬਾਅਦ ਅਗਲੇ ਦਿਨ ਮੈਂ ਗੁਰਦੁਆਰੇ ਗਿਆ। ਮੈਂ ਕਿਹਾ ਵੀ ਧੰਨਵਾਦ ਕਰੀਏ ਆਪਣੇ ਲੋਕਾਂ ਦਾ ਹੈਂ। ਜੀ। ਤੇ ਮੈਨੂੰ ਉਹਦੇ ਵੱਲੋਂ ਮੈਂਬਰ ਫੋਨ ਆ ਗਿਆ ਪਾਰਟੀ ਨੂੰ, ਮਹਿੰਦਰ ਤੇਰੇ ਵਿਰੁੱਧ ਨਾ 3 ਸ਼ਿਕਾਇਤਾਂ ਹੈਗੀਆਂ ਜੀ। ਤੇ ਇਸ ਬਾਤ ਤੇ ਆ ਕੇ ਉਹਨਾਂ ਜਵਾਬ ਦੇ। ਮੈਂ ਕਿਹਾ ਮੈਂ ਧੰਨਵਾਦ ਕਰਿਆ, ਕਹਿੰਦੇ ਧੰਨਵਾਦ ਬਾਅਦ ਚ ਕਰੀ। ਜੀ ਕੀ ਬਾਤ ਹੈ। ਅੱਛਾ ਅਸੀਂ ਮੈਂ ਤੇ ਬਲਜੀਤ ਸਿੱਧੂ ਕਿਉਂਕਿ ਉਹਦੇ ਨਾਲ ਮੇਰਾ ਮੈਂ ਸਾਇਲੈਂਟ ਪਾਰਟਨਰ ਸੀ ਉਹਦਾ ਗੈਸ ਸਟੇਸ਼ਨ 'ਚ, ਤੇ ਅਸੀਂ ਦੋਨੇ ਜਾਣੇ ਜਾਂਦੇ ਸੀਗੇ ਉੱਥੇ ਆਪਣੇ ਉਹਨਾਂ ਨਾਲ ਗੱਲ ਕਰਨ ਆਪਣੇ ਪਾਰਟੀ ਵਾਲਿਆਂ ਨਾਲ ਜੀ। ਤੇ ਉਹਨੇ ਜਗਰੂਪ ਬਰਾੜ ਅੱਜ ਕੱਲ੍ਹ ਉਹ MLA ਉੱਥੇ ਆਪਣੇ BC 'ਚ ਜੀ। ਉਹਨੂੰ ਫੋਨ ਕਰ ਲਿਆ, ਕਹਿੰਦਾ ਯਾਰ ਸਾਨੂੰ ਐ ਤੰਗ ਕਰਦੇ। ਉਹ ਕਹਿੰਦਾ ਗੱਲ ਸੁਣੋ, ਤੁਸੀਂ ਉਹਨਾਂ ਦੀ ਗੱਲ ਨਾ ਪਿਓ ਜੇ, ਉਹਨਾਂ ਦਾ ਹੱਕ ਬਣਦਾ, ਉਹਨਾਂ ਕੰਪਲੇਂਟ ਹੋਈ ਉਹਨਾਂ ਹੱਕ ਬਣਦਾ ਵੀ ਉਹ ਤੁਹਾਡੀ ਇਨਕੁਆਇਰੀ ਕਰਨ, ਪਰ ਤੁਸੀਂ ਠਰਮੇ ਨਾ ਰਹੋ ਜੇ ਆਉਣਾ ਕਿਉਂ ਜੇ ਉਹ ਆਉਣਾ ਸੋਚਣ ਵੀ ਇਹ ਤਾਂ ਹੁਣ ਹੀ ਲੜਦੇ ਆ ਤੇ ਫਿਰ ਕੀ ਬਾਅਦ ਚ ਅੱਗੇ ਜਾ ਕੇ ਕੀ ਕਰਨੀ। ਬਿਲਕੁਲ ਜੀ ਬਿਲਕੁਲ। ਅੱਛਾ ਮੈਂ ਜੀ ਚਲੋ ਠੀਕ ਆ, ਮੈਨੂੰ ਕਹਿੰਦੇ ਵੀ ਗੱਲ ਸੁਣੋ, ਇੱਕ ਤਾਂ ਕੰਪਲੇਂਟ ਇਹ ਸੀ ਕਿ ਤੂੰ ਕਿਤੇ ਪਹਿਲੀਆਂ ਚ ਸ਼ਰਾਬ ਪੀ ਕੇ ਤੇ ਫਲਾਣੇ ਆਦਮੀ ਨੂੰ ਆਹ ਦੱਸਿਆ ਸੀ ਕਿ ਤੂੰ ਗਲਤ ਡਾਕੂਮੈਂਟ ਪੇਸ਼ ਕੀਤੇ ਆ ਤੇ ਇਸ ਬਾਤ ਤੇ ਤੂੰ ਮੈਨੂੰ ਸਮਝ ਲੱਗਾ ਤੂੰ ਸ਼ਰਾਬ ਨਾ ਪੀਆ ਕਰ ਹੈ। ਮੈਂ ਕਿਹਾ ਕਈ ਵਾਰ ਸਟ੍ਰੈਸ ਹੋ ਜਾਂਦੀ, ਪੀਣੇ ਪੈ ਜਾਂਦੀ ਹੈ। ਉਹ ਮੁੜ ਕੇ ਆਸੇ ਕਹਿੰਦੇ ਨਹੀਂ ਇਹਦੇ ਨਾਲ ਸਾਡਾ ਕੋਈ ਮਤਲਬ ਨਹੀਂ, ਤੂੰ ਸਿਟੀਜ਼ਨ ਹੈ ਤੇ ਇਹ ਗੱਲ ਤਾਂ ਭੁੱਲ ਜਾਂਦਾ, ਮੈਂ ਤੈਨੂੰ ਇਹ ਹਾਸੇ 'ਚ ਕਹੀ ਆ। ਫਿਰ ਮੈਨੂੰ ਕਹਿੰਦੇ ਵੀ ਤੂੰ ਇਉਂ ਦੱਸ ਕਿ ਤੂੰ ਗਿਆ ਸੀ ਆਪਣਾ ਮੈਂ ਇੱਕ ਸਾਡਾ ਜਿਹੜਾ ਗੈਸ ਸਟੇਸ਼ਨ ਸੀ ਨਾ, ਉਦੋਂ NDP ਦੇ ਜਿਹੜਾ ਗ੍ਰੈਗ ਬਾਅਦ ਦੇ ਵਿੱਚ ਪ੍ਰੀਮੀਅਰ ਬਣਿਆ, ਇਹ ਖਜ਼ਾਨਾ ਮੰਤਰੀ ਸੀ। ਇਹਦੀ ਗੁਰਮੀਤ ਸੰਧੂ ਹੋਣਾ, ਬਲਜੀਤ ਹੋਣਾ ਨਾਮ ਵਾਹਵਾ ਜਾਣ ਪਛਾਣ ਸੀ, ਤੇ ਇਹਨਾਂ ਨੇ ਉਹਨੂੰ ਫੋਨ ਕੀਤਾ ਵੀ ਤੂੰ ਟੈਕਸ ਵਧਾਇਆ ਹੈ ਨਾ। ਇਹਨਾਂ ਦਾ ਉਹਨਾਂ ਨੇ ਜਦੋਂ ਟੈਕਸ ਵਧਾਇਆ ਨਾ ਤੇ ਉਹਨਾਂ ਨੇ ਟੈਕਸ ਪਹਿਲਾਂ ਤੋਂ ਸ਼ੁਰੂ ਕਰਤਾ ਜੀ। ਤੇ ਸਾਰੇ ਗੈਸ ਸਟੇਸ਼ਨਾਂ ਨੇ ਸਿਗਰਟਾਂ ਪਹਿਲਾਂ ਖਰੀਦ ਲਈਆਂ ਜੀ, ਤੇ ਉਹ ਉਹਨਾਂ ਨੇ ਜਾ ਕੇ ਸਾਰਿਆਂ ਸਿਗਰਟਾਂ ਗਿਣ ਕੇ ਉਹਨੇ ਪੈਸੇ ਟੈਕਸ ਦੇ ਲੈ ਲਏ। ਜੋ ਟੈਕਸ ਦੇ ਪੈਸੇ ਲੈਣੇ ਉਹਦੇ 'ਚ ਕੋਈ ਗਲਤ ਨਹੀਂ ਸੀ। ਉਹ ਸ਼ਿਕਾਇਤ ਵਾਲੇ ਨੇ ਕਿਹਾ ਵੀ ਇਹਨਾਂ ਨੇ ਹੇਰਾਫੇਰੀ ਕੀਤੀ ਹੈ ਜੀ। ਤੇ ਉਹ ਮੁੜ ਕੇ ਇਹਨਾਂ ਨੇ ਜੋ ਬਲਜੀਤ ਨੇ ਗ੍ਰੈਗ ਨੂੰ ਫੋਨ ਕੀਤਾ ਤੇ ਗ੍ਰੈਗ ਕਹਿੰਦੇ ਸੀ ਤੈਨੂੰ ਅਸੀਂ ਕੋਰਟ 'ਚ ਜਾਣਾ, ਕਹਿੰਦਾ ਜਦੋਂ ਅਸੀਂ ਪਾਸ ਕਰਤਾ ਹੁਣ ਤੂੰ ਕੋਰਟ 'ਚ ਜਾਂਦਾ, ਤੁਸੀਂ ਆਲਰੇਡੀ ਟੈਕਸ ਦਿੱਤਾ, ਤੁਹਾਨੂੰ ਜਾਣ ਦਾ ਕੋਈ ਫਾਇਦਾ ਨਹੀਂ, ਐਵੇਂ ਨਾ ਪੈਸੇ ਖਰਾਬ ਕਰਦੇ ਵਕੀਲ ਦੇ। ਤੇ ਖੈਰ ਜੀ ਮੁੜ ਕੇ ਕਾਹਦਾ ਜਾਣਾ ਸੀਗਾ, ਤੇ ਮੈਂ ਕਿਹਾ ਵੀ ਇਹ ਗੱਲ ਜਿਹੜੀ ਹੋਈ ਹੈ ਨਾ, ਇਹ ਤਾਂ ਤੁਸੀਂ ਗ੍ਰੈਗ ਤੋਂ ਪੁੱਛ ਲਓ। ਅੱਛਾ ਇਹਨਾਂ ਨੇ ਗ੍ਰੈਗ ਨੂੰ ਫੋਨ ਕੀਤਾ, ਗ੍ਰੈਗ ਕਹਿੰਦਾ ਤਾਂ ਗੱਲ ਹੋਈ ਸੀ ਤੇ ਇਹਦੇ 'ਚ ਇਹਨਾਂ ਦਾ ਕੋਈ ਕਸੂਰ ਨਹੀਂਗਾ, ਉਹ ਸਾਰਿਆਂ ਨੇ ਕੀਤਾ ਸੀਗਾ, ਸਾਰਾ ਤੁਸੀਂ ਟੈਕਸ ਲੈ ਲਿਆ ਸੀਗਾ। ਅੱਛਾ ਮੁੜ ਕੇ ਇੱਕ ਗੱਲ ਇਹ ਸੀ, ਉਦੋਂ ਅਗਲੀ ਗੱਲ ਇੱਕ ਇਹ ਸੀ ਕਿ ਮੈਂਬਰ ਸੀਗੇ ਡਬਲ ਬਣਾਏ ਵੇ, ਤੁਸੀਂ 2 ਪਾਰਟੀਆਂ ਮੈਂਬਰ ਨਹੀਂ ਸੀ ਬਣ ਸਕਦੇ। 35 ਮੈਂਬਰ ਇਹੋ ਜਿਹੇ ਸੀ ਜਿਹੜੇ ਡਬਲ ਬਣੇ ਸੀ। ਉਹ ਮੈਨੂੰ ਕਹਿੰਦੇ ਵੀ 35 ਮੈਂਬਰ, ਮੈਂ ਕਿਹਾ ਵੀ 35 ਮੈਂਬਰ ਮੈਂ ਤਾਂ ਨਹੀਂ ਬਣਾਏ, ਜਿਹਨੇ ਬਣਾਏ ਉਹਨੂੰ ਪੁੱਛ ਲਓ ਜੀ। ਉਹ ਮੁੜ ਕੇ ਕਹਿੰਦੇ ਚੱਲ ਤੇਰੇ 35 ਨੰਬਰ ਸੀ ਉਹ ਵਿੱਚੋਂ ਕੱਢ ਦਿੰਦੇ, ਫਿਰ ਵੀ ਜਿੱਦਾਂ ਇਹਦੀ ਕੋਈ ਗੱਲ ਨਹੀਂ, ਤੇ ਕਹਿੰਦੇ ਤੂੰ ਇਉਂ ਕਰੀ ਮੀਡੀਆ ਨੂੰ ਆਨਸਰ ਕੋਈ ਨਾ ਦੀ, ਪਰ ਅਸੀਂ ਤੈਨੂੰ ਕੱਲ੍ਹ ਤੱਕ ਜਵਾਬ ਦੇਵਾਂਗੇ ਜੀ। ਦੂਜੇ ਦਿਨ ਅਸੀਂ ਬੈਠੇ ਸੀ ਤੇ ਅਸੀਂ ਸੋਚੇ, ਮੈਨੂੰ ਜੂੜੀ ਦਾ ਹੀ ਫੋਨ ਆ ਗਿਆ, ਸਾਜਾ ਇੱਕ ਹੋਰ ਸੀ ਜੂੜੀ, ਉਹਦਾ MP ਸੀ ਜੀ, ਤੇ PNP ਦੇ 2 ਕੇਸ ਸੀਗੇ, ਇੱਕ ਕੇਸ ਮੇਰੇ ਕੋਲ ਆਇਆ। ਉਹ ਕਹਿੰਦਾ ਵੀ ਮੈਂ MP ਨਾਲ ਗੱਲ ਕਰਨੀ ਹੈ ਤੇ ਮੈਂ ਜਾਣਦਾ ਹੀ ਜੂੜੀ ਨੂੰ, ਮੈਂ ਕਿਹਾ ਚੱਲ ਆਪਾਂ ਕਰ ਲੈਂਦੇ ਹਾਂ ਅਸੀਂ। ਤੇ ਇੱਕ ਕੇਸ ਮਤਲਬ ਆਪਣੇ ਗੁਰਮੀਤ ਗਿੱਲ ਵੱਲੋਂ ਆਇਆ ਸੀ ਜੀ, ਤੇ ਉਹ ਅਸੀਂ ਜੂੜੀ ਨੂੰ ਦਿੱਤੇ। ਜੂੜੀ ਨੇ PNP ਨੂੰ ਕਰਦਾ, PNP ਨੇ ਦੱਸਿਆ ਵੀ ਇਹਨਾਂ ਦੇ ਡਾਕੂਮੈਂਟ ਫਾਲਸ ਸੀ ਤੇ ਇਸ ਵਾਸਤੇ ਅਸੀਂ ਇਹਨਾਂ ਕੇਸ ਰਿਜੈਕਟ ਕੀਤੇ ਜੀ। ਅੱਛਾ ਉਹ ਸ਼ਿਕਾਇਤ ਕਰਨ ਵਾਲੇ ਨੇ ਇਹ ਕਿਹਾ ਵੀ ਇਹ ਮਹਿੰਦਰ ਨੇ ਜਾਣ ਕੇ ਕਰਾਇਆ ਹੈ। ਅੱਛਾ ਜੀ। ਅੱਛਾ ਉਹ ਮੁੜ ਕੇ ਜੂੜੀ ਕਹਿੰਦੀ ਵੀ ਇਹਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ, ਇਹ ਆਦਮੀ ਉਹ ਜਿਹਾ ਹੈ ਨਹੀਂਗਾ, ਇਹਨੇ ਤਾਂ ਸਿਰਫ ਕਿਸੇ ਨੇ ਇਹਨੂੰ ਅਪਰੋਚ ਕੀਤਾ, ਇਹਨੇ ਮੇਰੇ ਕੋਲ ਆਇਆ ਜੀ ਇਨਕੁਆਇਰੀ ਕਰ ਲਈ, ਤੇ ਉਹਦੇ ਜਿਹਦਾ ਕੀ ਕਸੂਰ ਹੈ। ਮੈਨੂੰ ਜੁੜੀ ਦਾ ਫੋਨ ਕਿਹਾ ਮਹਿੰਦਰ ਤੂੰ ਫਿਕਰ ਨਾ ਕਰ, ਤੂੰ ਚੁੱਪ ਕਰਕੇ ਆਪਣੀ ਤਿਆਰੀ ਕਰ। ਮੈਂ ਫਿਰ ਵੀ ਡਰਾਂ। ਫਿਰ ਜਦੋਂ ਅਸੀਂ ਦੂਜੇ ਦਿਨ ਬਾਹਰ ਬੈਠੇ, ਉੱਥੇ ਬੈਠੇ ਆਪਣੇ ANW ਦੇ ਵਿੱਚ ਬੈਠੇ ਸੀ, ਤੇ ਉੱਥੇ ਬੈਠੇ ਕਾਫੀ ਕੋਈ ਪੀਂਦੇ ਸੀ, ਤੇ ਮੈਨੂੰ ਫੋਨ ਆ ਗਿਆ, ਕਹਿੰਦੇ ਵੀ ਇਉਂ ਗੱਲ ਹੈ ਅਸੀਂ ਤੇਰੀ ਅਪਰੂਵ ਕਰਤੀ ਨੋਮੀਨੇਸ਼ਨ ਜੀ, ਪਰ ਇਉਂ ਆ ਵੀ ਅਸੀਂ ਉਹ ਮੈਨੇਜਰ ਲਿਆਉਣਾ ਹੈ ਜਿਹੜਾ ਪਿਛਲੀਆਂ 18 ਚੋਂ 14 ਕੰਪੇਨਾਂ ਜਿੱਤਿਆ ਵਾ, ਉਸ ਸਕੈਚਵਾਂ 'ਚ ਹੈ ਜੀ, ਪਰ ਆਪਾਂ ਨੂੰ 5000 ਦੇਣਾ ਪਊ। ਮੈਂ ਕਿਹਾ ਪੈਸਾ ਪੂਸਾ ਦੀ ਕੋਈ ਗੱਲ ਨਹੀਂ, ਆਪਾਂ ਕਰ ਲਾਂਗੇ, ਤੇ ਤੁਸੀਂ ਪੈਸੇ ਲੈ ਆਓ ਜੀ। ਫਿਰ ਉਹਨਾਂ ਨੇ ਉਹ ਮੈਨੇਜਰ ਲਿਆਂਦਾ ਜੀ, ਤੇ ਉਹ ਮੈਨੇਜਰ ਉਹਦਾ ਵੈਸੇ ਤਜਰਬਾ ਇਹੋ ਜਿਹਾ ਸੀ ਨਾ, ਉਹਨੇ ਹੁਣ ਆਪਾਂ ਨੂੰ ਆਦਤ ਜੀ ਹੁੰਦੀ ਆ ਪਹਿਲੀਆਂ ਕੰਪੇਨਾਂ 'ਚ ਵੀ ਉਹਦਾ ਕੁਛ ਹੁੰਦਾ ਰਿਹਾ ਵੀ ਆਦਮੀਆਂ ਨੇ ਸ਼ਾਮ ਜਿਹਨੂੰ ਜਾ ਵੜਨਾ ਉਦੋਂ ਘੁੱਟ ਮਿਲ ਜੂਗੀ ਹੈ ਨਾ, ਤੇ ਦੂਜੇ ਟਾਈਮ ਤੇ ਉਹਨੇ ਜਦੋਂ ਉਹਦੇ ਕੋਲ ਆਦਮੀਆਂ ਨੇ ਆ ਜਾਣਾ, ਉਹਨੇ ਕਿਹਾ ਅੱਛਾ ਹਾਂ ਜੀ ਤੁਸੀਂ ਕਿਵੇਂ ਆਏ ਆ, ਉਹਨੇ ਕਿਹਾ ਵੀ ਮੈਂ ਤਾਂ ਹੈਲਪ ਕਰਨ ਵਾਸਤੇ ਆਇਆ, ਇਹਦਾ ਹੁਣ ਕਹਿਣਾ ਹੀ ਪੈਣਾ ਸੀ। ਅੱਛਾ ਚੰਗਾ ਜੀ ਆਹ ਪੇਪਰ ਚੱਕੋ ਤੇ ਫਲਾਨੀ ਸਟਰੀਟ ਤੇ ਪਾਇਓ ਜੀ। ਉਹਨੇ ਇਸ ਤਰ੍ਹਾਂ ਕਰਕੇ ਤੇ ਆਦਮੀ ਆਏ ਦਵਾ ਦਿੱਤਾ। ਤੇ ਉਹ ਮਤਲਬ ਉਹਦਾ ਵੈਸੇ ਮੁੜ ਕੇ ਇੱਕ ਵਾਰ ਗੈਰੀ ਡੂਅਰ ਆਇਆ,
ਤੇ ਉਦੋਂ ਗੈਰੀਡੋਰ ਸੀ ਨਾ ਲੀਡਰ, ਜੀ ਤੇ ਗੈਰੀਡੋਰ ਆਇਆ ਤੇ ਇੱਕ ਵਾਰ ਆ ਕੇ ਤੇ ਉਹਨੂੰ ਮੇਰਾ ਨਹੀਂ ਸੀ ਪਤਾ ਤੇ ਬਲਜੀਤ ਨੂੰ ਕਹਿੰਦਾ ਮਹਿੰਦਰ ਹਾਊ ਆਰ ਯੂ ਡੂਇੰਗ, ਉਹ ਕਹਿੰਦਾ ਨਹੀਂ ਮਹਿੰਦਰ ਤਾਂ ਅੰਦਰ ਹੈ। ਓਕੇ ਅੱਛਾ, ਉਹ ਖੈਰ ਮੇਰੇ ਕੋਲ ਆ ਕੇ ਮਾੜਾ ਮੋਟਾ ਹੈਲੋ ਹਾਈ ਕਰਕੇ ਮੈਂ ਚੱਲ ਰਹੀ ਕੰਪੇਨ, ਉਹ ਪੁੱਛ ਕੇ ਤੇ ਉੱਠ ਗਿਆ। ਉਦੋਂ ਮੁੜ ਕੇ ਬਿਲਕੁਲ ਨਾ ਆਇਆ ਸਾਡੇ ਕੰਪੇਨ 'ਚ। ਹਾਂਜੀ ਮੈਂ ਕਿਹਾ ਵੀ ਗੈਰੀ ਤੂੰ ਸਾਡੀ ਕੰਪੇਨ 'ਚ ਬਿਲਕੁਲ ਨਹੀਂ ਆਇਆ ਮੁੜ ਕੇ। ਕਹਿੰਦਾ ਮਹਿੰਦਰ ਅਸੀਂ ਤੈਨੂੰ ਨਹੀਂ ਸੀ ਦੱਸਣਾ ਚਾਹੁੰਦੇ ਵੀ ਤੂੰ ਸਲੋ ਡਾਊਨ ਨਾ ਹੋ ਜੇ, ਸਾਨੂੰ ਅਸੀਂ ਸਰਵੇ ਕਰਾਏ, ਸਾਨੂੰ ਪਤਾ ਹੀ ਤੂੰ ਜਿੱਤ ਰਿਹਾ, ਇਸ ਵਾਸਤੇ ਸਾਨੂੰ ਤੇਰੇ ਉੱਤੇ ਆਉਣ ਦੀ ਲੋੜ ਨਹੀਂ ਸੀ ਜੀ। ਹਾਂ, ਤੇ ਉਹ ਇਸ ਤਰ੍ਹਾਂ ਜੀ ਇਹ ਮਤਲਬ ਜਾਣੀ ਮੁੜ ਕੇ ਸੋਹਣੀਆਂ ਵੋਟਾਂ ਤੇ ਆਪਾਂ ਜਿੱਤ ਗਏ ਸੀ। ਕਮਿਊਨਿਟੀ ਨੇ ਬਹੁਤ ਮਦਦ ਕੀਤੀ ਜੀ, ਸਾਰੇ ਦਿਨ ਰਾਤ ਜਿੰਨੇ ਵੀ ਫਰੈਂਡ ਸੀ ਸਾਰਿਆਂ ਨੇ ਜਾਣਾ, ਪੇਪਰ ਪਾਉਣੇ, ਸਾਰਿਆਂ ਨੇ ਕੰਟੈਕਟ ਕਰਨਾ। ਮੇਰਾ ਖਿਆਲ ਜਿੱਤ ਕਮਿਊਨਿਟੀ ਸੀ। ਮੇਰੇ ਤਾਂ ਕੋਈ ਉਹ ਜਿਹਾ ਖਾਸ ਗੁਣ ਨਹੀਂ ਸੀ ਜਿਹੜਾ ਕਿ ਮੈਂ ਦੂਜਿਆਂ ਨੂੰ ਅਬਾਵ ਹੁੰਦਾ ਹੈ ਨਾ। ਬਿਲਕੁਲ ਜੀ। ਹਾਂਜੀ, ਤੇ ਤੁਸੀਂ ਸਰ ਵਿਨੀਪੈਗ ਦੇ ਲਈ ਤੇ ਆਪਣੀ ਕਮਿਊਨਿਟੀ ਦੇ ਲਈ ਤੁਸੀਂ ਆਪਣੀਆਂ 3 ਟਨਿਆਰਾਂ ਦੇ ਦੌਰਾਨ ਕੁਝ ਅਜਿਹੇ ਜੋ ਤੁਸੀਂ ਕੰਮ ਕੀਤੇ ਹੋਣਗੇ ਕਿ ਜੋ ਤੁਹਾਡੇ ਲਈ ਉਮਰ ਭਰ ਲਈ ਯਾਦ ਰੱਖੇ ਜਾਣ ਕਿ ਇਹ ਸਰਦਾਰ ਮਹਿੰਦਰ ਸਿੰਘ ਸਰਾਂ ਦੇ ਟਨਿਓਰ ਦੇ ਦੌਰਾਨ ਹੋਏ ਸੀ। ਇਦਾਂ ਦੇ ਕੰਮਾਂ ਬਾਰੇ ਸਰ ਤੁਸੀਂ ਜ਼ਰੂਰ ਚਾਨਣਾ ਪਾਓ ਜੀ ਇੱਥੇ। ਅੱਛਾ, ਸਭ ਤੋਂ ਇੰਪੋਰਟੈਂਟ ਜਿਹੜਾ ਕੰਮ ਹੋਇਆ ਉਹ ਤਾਂ ਹੋਇਆ ਪ੍ਰੋਵਿੰਸ਼ੀਅਲ ਨਾਮਨੀ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਚੇਂਜਸ ਕਰਵਾਈਆਂ ਨਾ ਜੀ। ਆਪਾਂ ਜਦੋਂ ਮੈਂ 2007 ਚ ਬਣਿਆ ਹੈਗਾ, ਹਾਂਜੀ, ਤੇ ਉਦੋਂ ਆਪਣੇ 700 ਫੈਮਲੀਆਂ ਆਈਆਂ ਪ੍ਰੋਵਿੰਸ਼ੀਅਲ ਨਾਮਨੀ ਪ੍ਰੋਗਰਾਮ ਥੱਲੇ ਜੀ। ਤੇ ਪਹਿਲੇ ਨੰਬਰ ਵਾਲੀ ਕਮਿਊਨਿਟੀ ਦੀਆਂ 2500 ਆਈਆਂ ਜੀ, ਤੇ ਦੂਜੇ ਵਾਲੀਆਂ 1400 ਆਈਆਂ ਜੀ। ਤੇ ਉਦੋਂ ਹੀ ਮੈਂ ਫਿਰ ਕਿਹਾ ਆਪਣੇ ਕੁਝ ਗੁਰਦੁਆਰਿਆਂ ਨੂੰ ਅਪਰੋਚ ਕੀਤਾ, ਮੈਂ ਕਿਹਾ ਤੁਸੀਂ ਚਿੱਠੀ ਲਿਖੋ ਮਿਨਿਸਟਰ ਨੂੰ ਤੇ ਮੈਨੂੰ ਕਾਪੀ ਕਰ ਲਓ ਜੀ। ਉਹ ਕਹਿੰਦੇ ਕੋਈ ਗੱਲ ਨਹੀਂ ਕੱਲਾਂਗੇ, ਪਰ ਆਪਣੇ ਘਰੋਂ ਕਰ ਜਾਂਦੇ ਕਿ ਉਹਨੇ ਨਾ ਕੱਲੀ। ਤੇ ਮੈਂ ਜਾ ਵੜਿਆ ਆਪਣੀ ਮਿਨਿਸਟਰ ਕੋਲ, ਨੈਂਸੀ ਐਲਨ ਸੀਗੀ ਜੀ। ਮੈਂ ਕਿਹਾ ਨੈਂਸੀ ਮੈਂ ਤੇਰੇ ਨਾਲ ਗੱਲ ਕਰਨੀ, ਕੋਈ ਸੁਜੈਸ਼ਨ ਹੈਗੇ ਆ ਪ੍ਰੋਵਿੰਸ਼ੀਅਲ ਨਾਮਨੀ ਪ੍ਰੋਗਰਾਮ। ਹਾਂਜੀ, ਤੇ ਉਹ ਕਹਿੰਦੀ ਚੱਲ ਮੈਨੂੰ ਹੱਸ ਕੇ ਕਹਿੰਦੀ ਜਿਹੜਾ ਵੀ ਨਵਾਂ ਬਣਦਾ ਨਾ ਉਹਦੇ ਚਿੱਤੇ 'ਚ ਇਹ ਹੁੰਦਾ ਵੀ ਮੈਨੂੰ ਦੂਜਿਆਂ ਨੂੰ ਜ਼ਿਆਦਾ ਪਤਾ ਤੇ ਤੂੰ ਕੋਈ ਗੱਲ ਨਹੀਂ ਆ ਜੀ। ਮੈਂ ਕਿਹਾ ਨਹੀਂ ਨੈਂਸੀ ਮੇਰਾ ਖਿਆਲ ਉਹਨੂੰ ਦੂਜਿਆਂ ਨੂੰ ਜ਼ਿਆਦਾ ਪਤਾ ਨਹੀਂ ਹੁੰਦਾ, ਪਰ ਮੈਨੂੰ ਜ਼ਰੂਰ ਪਤਾ। ਕਹਿੰਦੇ ਤੈਨੂੰ ਕਿਆ ਪਤਾ? ਮੈਂ ਕਿਹਾ ਮੈਂ ਜਦੋਂ ਇੱਥੇ ਆਇਆ ਵਿਜ਼ਟਰ ਆਇਆ, ਮੈਂ ਫੇਲ ਹੋਇਆ, ਫਿਰ ਮੈਂ PhD 'ਚ ਪਾਸ ਹੋਇਆ, ਫਿਰ ਉਸ ਤੋਂ ਬਾਅਦ ਮੈਂ ਬਥੇਰੇ ਲੋਕਾਂ ਦੇ ਫਾਰਮ ਵੀ ਭਰੇ ਆ, ਤੇ ਇਸ ਵਾਸਤੇ ਮੈਨੂੰ ਸਾਰਾ ਪਤਾ ਵੀ ਕੀ ਲੰਮਾ ਤਜਰਬਾ। ਕਹਿੰਦੀ ਚੰਗਾ ਮੈਨੂੰ ਤਾਂ ਨਹੀਂ ਪਤਾ, ਮੈਂ ਤੇਰੀ ਆਪਣੀ ਮੀਟਿੰਗ ਆਪਣੇ ਡਿਪਟੀ ਮਿਨਿਸਟਰ ਨਾਲ ਕਰਾਉਣੀ ਆ ਜੀ। ਖੈਰ ਉਹਨਾਂ ਨਾਲ ਮੈਂ ਗੱਲ ਕੀਤੀ, ਉਹ ਹਜੇ ਗੱਲ ਕੋਈ ਬਹੁਤੀ ਸਿਰੇ ਨਾ ਚੜੀ। ਤੇ ਮੁੜ ਕੇ ਮੈਂ ਗੈਰੀਡੋਰ ਪ੍ਰੀਮੀਅਰ ਸੀ ਤੇ ਉਹਨੂੰ ਮੈਂ ਚਿੱਠੀ ਲਿਖੀ, ਮੈਂ ਕਿਹਾ ਵੀ ਮੇਰੇ ਕੋਲ ਕੋਈ ਸੁਜੈਸ਼ਨ ਹੈਗੇ ਆ ਤੇ ਮੈਂ ਉਹ ਤੈਨੂੰ ਸੁਜੈਸ਼ਨ ਦੇਣੇ ਆ। ਉਹ ਇਸ ਸਤੰਬਰ ਦੀ ਗੱਲ ਹੈ ਜਿਹੜਾ ਸਰਵੇ ਸਟੈਟਿਸਟਿਕਸ ਆਇਆ ਸੀਗਾ ਜੋ ਆਪਣੇ 700 ਫੈਮਲੀਆਂ, ਉਹ ਆਪਣੇ ਅਗਸਤ ਦੇ ਵਿੱਚ ਆਇਆ ਸੀ ਜੀ। ਤੇ ਮੈਨੂੰ ਕਹਿੰਦਾ ਵੀ ਆਉਂ ਗੱਲ ਹੈ ਵੀ ਹੁਣ ਆਪਣਾ ਸੈਸ਼ਨ ਚੱਲਣਾ ਤੇ ਮੈਂ ਤੇ ਨਾਲ ਜਨਵਰੀ 'ਚ ਗੱਲ ਕਰੂੰਗਾ। ਓਕੇ, ਉਹਨੇ ਜਨਵਰੀ 'ਚ ਆਪਦੀ ਸੈਕਟਰੀ ਨੂੰ ਕਿਹਾ ਵੀ ਮਹਿੰਦਰ ਨੂੰ ਕਹੋ ਹੁਣ ਉਹ ਚਿੱਠੀ ਵੀ ਚੱਕ ਲੈ ਜਿਹੜੀ ਉਹ ਮੈਨੂੰ ਕੱਲੀ ਸੀ, ਮੈਨੂੰ ਸਾਨੂੰ ਮਿਲਦੀ ਰਹੀ ਜੀ। ਤੇ ਉਹ ਕੁੜੀ ਕਹਿੰਦੀ ਵੀ ਤੂੰ ਚਿੱਠੀ ਵੀ ਲਈ, ਤੇ ਮੈਂ ਖੈਰ ਮੈਂ ਚਿੱਠੀ ਭਾਲਦਾ ਸੀ ਤੇ ਮੁੜ ਕੇ ਉਹਦਾ ਫੇਰ ਫੋਨ ਆਇਆ, ਕਹਿੰਦੀ ਨਹੀਂ ਸਾਨੂੰ ਚਿੱਠੀ ਮਿਲ ਗਈ, ਤੂੰ ਆ ਜਾ ਜੀ। ਮੈਂ ਗਿਆ ਤੇ ਉਹਦਾ ਚੀਫ ਆਫ ਸਟਾਫ ਸੀ ਤੇ ਗੈਰੀ ਸੀ। ਮੈਂ ਗੈਰੀ ਨੂੰ ਕਿਹਾ, ਮੈਂ ਕਿਹਾ ਗੈਰੀ ਆਪਾਂ ਨੂੰ ਮੈਨੂੰ ਰੀਜਨ ਦਾ ਇਉਂ ਪਤਾ ਲੱਗਾ ਕਿ ਇਹ ਸਾਡੇ ਆਦਮੀ ਘੱਟ ਕਿਉਂ ਆਉਂਦੇ ਆ। ਇੱਕ ਤਾਂ ਇਉਂ ਸੀ ਵੀ ਨਰਸਿਸ ਨੂੰ ਜੌਬ ਲੈਟਰ ਲੈਣੀ ਪੈਂਦੀ ਸੀ ਜੀ, ਤੇ ਇਹ ਫਿਲੀਪੀਨੋ ਦੀਆਂ ਨਰਸਾਂ ਜਿਹੜੀਆਂ ਸੀ ਉਹ ਤਾਂ ਇਹਦੇ ਵਿੱਚ ਮਸ਼ਹੂਰ ਹੀ ਸੀ ਵੀ ਐਜ਼ ਨਰਸਿੰਗ ਪ੍ਰੋਫੈਸ਼ਨ 'ਚ ਜੀ। ਤੇ ਆਪਣੀਆਂ ਨਰਸਾਂ ਤੇ ਇਹ ਪਾਬੰਦੀ ਸੀ ਕਿ ਗਰੁੱਪ 'ਚੋਂ ਇਕੱਠੀਆਂ ਆ ਨਹੀਂ ਸਕਦੀਆਂ ਕਿਉਂਕਿ UNO ਦੇ ਹਿਸਾਬ ਨਾਲ ਬੰਦੇ ਆਪਣੇ ਜ਼ਿਆਦਾ ਹੈ, ਨਰਸਾਂ ਘੱਟ ਹੈ ਫਿਲੀਪੀਨ 'ਚ, ਮਤਲਬ ਨਰਸਾਂ ਜ਼ਿਆਦਾ ਹੈ ਮੁਕਾਬਲੇ ਜੀ। ਇਸ ਵਾਸਤੇ ਉਵੇਂ ਤਾਂ ਆ ਨਹੀਂ ਸਕਦੀਆਂ। ਦੂਜੇ ਪਾਸੇ ਇੱਥੇ ਜੌਬ ਲੈਟਰ ਦੇਣੀ ਪੈਂਦੀ ਸੀ, ਜੌਬ ਲੈਟਰ ਦੇਣ। ਹੋਰ ਕਈ ਪ੍ਰੋਫੈਸ਼ਨ ਸੀਗੇ, ਟੀਚਰ ਆਪਣੇ ਨੂੰ ਟੀਚਰ ਨੂੰ ਬਰਾਬਰ ਨਹੀਂ ਸਮਝਦੇ, ਦੂਸਰਿਆਂ ਨੂੰ ਟੀਚਰ ਨੂੰ ਬਰਾਬਰ ਸਮਝਦੇ, ਆਪਣੇ ਟੀਚਰ ਨੂੰ ਅਸੈਸਮੈਂਟ ਕਰਾਉਣੀ ਪੈਂਦੀ ਸੀ। ਇਹ ਹਾਲ ਆਪਣੇ ਫਾਰਮੇਸ ਦੇ ਕਈ ਮਤਲਬ ਕਿਤੇ ਸੀ, ਇੰਨੀ ਲਿਸਟ ਬਣੀ ਵੀ ਸੀ ਜਿੰਨਾ ਕੁਛ ਨਾ ਕੁਛ ਉਹਦਾ ਕਰਨਾ ਪੈਂਦਾ ਸੀ ਜੀ। ਤੇ ਮੈਂ ਹੁਣ ਗੈਰੀਡੋਰ ਨੂੰ ਕਿਹਾ, ਮੈਂ ਕਿਹਾ ਅੱਜ ਟਰੱਕ ਡਰਾਈਵਰ ਨੂੰ ਲੈਣੀ ਪੈਂਦੀ ਸੀ ਜੌਬ ਲੈਟਰ ਹੈ ਜੀ। ਬਿਲਕੁਲ ਹਾਂ, ਮੈਂ ਗੈਰੀਡੋਰ ਨੂੰ ਕਿਹਾ, ਮੈਂ ਕਿਹਾ ਗੱਲ ਸੁਣੋ ਆਪਾਂ ਨੂੰ ਨਰਸਾਂ ਚਾਹੀਦੀਆਂ? ਕਹਿੰਦਾ ਹਾਂ ਚਾਹੀਦੀਆਂ। ਮੈਂ ਕਿਹਾ ਫਿਰ ਇੱਥੋਂ ਬੈਠਾ ਕਿਹੜਾ ਹਸਪਤਾਲ ਇੰਡੀਆ ਜਾਂ ਫਿਲੀਪੀਨਸ, ਮੈਂ ਸਾਰਾ ਨਾਂ ਹੀ ਲੈਣਾ ਸੀ। ਮੈਂ ਇੰਡੀਆ ਕਿਹੜਾ ਇਹਨਾਂ ਨੂੰ ਜੌਬ ਲੈਟਰ ਦੇ ਦੂਗਾ, ਜੌਬ ਲੈਟਰ ਕਿਵੇਂ ਦੇ ਦੂਗਾ, ਕਿਵੇਂ ਇਹਨਾਂ ਨੂੰ ਯਕੀਨ ਹੋਊਗਾ ਹੈ। ਕਹਿੰਦਾ ਯਾਰ ਇਹ ਵੀ ਗੱਲ ਠੀਕ ਹੈ। ਮੈਂ ਕਿਹਾ ਆਪਾਂ ਨੂੰ ਚਾਈਲਡ ਕੇਅਰ ਵਰਕਰ ਚਾਹੀਦੇ ਆ ਜੀ। ਕਹਿੰਦਾ ਹਾਂ ਚਾਹੀਦੇ ਆ। ਤੇ ਮੈਂ ਕਿਹਾ ਜੀ ਜੇ ਟੀਚਰ ਹੈ, ਜੋ ਟੀਚਰ ਨਾ ਬਣਨਗੇ ਤੇ ਘੱਟੋ ਘੱਟ ਚਾਈਲਡ ਕੇਅਰ ਵਰਕਰ ਤਾਂ ਬਣ ਜਾਣਗੇ। ਤੁਸੀਂ ਉਹਨਾਂ ਨੂੰ ਅਸੈਸਮੈਂਟ ਕਰਾਉਣੇ ਆ ਤੇ ਉਹ ਮਤਲਬ ਉਹਨਾਂ ਨੂੰ ਕਾਫੀ ਪ੍ਰੋਬਲਮ ਆ ਰਹੀ ਹੈ ਜੀ। ਤੇ ਕਹਿੰਦਾ ਹਾਂ ਯਾਰ ਇਹ ਵੀ ਗੱਲ ਠੀਕ ਹੈ ਜੀ।
ਮੈਂ ਕਿਹਾ ਇਉਂ ਦੱਸ ਵੀ ਆਪਾਂ ਨੂੰ ਟਰੱਕ ਡਰਾਈਵਰ ਚਾਹੀਦੇ? ਕਹਿੰਦਾ ਹਾਂ ਉਹ ਤਾਂ ਚਾਹੀਦੇ ਆ। ਮੈਂ ਕਿਹਾ ਫਿਰ ਤੁਸੀਂ ਟਰੱਕ ਡਰਾਈਵਰਾਂ ਤੇ ਜੇ ਜੌਬ ਲੈਟਰ ਦੀ ਕੰਡੀਸ਼ਨ ਲਾਈ ਆ ਬਿਲਕੁਲ ਤੇ ਉਹਦੇ ਚੋਂ ਐਕਸਪਲੋਇਟ ਵੀ ਹੁੰਦੇ ਆ ਜੀ, ਤੇ ਤੁਸੀਂ ਇਹ ਕਿਉਂ ਕਰਨ ਦਿੰਦੇ ਆ? ਕਹਿੰਦਾ ਯਾਰ ਇਹ ਵੀ ਗੱਲ ਠੀਕ ਹੈ। ਆਪਦੇ ਚੀਫ ਆਫ ਸਟਾਫ ਨੂੰ ਕਹਿੰਦਾ ਕਿ ਮਹਿੰਦਰ ਦੀ ਜਿਹੜੀ ਨਾ ਮੀਟਿੰਗ ਡਿਪਟੀ ਮਿਨਿਸਟਰ ਨਾਲ ਕਰਵਾ। ਜੀ ਅੱਛਾ, ਡਿਪਟੀ ਮਿਨਿਸਟਰ ਜਦੋਂ ਮੈਂ ਰੈੱਡ ਰਿਵਰ ਕਾਲਜ ਵਿੱਚ ਚੀਫ ਇੰਜੀਨੀਅਰ ਦੇ ਜਦੋਂ ਡਾਇਰੈਕਟਰ ਸੀਗਾ ਫਿਜ਼ੀਕਲ ਪਲਾਂਟ ਦਾ ਜੀ, ਉਹਦਾ ਆਪਣੇ ਗਵਰਨਮੈਂਟ ਸਰਵਿਸਿਜ਼ ਦਾ, ਹਾਂਜੀ ਤੇ ਉਹ ਮੈਨੂੰ ਜਾਣਦਾ ਸੀ। ਤੇ ਜਦੋਂ ਮੈਂ ਉਹ ਮੈਨੂੰ ਮਿਲਿਆ ਇੱਕ ਫੰਕਸ਼ਨ, ਮੈਂ ਕਿਹਾ ਗੈਰੀ ਨੇ ਮੇਰੇ ਤੇਰੇ ਨਾਲ ਮੀਟਿੰਗ ਰੱਖਣ ਨੂੰ ਕਿਹਾ ਸੀਗਾ, ਜੈਫ ਵੀ ਕਿਵੇਂ ਮਿਲੀਏ? ਉਹ ਕਹਿੰਦਾ ਕੋਈ ਗੱਲ ਨਹੀਂ, ਤੂੰ ਮੈਨੂੰ ਵੇਖ ਲੈ। ਤੇ ਮੈਂ ਡਿਪਟੀ ਮਿਨਿਸਟਰ ਨਾਲ ਅਸਿਸਟੈਂਟ ਡਿਪਟੀ ਮਿਨਿਸਟਰ ਨਾਲ ਹੈ, ਮੈਂ ਕਿਹਾ ਲੈ ਜੀ। ਜਦੋਂ ਮੈਂ ਡਿਪਟੀ ਮਿਨਿਸਟਰ ਤੇ ਸਾਡੀ ਮੀਟਿੰਗ ਫਿਰ ਹਫ਼ਤੇ ਕੁ ਬਾਅਦ ਹੋਈ ਤੇ ਮੈਨੂੰ ਕਹਿੰਦਾ ਵੀ ਮੈਂ ਸਾਰਾ ਦੱਸਿਆ ਵੀ ਆਹ ਚੀਜ਼ਾਂ ਹੈ, ਮੈਂ ਚਾਹੁੰਦਾ ਵੀ ਇਹ ਜੇ ਸਾਰੀਆਂ ਕੰਡੀਸ਼ਨਾਂ ਰਿਮੂਵ ਹੋ ਜਾਣ। ਜੀ, ਨਹੀਂ ਘੱਟੋ ਘੱਟ ਟਰੱਕ ਡਰਾਈਵਰ ਤੇ ਆਹ 3 ਕੰਡੀਸ਼ਨਾਂ ਤਾਂ ਜ਼ਰੂਰੀ ਰਿਮੂਵ ਹੋਣ ਨਾ। ਜੀ, ਤੇ ਕਹਿੰਦਾ ਵੀ ਕਹਿੰਦਾ ਇਉਂ ਕਰ, ਇੱਕ ਗੱਲ ਹੈ ਜਦੋਂ ਤੁਹਾਡੇ ਆਦਮੀ ਉੱਧਰੋਂ ਆ ਜਾਂਦੇ ਨਾ ਮੁੜ ਕੇ ਇੱਥੇ ਆ ਕੇ ਇਉਂ ਕਹਿੰਦੇ ਆ, ਉੱਥੋਂ ਸਾਨੂੰ ਤੁਸੀਂ ਇੰਜੀਨੀਅਰ ਸੱਦਿਆ ਸੀ ਜਾਂ ਡਾਕਟਰ ਸੱਦਿਆ ਸੀ, ਹੁਣ ਸਾਨੂੰ ਤੁਸੀਂ ਉਹਦੀ ਜਾਬ ਨਹੀਂ ਦਿੰਦੇ। ਬਿਲਕੁਲ ਜੀ। ਮੈਂ ਕਿਹਾ ਵੀ ਆਪਾਂ ਚਿੱਠੀ ਤੇ ਲਿਖ ਦਿੰਦੇ ਹੁੰਦੇ ਵੀ ਅਸੀਂ ਤੈਨੂੰ ਇੰਜੀਨੀਅਰ ਮੰਨਦੇ ਆ, ਅਸੀਂ ਤੈਨੂੰ ਟੀਚਰ ਮੰਨਦੇ ਆ, ਪਰ ਜ਼ਰੂਰੀ ਤੈਨੂੰ ਇਹ ਜਾਬ ਮਿਲੂਗੀ। ਉਦੋਂ ਬਾਅਦ ਉਹਦਾ ਜੀ ਕਰੇ ਆਵੇ ਜਾਂ ਨਾ ਜੀ ਕਰੇ ਆਪਾਂ ਨੂੰ ਕਹਿਦਾ। ਮੈਂ ਕਿਹਾ ਜੇ ਫਿਰ ਵੀ ਪ੍ਰੋਬਲਮ ਹੋਈ ਤਾਂ ਮੇਰੇ ਕੋਲ ਕਰ ਦਿਓ ਜੀ। ਇੱਕ ਦੋ ਆਦਮੀਆਂ ਦੀ ਹੋਈ ਵੀ ਮੇਰੇ ਕੋਲ ਆਏ ਵੀ ਮੈਨੂੰ ਮੈਂ ਕਿਹਾ ਭਲੇ ਮਾਨਸੋ ਤੁਸੀਂ ਆ ਗਏ, ਤੁਹਾਡੇ ਬੱਚੇ ਆ ਗਏ, ਤੁਸੀਂ ਮੁੜ ਜਾਓ, ਤੁਹਾਡੇ ਬੱਚੇ ਪੱਕੇ ਹੋ ਗਏ ਤੇ ਤੁਸੀਂ ਤਾਂ ਮਤਲਬ ਕਿੰਨੇ ਪੈਸੇ ਬਣਾ ਲਓਗੇ, ਆਪਣੇ ਦਾਜ ਦੂਜ ਵਾਹ ਲੈਂਦੇ ਹੋ ਉੱਥੇ। ਤੇ ਮੈਂ ਕਿਹਾ ਤੁਸੀਂ ਤਾਂ ਕਿੰਨੇ ਬਣਾ ਲੈਣੇ ਆ, ਮੈਂ ਹੱਸਣ ਲੱਗ ਗਿਆ। ਖੈਰ ਇਸ ਤਰ੍ਹਾਂ ਹੋਇਆ ਤੇ ਉਹ ਕਹਿੰਦਾ ਮੈਨੂੰ ਇਉਂ ਕਰ ਵੀ 1 ਮਹੀਨਾ, ਇਹ ਮੇਰੀ ਉਹਨਾਂ ਨਾਲ ਮੀਟਿੰਗ ਹੋਈ ਹੈ ਮੇਰੇ ਖਿਆਲ ਜੂਨ ਦੇ ਐਂਡ ਜੇ ਤੇ ਮੈਨੂੰ ਕਹਿੰਦੇ 1 ਮਹੀਨਾ ਤੂੰ ਸਾਨੂੰ ਸੋਚ ਲੈਣ ਦੇ, ਟਾਈਮ ਦਿਓ ਜੀ। ਹਾਂ ਟਾਈਮ ਦਿਓ। 1 ਮਹੀਨੇ ਬਾਅਦ ਉਹਨਾਂ ਨੇ ਅਸੀਂ ਦੁਬਾਰਾ ਮੀਟਿੰਗ ਦੁਬਾਰਾ ਨਾ ਸੱਦੀ ਤੇ ਮੁੜ ਕੇ ਮੈਨੂੰ ਕਹਿੰਦੇ ਵੀ ਚੰਗਾ ਤੂੰ ਇਉਂ ਕਰ ਨਾ, ਅਸੀਂ ਫੋਲਕਲੋਰਾਮਾ ਤੇ ਜਾਂਦੇ ਸੀ, ਜਾਪਾਨੀਜ਼ ਪਵੇਲੀਅਨ ਸੀਗਾ, ਮੈਂ ਵੀ ਸੀ ਤੇ ਮਿਨਿਸਟਰ ਵੀ ਸੀ, ਉਹ ਨੈਂਸੀ ਤੇ ਆਪਣਾ ਦੂਸਰਾ ਅਸਿਸਟੈਂਟ ਡਿਪਟੀ ਮਿਨਿਸਟਰ ਸੀ ਜੀ। ਅਸਿਸਟੈਂਟ ਡਿਪਟੀ ਮਿਨਿਸਟਰ ਮੈਨੂੰ ਪਾਸੇ ਕਰਕੇ ਕਹਿੰਦਾ ਮਹਿੰਦਰ ਆਪਾਂ ਪਰਸੋਂ ਨੂੰ ਅਨਾਉਂਸ ਕਰ ਦੇਣਾ, ਸਾਰੀਆਂ ਕੰਡੀਸ਼ਨਾਂ ਰਿਮੂਵ ਕਰ ਦੇਵਾਂਗੇ ਜੀ। ਮੈਂ ਕਿਹਾ ਚਲੋ ਬਹੁਤ ਵਧੀਆ। ਉਹਨੇ ਜਦੋਂ ਕੰਡੀਸ਼ਨਾਂ ਸਾਰੀਆਂ ਰਿਮੂਵ ਕੀਤੀਆਂ ਫਿਰ ਆਪਣਾ ਕੰਮ ਥੋੜਾ ਜਿਹਾ ਵਧਣ ਲੱਗਾ ਜੀ। ਪਰ ਉਦੋਂ ਬਾਅਦ ਇੱਕ ਪ੍ਰੋਬਲਮ ਹੋਰ ਆਉਂਦੀ ਸੀ, ਇਹ ਜਦੋਂ ਅਸੈਸ ਕਰਦੇ ਸੀ ਨਾ, ਹਾਂਜੀ ਦੂਸਰੇ ਦੇਸ਼ਾਂ ਦਾ ਮੈਂ ਨਾਂ ਨਹੀਂ ਲੈਂਦਾ, ਉਹਨਾਂ ਦੇਸ਼ਾਂ ਦੇ ਤਾਂ 7-8 ਨੰਬਰ ਦੇ ਦੇਣੇ ਇੰਗਲਿਸ਼ ਦੇ ਜੀ ਆਟੋਮੈਟਿਕਲੀ ਜੀ, ਤੇ ਆਪਣਿਆਂ ਨੂੰ ਜ਼ਿਆਦਾ 3-4 ਨੰਬਰ ਦੇ ਕੇ ਫੇਲ ਕਰ ਦੇਣਾ ਤੇ ਜਾਂ ਕਿਹੜਾ ਆਈਲੈਟ ਲਿਖ ਆਪਣਾ ਖਰਚ ਵੀ ਜੀ। ਉਦੋਂ ਫਿਰ ਜੈਨੀਫਰ ਹਾਵਰਡ ਸੀ ਮਿਨਿਸਟਰ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਜੈਨੀਫਰ ਮੁੰਡੇ ਕੁੜੀਆਂ ਸਾਡੇ ਵੀ ਇੰਗਲਿਸ਼ ਪੜ੍ਹਦੇ ਆ, ਇੰਟੈਲੀਜੈਂਟ ਹੈ ਜੀ, ਦੂਜੇ ਦੇਸ਼ਾਂ ਦੇ ਪੜ੍ਹਦੇ, ਸਾਨੂੰ ਤਾਂ ਤੁਸੀਂ 3-4 ਨੰਬਰ ਦੇ ਕੇ ਫੇਲ ਕਰ ਦਿੰਦੇ ਤੇ ਜਾਂ ਕਹਿੰਦੇ ਆਈਲੈਟ ਤੇ ਸਾਡਾ ਖਰਚ ਵੱਧ ਹੁੰਦਾ ਤੇ ਇਹ ਤਾਂ ਫੇਅਰ ਨਹੀਂ। ਕਹਿੰਦੀ ਗੱਲ ਤਾਂ ਤੇਰੀ ਮਹਿੰਦਰ ਠੀਕ ਹੈ, ਤੇ ਤੂੰ ਕੀ ਸੁਜੈਸਟ ਕਰਦਾ? ਮੈਂ ਕਿਹਾ ਜਾਂ ਤਾਂ ਸਾਰਿਆਂ ਨੂੰ ਇੱਕੋ ਜਿਹਾ ਨੰਬਰ ਦਿਓ ਜਾਂ ਸਾਰਿਆਂ ਨੂੰ ਆਈਲੈਟ ਕਰ ਦਿਓ, ਸਾਰਿਆਂ ਨੂੰ ਕੰਪਲਸਰੀ ਕਰ ਦਿਓ। ਫਿਰ ਉਹਨਾਂ ਨੇ ਫਿਰ ਆਈਲੈਟ ਸਾਰਿਆਂ ਵਾਸਤੇ ਕੰਪਲਸਰੀ ਕਰਤਾ, ਪਰ ਸਾਰਿਆਂ ਨੂੰ ਲਿਖਣਾ ਪੈਂਦਾ ਸੀਗਾ ਜੀ ਜੀ। ਤੇ ਉਹ ਮਤਲਬ ਉਹਦੇ ਨਾਲ ਫਿਰ ਆਪਣਾ ਇੰਨਾ ਫਰਕ ਪੈ ਗਿਆ ਕਿ 2007 ਚ ਜਦੋਂ ਅਸੀਂ ਡਿਸਟੈਂਟ ਤੀਜੇ ਨੰਬਰ ਤੇ ਅਸੀਂ 700 ਆਦਮੀ ਆਪਣੀਆਂ ਫੈਮਲੀਆਂ ਆਈਆਂ ਜੀ, 2016 ਚ ਅਸੀਂ ਪਹਿਲੇ ਨੰਬਰ ਤੇ ਆ ਗਏ। ਕੀ ਬਾਤ ਹੈ, ਹਾਂਜੀ ਜੀ ਪਹਿਲੇ ਨੰਬਰ ਤੇ ਆ ਗਏ। 2 ਤਰ੍ਹਾਂ ਸਾਡੀ ਫਿਰ ਇਸੇ ਤਰ੍ਹਾਂ ਆਪਣਾ ਜਿਵੇਂ ਸਟੂਡੈਂਟ ਦੇ ਵੀ ਹਿਸਾਬ ਦੇ ਵਿੱਚ ਮੈਂ ਮਿਨਿਸਟਰ ਨਾਲ ਗੱਲ ਕੀਤੀ। ਮੈਂ ਕਿਹਾ ਗੱਲ ਸੁਣ, ਹਾਂਜੀ ਵੀ ਆਪਣੇ ਸਟੂਡੈਂਟ ਹੁਣ ਬਾਹਰ ਪ੍ਰੋਵਿੰਸ ਆ ਜਾਂਦੇ ਆ 5.5 ਨੰਬਰ ਲੈ ਕੇ, ਥੋੜੇ ਆਪਣੇ ਇੱਥੇ 6.5-7 ਕੀਤੇ ਵਿਆਰੇ ਡਿਲੀਵਰ ਦੇ ਜੀ, ਤੇ ਅਸੀਂ ਕਿਉਂ ਨਹੀਂ ਉਹਨਾਂ ਦੇ ਬਰਾਬਰ ਕਰਦੇ ਜੀ? ਉਹ ਕਹਿੰਦਾ ਮੈਂ ਪਤਾ ਕਰੂੰ, ਸ਼ਾਇਦ ਆਪਾਂ ਇੰਟਰਫੀਅਰ ਬਹੁਤਾ ਨਾ ਕਰ ਸਕੇ। ਮੈਂ ਕਿਹਾ ਸੁਜੈਸਟ ਉਹਨਾਂ ਨੂੰ ਕਰੋ ਵੀ ਇੱਥੇ ਵੀ ਆਪਣੇ ਸਟੂਡੈਂਟ ਹੋਣ, ਜੋ ਆਪਣੇ ਸਟੂਡੈਂਟ ਹੋਣਗੇ ਆਪਣੀ ਆਮਦਨ ਵਧੂਗੀ। ਬਿਲਕੁਲ, ਤੇ ਆਪਾਂ ਕਿਉਂ ਨਹੀਂ ਕਰਦੇ? ਬਿਲਕੁਲ। ਤੇ ਖੈਰ ਉਦੋਂ ਬਾਅਦ ਮੈਂ ਨਾ ਉਹਨਾਂ ਦਾ ਪ੍ਰੈਜ਼ੀਡੈਂਟ ਸੀਗੀ, ਲੇਡੀ ਸੀ BC ਤੋਂ ਆਈ ਸੀ ਜੀ, ਉਹ ਮੈਂ ਕਿਸੇ ਪ੍ਰੋਗਰਾਮ ਤੇ ਉੱਥੇ ਗਿਆ ਤੇ ਮੈਂ ਉਹਨੂੰ ਕਿਹਾ, ਮੈਂ ਗੱਲ ਸੁਣੋ, ਆਪਣੇ ਇੱਥੇ ਸਟੂਡੈਂਟ ਘੱਟ ਆਉਂਦੇ ਤੇ ਆਪਾਂ ਐਵੇਂ ਕਿਉਂ ਨਹੀਂ ਕਰਦੇ? ਉਹ ਕਹਿੰਦੀ ਮਹਿੰਦਰ ਤੇਰੀ ਗੱਲ ਠੀਕ ਹੈ, ਜੇ ਅਸੀਂ ਇੱਕ ਸਟੂਡੈਂਟ ਸਾਦੇ ਹਾਂ ਤੇ ਇੱਕ ਸਟੂਡੈਂਟ ਦੀ ਸਾਨੂੰ ਹੋਰ ਫੀਸ ਮਿਲ ਜਾਂਦੀ ਹੈ, ਅਸੀਂ ਤਾਂ ਇੱਕ ਵੈਕੈਂਸੀ ਹੋਰ ਕ੍ਰੀਏਟ ਕਰਦੇ ਹਾਂ ਜੀ, ਇਸ ਵਾਸਤੇ ਵੀ ਆਪਾਂ ਕਰਾਂਗੇ। ਉਹਨਾਂ ਨੇ ਫਿਰ ਹੌਲੀ ਹੌਲੀ ਮੇਰਾ ਖਿਆਲ ਥੋੜਾ ਹੋਰ ਰਿਲੈਕਸ ਕੀਤਾ, ਥੋੜਾ ਜਿਹਾ ਮਤਲਬ ਫੈਡਰਲ ਗਵਰਨਮੈਂਟ ਨੇ ਕਰਤਾ ਵੀ ਘੱਟੋ ਘੱਟ ਇੰਨੇ ਨੰਬਰ ਹੋਣੇ ਚਾਹੀਦੇ, ਤੇ ਉਸ ਤਰ੍ਹਾਂ ਫਿਰ ਆਪਣੇ ਇੱਥੇ ਸਟੂਡੈਂਟ ਆਉਣ ਲੱਗੇ। ਪਹਿਲਾਂ ਤਾਂ ਇਹ ਹੁੰਦਾ ਸੀ ਕਿ ਸਟੂਡੈਂਟ ਨੇ ਉੱਥੇ ਆਪਣੇ ਆਉਣਾ ਟੋਰਾਂਟੋ ਵਗੈਰਾ ਜਾਂ ਦੂਸਰੇ ਸੂਬੇ 'ਚ ਆਉਣਾ, ਉੱਥੇ ਜਾ ਕੇ ਪੜ੍ਹਾਈ ਕਰਕੇ ਇੱਥੇ ਆ ਕੇ ਉਹਨਾਂ ਨੇ ਅਪਲਾਈ ਕਰ ਦੇਣਾ ਜੌਬ ਦੇ ਲਈ, ਮੁੜ ਕੇ ਉਹ ਅਪਲਾਈ ਕਰਕੇ ਪੱਕੇ ਹੋ ਜਾਣਾ, ਮੁੜ ਕੇ ਵਾਪਸ ਉੱਡ ਜਾਣਾ। ਉਹਨਾਂ ਨੇ ਕਹਿਣਾ ਯਾਰ ਇਹ ਤਾਂ ਆਪਣੇ ਪਿੰਡ ਆ, ਉੱਥੇ ਅਸੀਂ ਚੰਡੀਗੜ੍ਹ ਵਾਪਸ ਜਾਂਦੇ ਹਾਂ ਜੀ।
ਤੇ ਉਹ ਫਿਰ ਮੈਂ ਥੋੜਾ ਜਿਹਾ ਇਹਨਾਂ ਨਾਲ ਮਿਨਿਸਟਰ ਨਾਲ, ਮੈਂ ਤੇ ਆਪਣੇ ਫਿਲੀਪੀਨੋ ਲੇਡੀ ਜਿਹੜੀ ਮਿਨਿਸਟਰ ਸੀ ਜੀ। ਉਹਨਾਂ ਨੇ ਗੱਲ ਕੀਤੀ ਇਮੀਗ੍ਰੇਸ਼ਨ, ਬਈ ਤੁਸੀਂ ਜਾਂ ਤਾਂ ਇਹਨੂੰ ਟੋਟਲੀ ਬੰਦ ਕਰੋ, ਬਾਹਰਲੇ ਸੂਬਿਆਂ ਵਾਲਾ ਆਦਮੀ ਜਿਹੜਾ ਆ ਕੇ ਸਟੂਡੈਂਟ ਤੇ ਅਪਲਾਈ ਨਾ ਕਰ ਸਕੇ, ਜੀ ਤੇ ਮਤਲਬ ਪਹਿਲ ਆਪਣੇ ਸਟੂਡੈਂਟ ਨੂੰ ਦਿੱਤੀ ਜਾਵੇ ਤਾਂ ਕਿ ਸਟੂਡੈਂਟ ਆਪਣੇ ਇੱਥੇ ਜ਼ਿਆਦਾ ਆਉਣ ਤੇ ਆਪਣੀ ਆਮਦਨ ਜ਼ਿਆਦਾ ਵਧੇ। ਜੀ ਬਿਲਕੁਲ। ਉਹ ਫਿਰ ਕਹਿੰਦੀ ਵੀ ਇਉਂ ਤਾਂ ਥੋੜਾ ਜਿਹਾ ਆਪਾਂ ਨੂੰ ਆਕਵਰਡ ਜਿਹਾ ਲੱਗਦਾ, ਆਪਾਂ ਇਉਂ ਕਰਦੇ ਆ, ਆਪਣੇ ਜੇ ਸਟੂਡੈਂਟ ਇੱਥੇ ਪੜ੍ਹਨਗੇ ਜੀ ਉਹਨਾਂ ਨੂੰ ਆਪਾਂ 6 ਮਹੀਨੇ ਉਹਨੂੰ ਕੰਮ ਕਰਨਾ ਪਊ ਤੇ ਮੁੜ ਕੇ ਜੌਬ ਲੈਟਰ ਹੋਊਗੀ। ਜੀ ਜਿਹੜੇ ਸਟੂਡੈਂਟ ਬਾਹਰ ਪੜ੍ਹਨਗੇ ਜੀ ਉਹਨਾਂ ਨੂੰ ਸਾਲ ਲਾਉਣਾ ਪਊ। ਜੀ ਫਿਰ ਇਹਨਾਂ ਨੇ ਬਾਹਰ ਵਾਲੇ ਸਟੂਡੈਂਟ ਤੇ ਸਾਲ ਕਰਤਾ ਤੇ ਇੱਥੋਂ ਸਟੂਡੈਂਟ ਤੇ 6 ਮਹੀਨੇ ਕਰ ਦਿੱਤੇ, ਜੌਬ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਤੇ ਇਸ ਤਰ੍ਹਾਂ ਮਤਲਬ ਉਹ ਇਹਦੇ ਵਿੱਚ ਥੋੜੇ ਬਹੁਤਾ ਸਮਝ ਲਓ ਵੀ ਇੰਪਰੂਵਮੈਂਟ ਹੋਣ ਨਾਲ ਸਟੂਡੈਂਟ ਆਪਣੇ ਜ਼ਿਆਦਾ ਵੀ ਆਉਣ ਲੱਗੇ, ਇੱਥੇ ਵੀ ਜ਼ਿਆਦਾ ਆਉਣ ਲੱਗੇ ਜੀ। ਤੇ ਸੂਬੇ ਨੂੰ ਵੀ ਖਰੇ ਚੀਜ਼ ਦਾ ਪਤਾ ਹੈਗਾ। ਇਸ ਤਰ੍ਹਾਂ ਤੁਸੀਂ ਸਰ ਪੀਐਨਪੀ ਤੇ ਜੋ ਸਟੂਡੈਂਟ ਦਾ ਵੀਜ਼ਾ ਦੀ ਸਟੱਡੀ ਦੇ ਲਈ ਇਹਦੇ ਤੁਸੀਂ ਕਮਿਊਨਿਟੀ ਨੂੰ ਤੁਸੀਂ ਆਪਣੇ ਵੱਲੋਂ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੱਤੀ ਤੇ ਇਸ ਕਰਕੇ ਅੱਜ ਕੱਲ ਤੁਸੀਂ ਦੇਖ ਲਓ ਹੁਣ ਸਾਡੇ ਕੋਲ ਸਟੂਡੈਂਟ ਇੱਥੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸਟੂਡੈਂਟ ਇੱਥੇ ਆ ਰਹੇ ਨੇ ਤੇ ਕਮਿਊਨਿਟੀ ਲਈ ਤੁਹਾਡੀ ਇੱਕ ਬਹੁਤ ਵੱਡੀ ਦੇਣ ਆ। ਤੇ ਇਸ ਤੋਂ ਅੱਗੇ ਸਰ ਤੁਸੀਂ ਆਪਾਂ ਦੋ ਗੱਲਾਂ ਸਟੂਡੀਓ ਵਿੱਚ ਹੋਰ ਕਰ ਰਹੇ ਸੀ, ਇੱਕ ਤੁਸੀਂ ਮੈਰਿਜ ਰਜਿਸਟਰਡ ਤੇ ਆਪਣੇ ਜਿਹੜੀ ਉਹ ਫੁੱਲ ਪਾਉਣ ਦੀ ਜਿਹੜੀ ਅਸਤੀਆਂ ਦੀ ਰਸਮ ਹੁੰਦੀ ਹੈ ਕਿਉਂ ਵੀ ਤੁਸੀਂ ਉਹ ਇੱਥੇ ਤੁਸੀਂ ਉਹ ਆਪਣੀਆਂ ਕਰਵਾਈਆਂ ਨੇ, ਅਪਰੂਵ ਕਰਵਾਈਆਂ ਨੇ। ਆਹੋ ਜਿਹੜੇ ਇਹਦੇ ਫੁੱਲ ਪਾਉਣੇ ਹੈਗੇ ਆ ਇਹ ਮਤਲਬ ਪਹਿਲਾਂ ਇਕੱਲੇ ਇੰਟਾਰੀਓ 'ਚ ਅਲਾਉਡ ਸੀ, ਬਾਕੀ ਦੂਜੇ ਸੂਬਿਆਂ 'ਚ ਆਪਣੇ ਨਾ ਸਾਰੇ ਚੋਰੀਆਂ ਪਾਉਂਦੇ ਸੀ ਜੀ। ਤੇ ਮੈਂ ਫਿਰ ਉਦੋਂ ਪ੍ਰੀਮੀਅਰ ਆਪਣੀ ਖੁਸ਼ਕਿਸਮਤੀ ਇਹ ਸੀ ਕਿ ਜੇ ਪ੍ਰੀਮੀਅਰ ਬਣਿਆ ਸੀ ਨਾ, ਉਹ ਜੋ ਲੀਡਰ ਉਹਦੀ ਚੋਣ ਹੋਈ ਆ ਉਹਨੂੰ ਆਪਾਂ ਸਪੋਰਟ ਕੀਤਾ ਸੀ, ਆਪਣੀ ਕਮਿਊਨਿਟੀ ਨੇ ਪੂਰਾ ਜ਼ੋਰ ਲਾ ਕੇ ਜੀ। ਤੇ ਸਥਾਪਤੀ ਜਿਹੜੀ ਐਸਟੈਬਲਿਸ਼ਮੈਂਟ ਕਿਸੇ ਹੋਰ ਨੂੰ ਚਾਹੁੰਦੀ ਸੀ ਜੀ। ਉਹਨੂੰ ਆਪਾਂ ਇਸ ਵਕਤ ਉਹ ਆਪਣੀ ਗੱਲ ਮਤਲਬ ਸੁਣਦਾ ਸੀ। ਫਿਰ ਮੈਂ ਉਹਦੇ ਨਾਲ ਗੱਲ ਕੀਤੀ ਤੇ ਮੈਂ ਰੈਜ਼ੋਲੂਸ਼ਨ ਪੇਸ਼ ਕੀਤਾ ਜੀ। ਜਦੋਂ ਮੈਂ ਰੈਜ਼ੋਲੂਸ਼ਨ ਪੇਸ਼ ਕੀਤਾ ਵੀ ਸਾਨੂੰ ਇੱਥੇ ਦਰਿਆਵਾਂ 'ਚ ਜਿਹੜੀ ਫੁੱਲ ਪਾਉਣ ਦੀ ਇਜਾਜ਼ਤ ਹੋਵੇ ਜੀ। ਤੇ ਉਹ ਰੈਜ਼ੋਲੂਸ਼ਨ ਆਪੋਜੀਸ਼ਨ ਦਾ ਕੰਮ ਹੁੰਦਾ ਵੀ ਜਾਂ ਸਟੂਡੈਂਟ ਨੈਗੋਸ਼ੀਏਟ ਕਰਦੇ ਜਾਂ ਫਿਰ ਉਹ ਪਾਸ ਨਹੀਂ ਕਰਦੇ, ਉਹ ਟਾਕ ਆਊਟ ਕਰਦੇ ਜੀ। ਉਹਨਾਂ ਨੇ ਟਾਕ ਆਊਟ ਕਰਤਾ। ਜੀ। ਜੋ ਟਾਕ ਆਊਟ ਕਰਤਾ ਫਿਰ ਮੈਨੂੰ ਮੁੜ ਕੇ ਆਪਣੇ ਆਦਮੀਆਂ ਨੇ ਕਈਆਂ ਨੇ ਛੱਟ ਵੀ ਦਿੱਤੀ। ਫਿਰ ਉਹਨਾਂ ਨੇ ਮੁੜ ਕੇ ਮੈਨੂੰ ਫਿਰ ਆ ਕੇ ਮੈਨੂੰ ਆਪੋਜੀਸ਼ਨ ਦੇ ਐਮਐਲਏ ਕਹਿੰਦੇ ਮਹਿੰਦਰ ਤੂੰ ਦੁਬਾਰਾ ਜਿੱਦਾਂ ਇਹਨੂੰ ਲਿਆ ਆਪਦੇ ਬਿੱਲ ਨੂੰ ਤੇ ਆਪਾਂ ਪਾਸ ਕਰਾਂਗੇ। ਮੈਂ ਕਿਹਾ ਨਹੀਂ, ਮੈਂ ਹੁਣ ਤੁਹਾਨੂੰ ਕ੍ਰੈਡਿਟ ਨਹੀਂ ਦੇਣਾ, ਮੈਨੂੰ ਹੱਸਣ ਲੱਗ ਗਿਆ ਜੀ। ਤੇ ਫਿਰ ਅਸੀਂ ਫੈਡਰਲ ਗਵਰਨਮੈਂਟ ਨਾਲ ਗੱਲ ਕਰਕੇ ਪ੍ਰੀਮੀਅਰ ਨੇ ਤੇ ਇੱਥੋਂ ਦਾ ਗੱਲ ਕਰਕੇ ਤੇ ਉਹਦੇ 'ਚ ਰੈਗੂਲੇਸ਼ਨ ਚੇਂਜ ਕਰਤੇ ਜੀ। ਰੈਗੂਲੇਸ਼ਨ ਦੇ ਹਿਸਾਬ ਨਾਲ ਹੁਣ ਤੁਹਾਨੂੰ ਫੁੱਲ ਤੁਸੀਂ ਕਿਤੇ ਵੀ ਪਾਲ ਸਕਦੇ ਹੈਗੇ ਆ ਜੀ। ਜਿਹੜੇ ਵੀ ਗਵਰਨਮੈਂਟ ਦੀ ਪਾਰਕ ਹੋਵੇ ਜਾਂ ਹੋਵੇ, ਬਾਅਦ ਚਾਹੀਦਾ ਤਾਂ ਇਹ ਵੀ ਜਿੱਥੇ ਬਹੁਤੇ ਆਦਮੀ ਨਾ ਹੋਣ ਆਸੇ ਪਾਸੇ ਵਾਲੇ ਹਨ ਜੀ। ਹੁਣ ਤਾਂ ਮੈਨੂੰ ਪਤਾ ਲੱਗਾ ਸੈਂਟ ਬਟਾਲ ਵਾਲੇ ਸਾਈਡ ਤੇ ਇੱਕ ਥਾਂ ਜਾਂ ਵੀ ਸ਼ਾਇਦ ਮੁਕਰਰ ਇਹਨਾਂ ਨੇ ਆਪਣੀ ਹਿੰਦੂ ਸੁਸਾਇਟੀ ਨੇ ਕਰਵਾ ਲਿਆ ਹੈਗਾ ਹੈ ਜੀ। ਤੇ ਉਹ ਮਤਲਬ ਇਹ ਇਸ ਤਰ੍ਹਾਂ ਮੇਰਾ ਖਿਆਲ ਵੀ ਇਹ ਵੀ ਅਚੀਵਮੈਂਟ ਸਮਝ ਲਓ ਆਪਣੀ। ਮੈਨੂੰ ਉਦੋਂ ਮੀਡੀਆ ਨੇ ਪੁੱਛਿਆ ਜੀ, ਕਹਿੰਦੇ ਵੀ ਫੁੱਲ ਉੱਥੇ ਪਾਉਣੇ ਤੂੰ ਇੱਥੇ ਕਿਉਂ ਕਰਾਉਣਾ ਹੈ। ਮੈਂ ਕਿਹਾ ਵੀ ਗੱਲ ਸੁਣੋ, ਸਾਡੇ ਜੇ ਜਵਾਕ ਹੈ ਨਾ, ਬੱਚੇ ਆ, ਉਹ ਚੋਰੀ ਨੂੰ ਫੁੱਲ ਨਹੀਂ ਪਾਉਣਾ ਚਾਹੁੰਦੇ ਤੇ ਨਹੀਂ ਤੁਹਾਨੂੰ ਚੋਰੀ ਨੂੰ ਫੁੱਲ ਪਾਉਣੇ ਪੈਣਗੇ, ਇਹ ਸਾਡੀ ਟ੍ਰੈਡੀਸ਼ਨ ਹੈ ਜੀ। ਇਸ ਵਾਸਤੇ ਅਸੀਂ ਇਹ ਜ਼ਰੂਰੀ ਹੈ ਉੱਥੇ ਇਹਨਾਂ ਨੂੰ ਜਾਣਾ ਬਹੁਤ ਔਖਾ ਇੰਡੀਆ 'ਚ ਫੁੱਲ ਪਾਉਣ ਵਾਸਤੇ ਜੀ। ਤੇ ਇਸ ਵਾਸਤੇ ਇਹ ਜ਼ਰੂਰੀ ਹੈ ਕਿ ਸਾਡੀ ਨਵੀਂ ਜਨਰੇਸ਼ਨ ਵਾਸਤੇ ਕੰਮ ਸੌਖਾ ਕੀਤਾ ਜਾਵੇ ਜੀ। ਉਹ ਮੁੜ ਕੇ ਮਤਲਬ ਇਸ ਤਰ੍ਹਾਂ ਉਹ ਆਪਣਾ ਕੰਮ ਸੌਖਾ ਹੋਇਆ ਜੀ। ਰੇਡੀਓ ਆਵਾਜ਼ ਸਟੂਡੀਓ ਦੇ ਵਿੱਚ ਅੱਜ ਸਾਡੇ ਦੌਰਾਨ ਸਰਦਾਰ ਮਹਿੰਦਰ ਸਿੰਘ ਸਰਾਂ ਪਹੁੰਚੇ ਹੋਏ ਨੇ ਤੇ ਅਸੀਂ ਇਸੇ ਲੜੀ ਦੇ ਦੌਰਾਨ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਸਰਦਾਰ ਮਹਿੰਦਰ ਸਿੰਘ ਸਰਾਂ ਜੀ ਦੇ ਨਾਲ ਉਹਨਾਂ ਦੇ ਜੋ ਜ਼ਿੰਦਗੀ ਦਾ ਸਫ਼ਰ ਆ ਇਹਦੇ ਬਾਰੇ ਸਾਡੇ ਨਾਲ ਉਹ ਆਪਣੀ ਜਾਣਕਾਰੀ ਸ਼ੇਅਰ ਕਰਨਗੇ। ਅੱਜ ਇੱਥੇ ਅਸੀਂ ਇੱਕ ਵਾਰ ਹੋਰ ਗੱਲ ਕਰਦੇ ਹਾਂ ਕਿ ਜੋ ਸਾਡੇ ਇੱਥੇ ਕਰੋਨਾ ਦੀ ਜੋ ਬਿਮਾਰੀ ਚੱਲ ਰਹੀ ਹੈ ਤੇ ਇਸ ਦੇ ਵਿੱਚ ਵੀ ਹੁਣ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਪੇਸ਼ੈਂਟਸ ਦਾ, ਤੇ ਅਸੀਂ ਅਪੀਲ ਕਰਦੇ ਹਾਂ ਰੇਡੀਓ ਆਵਾਜ਼ ਦੇ ਜ਼ਰੀਏ ਕਿ ਆਪਣੇ ਪਰਿਵਾਰ ਦਾ ਤੁਸੀਂ ਖਿਆਲ ਰੱਖੋ। ਮੈਂ ਸਰਦਾਰ ਮਹਿੰਦਰ ਸਿੰਘ ਸਰਾਂ ਜੀ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਸਰ ਰਿਕੁਐਸਟ ਕਰ ਰਿਹਾ ਤੁਹਾਨੂੰ ਕਿ ਤੁਸੀਂ ਵੀ ਸਰ ਇੱਕ ਪਬਲਿਕ ਨੂੰ ਸਾਡੀ ਨੂੰ ਇੱਕ ਅਪੀਲ ਕਰੋ ਜੀ ਆਪਣੇ ਵੱਲੋਂ ਜੀ ਕਿ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਹੈ। ਹਾਂਜੀ, ਵੈਸੇ ਆਪਾਂ ਨੂੰ ਸਾਰਿਆਂ ਨੂੰ ਕੇਅਰਫੁਲ ਹੋਣਾ ਚਾਹੀਦਾ, ਖਾਸ ਤੌਰ ਤੇ ਜਿਹੜੇ ਬਜ਼ੁਰਗ ਆ ਉਹਨਾਂ ਵਾਸਤੇ ਤਾਂ ਜ਼ਿਆਦਾ ਹੀ ਖਤਰਾ। ਹੁਣ ਤਾਂ ਅੱਜ ਕੱਲ੍ਹ ਤਾਂ ਕਹਿੰਦੇ ਨੌਜਵਾਨ ਵੀ ਜਿਵੇਂ ਜਾਂਦੇ ਹੈਗੇ ਆ ਪੱਬਾਂ ਵਗੈਰਾ ਤੇ ਉਹਨਾਂ ਕਰਕੇ ਵੀ ਹੋ ਰਿਹਾ। ਮੇਰਾ ਖਿਆਲ ਸਭ ਨੂੰ ਕੇਅਰਫੁਲ ਹੋਣਾ ਚਾਹੀਦਾ ਤੇ ਡਿਸਟੈਂਸ ਰੱਖਣਾ, ਫਿਰ ਹੱਥ ਧੋਣੇ, ਬਾਰ-ਬਾਰ ਮਾਸਕ ਲਾਉਣੀ, ਇਹ ਸਾਰਾ ਕੰਮ ਮੇਰਾ ਖਿਆਲ ਕਾਫੀ ਜ਼ਰੂਰੀ ਹੈ। ਇਹ ਜ਼ਰੂਰਤ ਹੈ ਸਾਡੀ, ਕਿਉਂਕਿ ਸਾਡੇ ਵੱਸ ਦੀ ਗੱਲ ਨਹੀਂ ਗੀ ਤੇ ਇਸ ਵਾਰ ਚੰਗਾ ਵੀ ਇਹਨੂੰ ਕਿਵੇਂ ਨਾ ਕਿਵੇਂ ਬਿਮਾਰੀ ਨੂੰ ਰੋਕਿਆ ਜਾਵੇ, ਕਿਉਂਕਿ ਇਹਦੇ ਨਾਲ ਇਕਾਨਮੀ ਤੇ ਵੀ ਫਰਕ ਪੈ ਰਿਹਾ ਜੀ ਸਰ। ਤੇ ਜੇ ਬਿਮਾਰੀ ਕਿੰਨਾ ਕਿਤੇ ਦਾ ਰੁਕੂਗੀ ਜੇ ਤਾਂ ਹੀ ਠੀਕ ਹੈਗਾ। ਸੋਮਵਾਰ ਤੋਂ ਸਰ ਮਾਸਕ ਪਾਉਣਾ ਵੀ ਕੰਪਲਸਰੀ ਕਰ ਰਹੇ ਨੇ ਜਿਹਨਾਂ ਦੀ ਇੱਥੇ ਆਪਣੇ ਆਓ ਸੁਣਿਆ ਕਹਿੰਦੇ ਸੋਮਵਾਰ ਤੋਂ ਇਹਨਾਂ ਨੇ ਮਾਸਕ ਪਾਉਣਾ, ਜਿੱਥੇ ਵੀ ਤੁਸੀਂ ਕਿਸੇ ਸਟੋਰ ਜਾਂ ਜਿੱਥੇ ਵੀ ਜਾਣਾ ਹੈਗਾ
ਤੇ ਉੱਥੇ ਤੁਹਾਨੂੰ ਮਾਸਕ ਪਾਉਣੀ ਪਊਗੀ। ਜੀ। ਉਹ ਤਾਂ ਵੈਸੇ ਹੁਣ ਵੀ ਬਥੇਰੇ ਲੋਕੀ ਮਾਸਕ ਪਾਈ ਫਿਰਦੇ ਹੁੰਦੇ ਆ, ਜੀ ਜੀ ਪਰ ਜੀ ਕੋਈ ਪਾ ਲੈਂਦਾ ਕੋਈ ਨਹੀਂ ਪਾ ਲੈਂਦਾ। ਜੀ। ਤੇ ਪਰ ਵੈਸੇ ਆਪਾਂ ਨੂੰ ਚਾਹੀਦਾ ਇੱਕ ਤਾਂ ਊਂ ਵੀ ਆਪਾਂ ਥੋੜੇ ਵੱਖਰੇ ਆ, ਜੀ। ਜੇ ਆਪਾਂ ਵੱਖਰੇ ਆ ਤਾਂ ਆਪਾਂ ਚੰਗੇ ਵੀ ਨਹੀਂ ਲੱਗਦੇ ਹਨਾ। ਜੀ ਜੀ ਤੇ ਬਿਲਕੁਲ ਬਿਲਕੁਲ ਜੀ। ਦੂਸਰਾ ਆਪਾਂ ਨੂੰ ਬਸ ਆਪ ਦੀ ਸੇਫਟੀ ਵਾਸਤੇ ਦੂਸਰਿਆਂ ਦੀ ਸੇਫਟੀ ਵਾਸਤੇ ਮਾਸਕ ਪਾਉਣਾ, ਫਿਰ ਬਾਰ-ਬਾਰ ਹੱਥ ਧੋਣੇ, ਇਹ ਕਾਫੀ ਜ਼ਰੂਰੀ ਹੈ। ਜੀ। ਬੱਚਿਆਂ ਦੇ ਸਕੂਲ ਜੋ ਪਿਛਲੇ 3 ਹਫ਼ਤਿਆਂ ਤੋਂ ਦੁਬਾਰਾ ਖੁੱਲ ਗਏ ਨੇ ਜੀ, ਤੇ ਅਸੀਂ ਇੱਥੇ ਪੇਰੈਂਟਸ ਨੂੰ ਵੀ, ਸਾਡੇ ਮਾਪਿਆਂ ਨੂੰ, ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਜੇ ਕਿਸੇ ਦਾ ਬੱਚਾ ਕੋਈ ਥੋੜੇ ਜਿਹੇ ਖੰਘਦਾ ਜਾਂ ਕੋਈ ਕਿਸੇ ਬਿਮਾਰੀ ਤੋਂ ਪੀੜਤ ਹੁੰਦਾ ਤਾਂ ਉਸ ਨੂੰ ਸਕੂਲ ਨਾ ਜਾਣ ਦਿੱਤਾ ਜਾਵੇ, ਕਿਉਂਕਿ ਸਾਡੀ 1-2 ਸਕੂਲਾਂ ਨਾਲ ਵਾਕਫੀਅਤ ਹੈ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਜੇ ਬੱਚੇ ਬਿਮਾਰ ਵੀ ਹੁੰਦੇ ਤਾਂ ਪੇਰੈਂਟਸ ਉਹਨਾਂ ਨੂੰ ਸਕੂਲ ਦੇ ਵਿੱਚ ਡ੍ਰੌਪ ਕਰਕੇ ਜਾਂਦੇ ਨੇ, ਤੇ ਬਾਅਦ 'ਚ 1 ਘੰਟੇ ਬਾਅਦ ਪੇਰੈਂਟਸ ਨੂੰ ਕਾਲ ਕਰਕੇ ਬੱਚਿਆਂ ਨੂੰ ਦੁਬਾਰਾ ਵਾਪਸ ਭੇਜਿਆ ਜਾਂਦਾ। ਤਾਂ ਅਸੀਂ ਰੇਡੀਓ ਆਵਾਜ਼ ਦੇ ਜ਼ਰੀਏ ਸਾਰਿਆਂ ਨੂੰ ਰਿਕੁਐਸਟ ਕਰ ਰਹੇ ਹਾਂ, ਪੇਰੈਂਟਸ ਨੂੰ, ਮਾਪਿਆਂ ਨੂੰ, ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ। ਜੇ ਕੋਈ ਬੱਚਾ ਥੋੜਾ ਜਿਹਾ ਬਿਮਾਰ ਆ ਤਾਂ ਉਹਨੂੰ ਘਰ ਵਿੱਚ ਰੱਖ ਕੇ ਹੀ ਉਹਦੀ ਬਿਮਾਰੀ ਠੀਕ ਕੀਤੀ ਜਾਵੇ ਜੀ। ਜ਼ਿੰਦਗੀ ਜਿੰਦਾਬਾਦ ਹੈ। ਤੇ ਇਸੇ ਤਰ੍ਹਾਂ ਇਸੇ ਲੜੀ ਦੇ ਤਹਿਤ ਅਸੀਂ ਅਗਲੇ ਹਫਤੇ ਫਿਰ ਸਰਦਾਰ ਮਹਿੰਦਰ ਸਿੰਘ ਸਰਾਂ ਜੀ ਦੇ ਨਾਲ ਜੋ ਆਪਣੀ ਜ਼ਿੰਦਗੀ ਦੇ ਬਾਰੇ ਤੁਹਾਡੇ ਨਾਲ ਇੱਥੇ ਜਾਣਕਾਰੀ ਸ਼ੇਅਰ ਕਰਨਗੇ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਰੱਬ ਰਾਖਾ। ਸਤਿ ਸ੍ਰੀ ਅਕਾਲ।